हाँ जी। सो जो ਆਪਾਂ ਹੁਣ ਤੱਕ ਕਰ ਚੁੱਕੇ ਆ ਬਸ ਬੇਸਿਕ ਜੀਆਂ ਗੱਲਾਂ ਮੈਂ ਇੱਕ ਵਾਰ ਰਿਮਾਈਂਡ ਕਰਾ ਦਵਾਂ ਤੁਹਾਨੂੰ। ਆਪਾਂ ਇਹ ਕੀਤਾ, ਆਪਾਂ ਪਹਿਲੇ ਗੱਲ ਤਾਂ ਇੱਕ ਐਂਗਲ ਨੂੰ ਡਿਫਾਈਨ ਕੀਤਾ ਸੀ, ਠੀਕ। एक मिनट कर्सर जो है ना, हाँ हाँ जी मेहुल। सर जो नोट्स हैं वो हम साथ साथ लिखें या फिर बाद में? साथ साथ लिखोगे ज्यादा अच्छी बात है, ठीक है ना। और कई बार क्या होता है कि आपको सीखने पे मेरी आवाज आ रही सबनू? यस सर। स्क्रीन रिकॉर्डिंग अपने आप बंद होगी ना? यस सर। चलो हाँ जी, ਅਸੀਂ ਇਹ ਕੀਤਾ ਵੀ ਐਂਗਲ ਵਾਸ ਡਿਫਾਈਨਡ ਐਜ਼ ਦਾ ਆਰਕ ਲੈਂਥ ਐਂਡ ਡਿਵਾਈਡਡ ਬਾਈ ਦਾ ਰੇਡੀਅਸ। ਤੁਸੀਂ ਜਿੰਨੀ ਮਰਜ਼ੀ ਦੂਰ ਜਾ ਕੇ ਉਸ ਦੀ ਆਰਕ ਲੈਂਥ ਲੈ ਸਕਦੇ ਹੋ, ਉਹਦੇ ਨਾਲ ਤੁਹਾਡਾ ਕੋਈ ਫਰਕ ਨਹੀਂ ਪਏਗਾ, ਠੀਕ ਹੈ। ਸੋ ਦਿਸ ਇਜ਼ ਐਂਗਲ। ਤੇ ਐਂਗਲ ਤੋਂ ਬਾਅਦ ਆਪਾਂ ਇੱਕ ਗੱਲ ਕੀਤੀ ਸੀ ਵੀ ਐਂਗਲ ਨੂੰ ਆਪਾਂ ਕਨਵੈਨਸ਼ਨਲੀ ਪੋਜ਼ਿਟਿਵ ਤੇ ਨੈਗੇਟਿਵ ਕਦੋਂ ਲੈਣੇ ਆ ਨਾ। ਯਸ ਸਰ। ਅਸੀਂ ਦੇਖਿਆ ਸੀ, ਮੰਨ ਲਓ ਅਗਰ ਪੋਜ਼ਿਟਿਵ ਐਕਸ ਐਕਸਿਸ ਵਾਲੇ ਡਾਇਰੈਕਸ਼ਨ ਦੇ ਵਿੱਚ ਇਸ ਸਾਈਡ ਨੂੰ ਮੈਂ ਪੋਜ਼ਿਟਿਵ ਲੈ ਲੈਣਾ ਵਾ, this is the x axis say या जीरो एंगल ले रहे अपन। अगर इन्हें तुसी एंटी क्लॉकवाइज रोटेट कर दे हो then this angle is taken as positive and अगर तुसी इसनु क्लॉकवाइज रोटेट कर दे हो then this angle is taken as negative। ये थोड़ी बहुत ही बेसिक गल्लां अपन नेगेटिव, ठीक है। इस तो बाद ਅਸੀਂ ਗੱਲ ਕਰਦੇ ਹਾਂ ਹੁਣ टी ਰੇਸ਼ੋਜ਼ ਦੇ ਬਾਰੇ, ਜੋ ਆਪਣਾ ਮੇਨ ਆਪਾਂ ਕੰਮ ਕਰਨਾ ਹੈ। टी ਰੇਸ਼ੋਜ਼ ਕੀ ਹੁੰਦੇ ਆ? दीपक अपना कैमरा ऑफ रखो सारे ने। देखो टी रेशोज की होंगे है, टी रेशोज ਨੂੰ ਆਪਾਂ ਬੋਲਦੇ ਹਾਂ ट्रिग्नोमेट्रिक रेशोज। ट्रिग्नोमेट्रिक रेशोज ਤੇ ਇੱਕ ਬੜੀ ਇੰਪੋਰਟੈਂਟ ਗੱਲ ਹੈ, ਜਿਹੜੀ ਗੱਲ ਮੈਂ ਤੁਹਾਨੂੰ ਐਂਗਲ ਦੇ ਬਾਰੇ ਕਹੀ ਹੈ ਨਾ, ਆਰਕ ਅਪਨ ਰੇਡੀਅਸ ਸਿਖਾਈ ਸੀ ਨਾ ਕਿ ਆਰਕ ਜਿੰਨੀ ਮਰਜ਼ੀ ਦੂਰ ਜਾ ਕੇ ਡਰਾ ਕਰ ਲਓ ਤੁਸੀਂ। यस सर। रेडियस उन्ना ही ले लियो तो आर्क अपॉन रेडियस हमेशा बराबर आएगा, दैट इज एंगल। बहुत इंपॉर्टेंट गल है। बिल्कुल उसी तरह ही जिवें 10th क्लास भी तुसी कीता है sin थीटा cos थीटा tan थीटा एंड ऑल दैट, मैं ਤੁਹਾਨੂੰ ਇੱਕ ਬੇਸਿਕ ਜਿਹਾ ਇੱਕ ਐਕਸਪੈਰੀਮੈਂਟ ਦੱਸਦਾ ਮੈਂ ਜਿਹੜਾ ਤੁਸੀਂ ਹੁਣ ਕਰ ਸਕਦੇ ਹੋ। ਇਹ ਆਪ ਜਿਨ ਲੈਕਚਰ ਤੋਂ ਬਾਅਦ ਵੀ ਕਰ ਸਕੋਗੇ ਤੁਸੀਂ ਸਿੰਪਲ ਸਕੇਲ ਐਂਡ ਪੈਨਸਲ ਦੇ ਨਾਲ। ਕਿਉਂਕਿ ਇਸ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਮਤਲਬ ਉਹ ਜਿਹੜਾ ਮੈਂ ਉਸ ਦਿਨ ਕਹਿ ਰਿਹਾ ਸੀ ਤੁਹਾਨੂੰ ਸਰਕਲ ਦੇ ਬਾਰੇ, ਜਦੋਂ ਪਾਈ ਨੂੰ ਡਿਫਾਈਨ ਕਰ ਰਿਹਾ ਸੀ ਤਾਂ ਮੈਂ ਕਹਿ ਰਿਹਾ ਸੀ ਨਾ ਕਿ ਤੁਹਾਨੂੰ ਇੱਕ ਥ੍ਰੈਡ ਲੈਣਾ ਪਏਗਾ, ਉਹਨੂੰ ਉਹਦੇ ਨਾਲ ਰੈਪ ਕਰਨਾ ਪਏਗਾ, ਦੈਨ ਲੈਂਥ ਦੇਖੋਗੇ ਪੈਰੀਮੀਟਰ ਲਈ, ਮਤਲਬ ਉਹ ਥੋੜਾ ਜਿਹਾ ਐਵੇਂ ਟਾਈਮ ਕੰਜ਼ਿਊਮਿੰਗ ਸੀਗਾ ਤੇ ਐਰਰ ਦੀ ਜਿਹੜੀ ਪੋਸਿਬਿਲਿਟੀ ਉਹ ਜ਼ਿਆਦਾ ਸੀ। ਇੱਥੇ ਤੁਸੀਂ ਕੀ ਕਰਨਾ ਹੈ, ਤੁਸੀਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਸਾਰੇ ਕਰਕੇ ਦੇਖਿਓ ਅੱਜ, ਤੁਹਾਨੂੰ ਬੜਾ ਮਜ਼ਾ ਵੀ ਆਏਗਾ, ਤੁਸੀਂ ਸਮਝ ਵੀ ਪਾਓਗੇ ਕਿ ਬੇਸਿਕਲੀ ਜੋ ਤੁਸੀਂ ਪੜ੍ਹ ਰਹੇ ਸੀ 10th ਕਲਾਸ ਟ੍ਰਿਗਨੋਮੈਟਰੀ ਕੀ ਸੀ। ਆਹ ਮੰਨ ਲਓ ਆਪਾਂ ਇੱਕ ਲਾਈਨ ਡਰਾ ਕਰ ਲਈ, ਤੁਸੀਂ ਕੀ ਕਰਿਓ ਦੂਸਰੀ ਲਾਈਨ ਇਥੋਂ ਡਰਾ ਕਰ ਦਿਓ ਜਿੰਨੇ ਮਰਜ਼ੀ ਐਂਗਲ ਤੇ, ਇਟਸ ਅਪ ਟੂ ਯੂ, ਤੁਹਾਡੀ ਮਰਜ਼ੀ ਹੈ। ਤੁਸੀਂ ਜਿੰਨੇ ਮਰਜ਼ੀ ਐਂਗਲ ਤੇ ਇਹ ਲਾਈਨ ਡਰਾ ਕਰ ਦੇਣਾ, ਇਸ ਤਰ੍ਹਾਂ ਕੋਈ ਵੀ ਅਕਿਊਟ ਐਂਗਲ ਬਣਾ ਲੈਣਾ ਆਪਣੀ ਮਰਜ਼ੀ ਨਾਲ। ਉਸ ਤੋਂ ਬਾਅਦ ਤੁਹਾਨੂੰ ਪਰਪੈਂਡੀਕੂਲਰ ਡ੍ਰੌਪ ਵੀ ਕਰਨਾ ਆਉਂਦਾ ਹੈ ਹਰ ਪੁਆਇੰਟ, ਕਿਸੇ ਵੀ ਪੁਆਇੰਟ ਤੇ ਤੁਸੀਂ ਕੀ ਕਰਨਾ ਹੈ, ਇੱਥੋਂ ਪਰਪੈਂਡੀਕੂਲਰ ਡ੍ਰੌਪ ਕਰ ਲੈਣਾ ਇੱਕ। ਮੰਨ ਲਓ ਆ ਪਰਪੈਂਡੀਕੂਲਰ ਡ੍ਰੌਪ ਕੀਤਾ ਇਸ ਪੁਆਇੰਟ ਤੇ ਮੈਂ ਇਸ ਤਰ੍ਹਾਂ, ਇਫ ਦਿਸ ਇਜ਼ ਦਾ ਪਰਪੈਂਡੀਕੂਲਰ ਹੈ ਨਾ, ਤੁਹਾਨੂੰ ਪਤਾ ਹੈ ਨਾ, ਫਿਰ ਦਿਸ ਆ ਇੱਕ ਤਰ੍ਹਾਂ ਦੀ ਕੀ ਬਣ ਜਾਏਗੀ, ਇਹ ਰਾਈਟ ਐਂਗਲ ਟ੍ਰਾਇੰਗਲ ਬਣ ਜਾਏਗੀ। यस सर। यस सर। यस सर। ਇੱਥੇ ਜਿਹੜਾ OA ਹੋਏਗਾ that will be base ना for this theta। यस सर। Yes sir। And this will be hypotenuse from O to B, है ना? यस यस सर। ਤੁਸੀਂ ਨਾ ਇੱਕ ਰਫ ਇਹ ਕੰਮ ਕਰਿਓ, ਤੁਸੀਂ ਪਰਪੈਂਡੀਕੂਲਰ ਬੇਸ ਤੇ ਹਾਈਪੋਟੇਨਿਊਜ਼ ਦੇ ਵਿੱਚੋਂ ਨਾ ਤੁਸੀਂ ਜੋ ਮਰਜ਼ੀ ਦੋ ਸਾਈਡ ਸਿਲੈਕਟ ਕਰ ਲਿਓ। ਤੁਸੀਂ ਰਫਲੀ, ਮੈਂ ਕਿਸੇ ਨੂੰ ਪੁੱਛਦਾ ਜਿਵੇਂ ਫੋਰ ਐਗਜ਼ਾਮਪਲ ਕੋਈ ਵੀ ਜਸਰਾਜਪ੍ਰੀਤ ਕੌਰ, यस सर। ਤੁਸੀਂ ਦੱਸੋ ਕੋਈ ਵੀ ਦੋ ਸਾਈਡ ਸਿਲੈਕਟ ਕਰੋ, ਕਿਹੜੀ ਕਿਹੜੀ ਸਿਲੈਕਟ ਕਰੀ PBH ਵਿੱਚੋਂ? हाइपोटेन्यूज एंड परपेंडिकुलर। ਚਲੋ ਆ ਸਿਲੈਕਟ ਕਰ ਲਿਆ। ਹੁਣ ਤੁਸੀਂ ਇਹ ਚੋਂ ਕੋਈ ਵੀ ਰੇਸ਼ੋ ਸਿਲੈਕਟ ਕਰੋ, ਜਾਂ ਤਾਂ P/H ਸਿਲੈਕਟ ਕਰ ਲਓ ਜਾਂ H/P, ਮਰਜ਼ੀ ਹੈ ਜੋ ਬੋਲੋ। P/H। P/H। ਚਲੋ ਹੁਣ ਜਸਰਾਜ ਨੇ ਕੋਈ ਵੀ ਦੋ ਸਾਈਡ ਲਈਆਂ ਤੇ ਉਹਨਾਂ ਦਾ ਇੱਕ ਰੇਸ਼ੋ ਲੈ ਲਿਆ P/H। ਤੁਸੀਂ ਪਤਾ ਕੀ ਕਰਨਾ ਹੈ, ਇਹਦੀ ਪਰਪੈਂਡੀਕੂਲਰ ਦੀ ਲੈਂਥ ਨੂੰ ਤੁਸੀਂ ਆਰਾਮ ਨਾਲ ਸਕੇਲ ਨਾਲ ਮੇਜ਼ਰ ਕਰ ਸਕਦੇ ਹੋ, ਹੈਨਾ? यस यस सर। यस सर। A ਤੋਂ ਲੈ ਕੇ B ਤੱਕ, ਹਾਈਪੋਟੇਨਿਊਜ਼ O ਤੋਂ ਲੈ ਕੇ B ਤੱਕ ਮੇਜ਼ਰ ਕਰ ਲਿਓ ਤੁਸੀਂ।
ਤੇ ਇਸ ਦੀ ਲੈਂਥ ਨੂੰ ਉੱਪਰ ਵੀ ਤੁਸੀਂ ਮਿਲੀਮੀਟਰ ਚ ਲਿਖ ਲਿਓ, ਜਿੰਨਾ ਵੀ ਨੀਚੇ ਵੀ ਮਿਲੀਮੀਟਰ ਚ ਲਿਖ ਲਿਓ, ਡਿਵਾਈਡ ਕਰਕੇ ਕੈਲਕੂਲੇਟਰ ਦੇ ਨਾਲ ਦੇਖ ਲਿਓ ਵੀ ਇੱਥੇ ਕਿੰਨਾ ਆਇਆ, ਉਸ ਨੰਬਰ ਨੂੰ ਲਿਖ ਲਿਓ ਡੈਸੀਮਲ ਚ ਅਪਰੋਕਸੀਮੇਟਲੀ। ਉਸ ਤੋਂ ਬਾਅਦ ਤੁਸੀਂ ਜਾ ਕੇ ਇਹੀ ਡ੍ਰੌਪ ਕਰਿਓ ਕਿਸੇ ਹੋਰ ਜਗ੍ਹਾ ਤੇ, ਇਸ ਜਗ੍ਹਾ ਤੇ। ਅੱਜ ਮੇਰਾ ਨਾ ਇਹ ਪੈਨ ਰਿਸਪੌਂਡ ਨਹੀਂ ਕਰ ਰਿਹਾ ਪ੍ਰੋਪਰਲੀ, ਚਲੋ ਇਸ ਤਰ੍ਹਾਂ ਅਗਰ ਇਸ ਜਗ੍ਹਾ ਡ੍ਰੌਪ ਕਰੋਗੇ then right angle triangle ਤੁਹਾਡੀ ਆ ਬਣੇਗੀ ਨਾ। Yes, sir. इधर राइट एंगल ट्रायंगल होएगा तो तुम्हारा बेस होएगा from O to this A dash, this will be the base, है ना? Yes, sir. This will be Yes, the sir. hypotenuse and this will be the perpendicular. फिर क्योंकि हम जसराज ने सिलेक्ट किया है P over H, फिर ये की करेगी, ये P दी वैल्यू मेजर करेगी with using scale and H दी मेजर करेगी, डिवाइड करेगी कैलकुलेटर नाल, तो इथे जो भी आंसर आएगा उन्होंने कैलकुलेट करके लिख देगी। डिवाइड जिवें फॉर एग्जांपल मान लो 3.2 मिलीमीटर सेंटीमीटर आ गया, नीचे आ गया मान लो 4.1 सेंटीमीटर, कुछ भी डिवाइड करके जो आएगा इथे लिख दियो बस नंबर। यही गल नूं तुसीं थोड़ा होर अगे या थोड़ा होर पिछे जिथे मर्जी ड्रॉप कर लो, एक इहदे विच ले लो किते भी इथे, then this will be the base and then this will be the hypotenuse, this will be the perpendicular। इस तरह तुसीं देख रहे हो हर एक ट्रायंगल जिहड़ी मैं बना रहा इथे, हर ट्रायंगल दे विच जिहड़ा अक्यूट एंगल थीटा है वो सेम रह रहा है ना। Yes, sir. Yes, sir. Yes, sir. ਇਹਦਾ ਵੀ ਤੁਸੀਂ P ਤੇ H ਫਾਈਂਡ ਕਰ ਲਿਓ, ਡਿਵਾਈਡ ਕਰ ਲਿਓ, ਤੇ ਬਾਅਦ ਚ ਇੱਕ ਚੀਜ਼ ਤੁਸੀਂ ਆਬਜ਼ਰਵ ਕਰੋਗੇ ਐਂਡ ਵਿੱਚ ਜਾ ਕੇ, ਕੀ ਆਬਜ਼ਰਵ ਕਰੋਗੇ ਦੱਸੋ? ਤੇ ਸਾਰੇ ਸੇਮ ਆਊਗਾ, ਤਿੰਨੋਂ ਸੇਮ ਆਏਗੀ। ਯੈਸ, ਯਾਨੀ ਜਦੋਂ ਤੱਕ ਇਹ ਥੀਟਾ ਸੇਮ ਰਹੇਗਾ ਕਿਸੇ ਵੀ ਥੀਟਾ ਦੇ ਲਈ, ਅਗਰ ਤੁਸੀਂ ਕੋਈ ਰਾਈਟ ਐਂਗਲ ਟ੍ਰਾਇੰਗਲ ਚਾਹੇ ਜਿੰਨੀ ਮਰਜ਼ੀ ਦੂਰ ਜਾ ਕੇ ਬਣਾਓ, ਜਿੰਨੀ ਮਰਜ਼ੀ ਕੁਝ ਕਈ ਕਿਲੋਮੀਟਰ, ਇੱਥੇ ਇੱਕ ਬੰਦੇ ਨੂੰ ਕਹੋ ਪੈਨ ਲੈ ਕੇ ਮੋਟਰਸਾਈਕਲ ਤੇ ਬੈਠ ਕੇ ਜਾਵੇ 2 ਕਿਲੋਮੀਟਰ ਦੂਰ ਅੱਗੇ, ਇੱਧਰ ਜਾ ਕੇ ਉੱਥੋਂ ਡ੍ਰੌਪ ਕਰ ਲਵੇ, ਤਾਂ ਵੀ ਉਹਦਾ P by H आंसर सेम ही आएगा, जो इत्थे आएगा, जो इत्थे आएगा ड्रॉप करने जो इत्थे आएगा, इत्थे इसी चीज ਨੂੰ ਅਸੀਂ ਕੀ ਕਹਿੰਦੇ T रेशो भी इस थीटा ਦਾ ਇੱਕ रेशो है ये P by H। अगर ਤੁਸੀਂ अच्छा जे जसराज ने क्या ਹੁੰਦਾ नहीं H by P करना है, ਤਾਂ ਉਹ H by P ਕਰੇਗੀ ਤਾਂ ਆਨਸਰ ਡਿਫਰੈਂਟ ਆਏਗਾ, ਉਹਦਾ ਇੱਥੇ ਵੀ ਡਿਫਰੈਂਟ ਆਏਗਾ, ਉਹ ਇਹਦੇ ਨਾਲ ਡਿਫਰੈਂਟ ਆਏਗਾ, ਪਰ ਇਹ ਤਿੰਨੋਂ ਆਪਸ ਚ ਸੇਮ ਹੀ ਆਨਸਰ ਆਣਗੇ ਫਿਰ। Yes, sir. कोई बच्चा P by B ਦਾ ਸੇਮ ਕਰੇਗਾ। ਸੋ ਬੇਸਿਕਲੀ ਕੀ ਹੋ ਸਕਦਾ ਹੈ, ਪਰਪੈਂਡੀਕੂਲਰ, ਬੇਸ ਤੇ ਹਾਈਪੋਟੇਨਸ ਵਿੱਚੋਂ ਜਦੋਂ ਤੱਕ ਤੁਸੀਂ ਕੋਈ ਐਂਗਲ ਪਾਰਟਿਕੂਲਰ ਥੀਟਾ ਸੇਮ ਫਿਕਸ ਕੀਤਾ ਹੋਇਆ ਵਾ, ਤਾਂ ਤੁਹਾਡੀ P by H ਦੀ ਵੈਲਿਊ ਸੇਮ ਹੀ ਆਏਗੀ, ਜੋ ਵੀ ਆਏਗੀ ਹਮੇਸ਼ਾ, ਜਿੰਨੀ ਮਰਜ਼ੀ ਦੂਰ ਜਾ ਕੇ ਪਰਪੈਂਡੀਕੂਲਰ ਡ੍ਰੌਪ ਕਰ ਲਓ, ਤੇ H by P ਆਏਗਾ, फिर B by H आएगा, फिर H by B आएगा, P by B आएगा एंड B by P आएगा। ਇਹਨਾਂ ਨੂੰ ਅਸੀਂ टी ਰੇਸ਼ੋਜ਼ ਬੋਲਦੇ ਹਾਂ ਕਿਉਂਕਿ ਇਹ ਟ੍ਰਿਗਨੋਮੈਟਰੀ ਸੌਰੀ ਜਿਹੜੇ ਟ੍ਰਾਇੰਗਲ ਦੀ ਸਾਈਡ ਦੇ ਰੇਸ਼ੋਜ਼ ਹੁੰਦੇ ਨੇ ਬੇਸਿਕਲੀ। P by H ਦਾ ਫਿਰ ਨਾਮ ਰੱਖਤਾ ਸੀ, ਕੀ ਨਾਮ ਰੱਖਤਾ? ਸਾਈਨ ਆਫ ਥੀਟਾ। ਇਨ ਸ਼ਾਰਟ ਅਸੀਂ ਬੋਲਦੇ ਹਾਂ ਸਾਈਨ ਥੀਟਾ ਸਿੰਪਲੀ। H by P ਨੂੰ ਬੋਲਦੇ ਹਾਂ ਕੋਸਿਕੈਂਟ ਥੀਟਾ, ਠੀਕ ਹੈ? यस सर। ਤੇ ਇਸ ਤਰ੍ਹਾਂ B by H ਨੂੰ ਬੋਲਦੇ ਹਾਂ cos ਥੀਟਾ। H by B is Secant theta. P by B is Tan theta. and that is Cot cotangent theta. very good। ਤੁਹਾਨੂੰ ਇਹ ਸਾਰਾ ਕੁਝ ਪਤਾ ਹੀ ਹੈ, ਠੀਕ ਹੈ? ਇਹ ਸਭ ਚੀਜ਼ਾਂ ਤੁਸੀਂ ਬਹੁਤ ਚੰਗੀ ਤਰ੍ਹਾਂ 10th ਕਲਾਸ ਕੀਤੀਆਂ ਹੋਈਆਂ ਨੇ। ਫਿਰ ਉਸ ਤੋਂ ਬਾਅਦ ਤੁਸੀਂ ਇੱਕ ਕੁਝ ਪਾਰਟਿਕੂਲਰ ਥੀਟਾ ਜਿਹੜੇ ਨੇ ਉਹਨਾਂ ਦੀ ਲਈ ਇਹਨਾਂ ਦੀ ਵੈਲਿਊਜ਼ ਵੀ ਤੁਸੀਂ ਕੀਤੀਆਂ ਹੋਈਆਂ ਨੇ। ਮੈਂ ਇਹ ਮੰਨ ਕੇ ਚੱਲਦਾ ਤੁਹਾਨੂੰ ਉਹ ਪਤਾ ਨੇ, ਤੇ ਤੁਹਾਨੂੰ 0 ਡਿਗਰੀ ਲਈ ਵੈਲਿਊਜ਼ ਪਤਾ ਹੁੰਦੀਆਂ ਨੇ, 30 ਡਿਗਰੀ ਲਈ ਪਤਾ ਹੁੰਦੀਆਂ ਨੇ, 45 ਡਿਗਰੀ ਲਈ ਪਤਾ ਹੁੰਦੀਆਂ ਨੇ। ਇਹ ਕੁਝ ਸਪੈਸ਼ਲ ਐਂਗਲਸ ਨੇ ਜਿਹੜੇ ਜ਼ਿਆਦਾਤਰ ਆਪਾਂ ਯੂਜ਼ ਕਰਦੇ ਆ, ਇਸ ਲਈ ਇਹਨਾਂ ਦੀ ਵੈਲਿਊਜ਼ ਬੱਚਿਆਂ ਨੂੰ ਆਪਾਂ ਕਹਿੰਦੇ ਆ ਵੀ ਯਾਦ ਰੱਖ ਲਓ, ਤੇ ਬਾਕੀ ਬਾਅਦ ਕਰ ਲਓ। ਥੀਟਾ ਆਪਾਂ ਇੱਥੇ ਲਿਖ ਦਿੰਦੇ ਆ ਸਾਈਨ ਵਾਲਾ ਥੀਟਾ ਜਾਂ cos ਵਾਲਾ ਥੀਟਾ, ਠੀਕ ਹੈ? ਇਹਦੀ ਕੀ ਵੈਲਿਊ ਹੋਏਗੀ ਦੇਖੋ। ਸਾਈਨ ਇਹ ਵੈਲਿਊਜ਼ ਕੀ ਹੁੰਦੀਆਂ? ਵੈਲਿਊਜ਼ ਯਾਦ ਨੇ ਤੁਹਾਨੂੰ? यस सर। Yes, sir. 0 0 1/2 1/2 3 upon 2 3 over 1. ਇਹਨੂੰ ਬਸ ਪੁੱਠਾ ਕਰ ਦਿਓ, ਫਿਰ ਦੋ ਨਾ ਇਸ ਨੂੰ ਮੈਂ ਦਿਓ। 3/2 1/2 1/2 ਵੈਰੀ 0. ਗੁੱਡ, ਵੈਰੀ ਗੁੱਡ, ਬਹੁਤ ਵਧੀਆ। ਤੁਹਾਨੂੰ ਇਹ ਸਾਰਾ ਕੁਝ ਪਹਿਲਾਂ ਹੀ ਯਾਦ ਹੈ। ਇਹ ਹੁਣ ਸਾਈਨ ਤੇ cos ਤੋਂ ਇਲਾਵਾ ਹੋਰ ਕਿਸੇ ਵੀ ਟੀ ਰੇਸ਼ੋ ਦੀ ਵੈਲਿਊਜ਼ ਯਾਦ ਰੱਖਣ ਦੀ ਕੋਈ ਲੋੜ ਨਹੀਂ ਹੁੰਦੀ, ਰੱਟਾ ਨਹੀਂ ਮਾਰਨਾ, ਉਹ ਹੌਲੀ ਹੌਲੀ ਆਪਣੇ ਆਪ ਯਾਦ ਹੋ ਜਾਂਦਾ ਸਾਰਾ ਕੁਝ। ਬੇਸਿਕਲੀ ਜਿਵੇਂ ਮੰਨ ਲਓ ਕਿਸੇ ਨੇ ਹੁਣ ਮੈਨੂੰ ਇੱਕ ਰਿਜ਼ਲਟ ਤੁਹਾਨੂੰ ਪਤਾ ਹੈ ਨਾ, tan ਥੀਟਾ ਜਿਹੜਾ ਹੁੰਦਾ ਕੀ ਹੁੰਦਾ ਹੈ? ਉਹ sin ਥੀਟਾ ਓਵਰ cos ਥੀਟਾ। ਬਸ ਜੇ ਮੈਨੂੰ ਕਿਸੇ ਨੇ ਪੁੱਛ ਲਿਆ ਵੀ tan 30 ਡਿਗਰੀ ਦੀ ਵੈਲਿਊ ਕਿੰਨੀ ਹੈ, ਮੈਂ ਕਹਾਂਗਾ sin 30 ਡਿਗਰੀ ਡਿਵਾਈਡਡ ਬਾय
cos 30 Cos degree 30 degree 1 by root 1 by root 3 ਵੈਰੀ ਗੁੱਡ। ਇਹ ਸਭ ਤੁਹਾਨੂੰ ਪਤਾ ਹੈ, ਇਹ ਸਭ ਤੁਸੀਂ ਕਰ ਸਕਦੇ ਹੋ, ਇਸ ਲਈ ਇਹਦੇ ਮੈਂ ਡਿਟੇਲ ਚ ਨਹੀਂ ਜਾ ਰਿਹਾ, ਇੰਨੀਆਂ ਗੱਲਾਂ ਤੁਹਾਨੂੰ ਪਤਾ ਹੀ ਨਹੀਂ। ਇਸ ਤੋਂ ਇਲਾਵਾ ਵਨ ਮੋਰ ਐਂਗਲ ਜਿਹੜਾ ਆ, ਵਨ ਮੋਰ ਟ੍ਰਾਇੰਗਲ, ਸਪੈਸ਼ਲ ਟ੍ਰਾਇੰਗਲ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਇਹ ਆਹ ਵਾਲੀ ਟ੍ਰਾਇੰਗਲ ਦਾ ਤੁਸੀਂ ਯਾਦ ਰੱਖਿਓ ਬਸ, ਐਂਗਲ ਦੇ ਫਿਰ ਕੀ ਰੇਸ਼ੋ ਤੁਸੀਂ ਆਪਣੇ ਆਪ ਬਣਾ ਲਓਗੇ। ਇਹ ਅਸੀਂ ਜ਼ਿਆਦਾਤਰ ਫਿਜ਼ਿਕਸ 'ਚ ਨਾ ਯੂਜ਼ ਕਰਦੇ ਹਾਂ ਕਿਉਂਕਿ ਇਹਦੇ ਨਾਲ ਕੈਲਕੂਲੇਸ਼ਨ ਸੌਖੀ ਹੋ ਜਾਂਦੀ ਹੈ। ਸੋ ਬੱਚੇ ਨੂੰ ਕਨਸੈਪਟ ਦਾ ਸਿਖਾਉਣਾ ਜਿਵੇਂ ਆਸਾਨ ਹੋ ਜਾਂਦਾ ਵਾ, ਆਨਸਰ ਜਲਦੀ ਆ ਜਾਂਦਾ ਕਿਉਂਕਿ ਜੇ ਰੂਟ ਇਨਵੋਲਵ ਨਹੀਂ ਹੁੰਦੇ, ਉਹਨਾਂ 'ਚ ਰੂਟ ਬਹੁਤ ਇਨਵੋਲਵ ਹੈ, ਰੂਟ 3 ਰੂਟ 2, ਤਾਂ ਕਰਕੇ ਇਹ 'ਚ ਕੀ ਹੁੰਦਾ, ਜੇ ਮੰਨ ਲਓ ਕੋਈ ਟ੍ਰਾਇੰਗਲ ਹੋਵੇ, ਇੱਥੇ ਆ ਐਂਗਲ ਹੈ, ਜੇ ਇਹਦਾ ਪਰਪੈਂਡੀਕੂਲਰ 3 ਲੈ ਲਈਏ, ਬੇਸ 4 ਲੈ ਲਈਏ, ਤਾਂ ਆ ਤਾਂ ਪਾਇਥਾਗੋਰਸ 5 ਆ ਜਾਏਗਾ ਨਾ। Yes, sir. ਤਾਂ 3 ਦੇ ਸਾਹਮਣੇ ਵਾਲਾ ਜਿਹੜਾ ਐਂਗਲ ਹੁੰਦਾ ਹਮੇਸ਼ਾ ਯਾਦ ਰੱਖਿਓ ਉਹ 37 ਡਿਗਰੀ ਹੁੰਦਾ ਹੈ। ਵੈਸੇ 36 ਪੁਆਇੰਟ ਸਮਥਿੰਗ ਕੁਝ ਆਏਗਾ, ਪਰ 37 ਲੈ ਲੈਣੇ ਅਸੀਂ ਕੈਲਕੂਲੇਸ਼ਨ ਸੌਖੀ ਕਰਨ ਦੀ। ਤੇ ਜੇ ਆ 37 ਹੈ, ਆ 90 ਹੈ, ਤਾਂ ਤੁਹਾਨੂੰ ਪਤਾ ਹੈ ਕਿ ਉੱਪਰਲਾ ਐਂਗਲ ਕਿੰਨਾ ਆਏਗਾ, 50 ਨਹੀਂ 53 sir. 90 ਹੋਏਗਾ ਨਾ ਇਹਨਾਂ ਦੋਨਾਂ ਸਮ, ਟੋਟਲ ਸਮ 180 ਹੁੰਦਾ ਹੈ। yes तो sir इत्थों तुसीं देख सकते हो कि जे मैंने कोई पूछे हुण sin of 37 डिग्री कितना है, 30 नहीं है इन्होंने 45 है, sin 37 डिग्री इत्थों देखो आ 37 डिग्री है, तो ਇਹਦੇ ਲਈ ਇਸ ਦੇ ਲਈ ਹੁਣ ਤੁਹਾਡਾ ਪਰਪੈਂਡੀਕੂਲਰ ਇਹ ਹੈ ਨਾ, yes sir ਤਾਂ ਤੁਹਾਡਾ ਕੀ ਆਏਗਾ ਆਨਸਰ, 3 by 5 3 by 5. ਯੈਸ 3 by 5। ਜੇ ਮੈਨੂੰ ਕੋਈ ਪੁੱਛ ਲਏਗਾ ਨਹੀਂ cos 37 डिग्री 4 by 5 4 by 5. ਜੇ ਕੋਈ ਮੈਨੂੰ ਪੁੱਛ ਲੈ tan 37 डिग्री 3 by 3 4 by 4. ਵੈਰੀ ਗੁੱਡ। ਬਿਲਕੁਲ ਇਸੇ ਤਰ੍ਹਾਂ ਤੁਸੀਂ ਚਾਹੋ ਤਾਂ 53 ਦੇ ਲਈ ਵੀ ਕਰ ਸਕਦੇ ਹੋ, ਤਾਂ sin of 53 डिग्री ਕੀ ਹੋਏਗਾ, ਯਾਦ ਰੱਖਣਾ ਇਹਦੇ ਲਈ perpendicular ਹੈ 4 by 5 4 by 5 ਆ ਜਾਏਗਾ। ਤੇ cos of 53 डिग्री ਕੀ ਹੋਏਗਾ, 3 by by 5 5. ਬਸ ਫਿਰ ਤੁਹਾਨੂੰ ਪਤਾ ਹੀ ਹੈ tan of 53 डिग्री ਕਿੰਨਾ ਹੋਏਗਾ, 4 by 3 4 by 3. ਸਿੰਪਲ ਜੀ ਗੱਲ ਹੈ। ਆਹ ਵਾਲੀ ਟ੍ਰਾਇੰਗਲ ਸਾਰੇ ਜਣੇ ਯਾਦ ਰੱਖਣਾ ਦਿਮਾਗ ਵਿੱਚ, ਤੇ ਜਿਹੜੇ Sir, ਟੀਚਰ ਦੀ ਲੋੜ ਰਾਈਟ ਐਂਗਲ ਵੀ ਲੈ ਸਕਦੇ ਹਾਂ ਹਾਂਜੀ ਸਰ, ਜਿਵੇਂ ਆਪਾਂ ਨੇ ਟ੍ਰਿਗਨੋਮੈਟ੍ਰਿਕ ਰੇਸ਼ੋ ਕੱਢੀਆਂ ਨੇ ਅਕਿਊਟ ਹਾਂ। ਐਂਗਲਸ ਦੀ, ਉਵੇਂ ਰਾਈਟ ਐਂਗਲ ਦੀ ਵੀ ਕੱਢ ਸਕਦੇ ਹਾਂ। ਇਹਦੀ ਵੀ ਕੱਢ ਸਕਦੇ ਆ, ਪਰ ਉਹਨੂੰ ਟ੍ਰਾਇੰਗਲ ਨੂੰ ਡਰਾ ਨਹੀਂ ਕਰ ਪਾਵਾਂਗੇ ਆਪਾਂ। ਮੈਂ ਤੁਹਾਨੂੰ ਦਿਖਾਣਾ, ਬੜਾ ਇੰਟਰਸਟਿੰਗ ਹੈ ਕਿ ਜਿਵੇਂ ਆਪਾਂ ਕਹਿ ਤਾਂ ਦਿੰਦੇ ਆ ਨਾ sin of 90 डिग्री ਤੁਸੀਂ ਲਿਖਦੇ ਹੋ ਨਾ 1, yes sir ਵੈਸੇ ਸਾਈਨ ਹੁੰਦਾ ਪਰਪੈਂਡੀਕੂਲਰ ਅਪਨ ਹਾਈਪੋਟੇਨਿਊਜ਼ ਹੀ ਹੈ, ਪਰ 90 डिग्री ਜੇ ਇੱਕ ਇਹ ਐਂਗਲ 90 ਹੋ ਜਾਊਗਾ, ਆ ਤਾਂ 90 ਹੋਣਾ ਹੀ ਹੈ ਹਨਾ, ਇਹ ਤਾਂ ਰਾਈਟ ਐਂਗਲ ਟ੍ਰਾਇੰਗਲ ਵਿੱਚ ਹੀ ਕੰਮ ਕਰ ਸਕਦੇ ਆਪਾਂ। Yes, ਆ sir. ਵੀ 90 ਹੋ ਗਿਆ, ਤਾਂ ਆ ਉੱਪਰਲਾ ਐਂਗਲ ਕਿੰਨਾ ਹੋ ਜਾਊਗਾ ਦੱਸੋ, sir ਬਣਨਾ ਬਣੂਗਾ ਹੀ ਨਹੀਂ। ਸਰ ਬਣੇਗਾ ਹੀ ਨਹੀਂ। ਹਾਂਜੀ ਬੇਸਿਕਲੀ ਕੀ ਹੋਊਗਾ ਮੈਂ ਤੁਹਾਨੂੰ ਦਿਖਾਣਾ, ਦੇਖੋ ਬੜਾ ਇੰਟਰਸਟਿੰਗ ਹੈ। ਜਿਹੜਾ ਬੱਚੇ ਨੇ ਸਵਾਲ ਪੁੱਛਿਆ ਬੜਾ ਵਧੀਆ ਸਵਾਲ ਹੈ, ਇਸ ਤਰ੍ਹਾਂ ਹੀ ਸੋਚਣਾ ਹੁੰਦਾ ਵਾ। ਮੰਨ ਲਓ ਆ ਦੇਖੋ, ਆ ਆਪਣੇ ਕੋਲ ਇੱਕ ਸਾਈਡ ਡਰਾ ਕਰਤੀ, ਤੇ ਮੈਨੂੰ ਐਂਗਲ ਜੇ ਮੈਂ ਇੰਨਾ ਡਰਾ ਕਰਦਾ ਮੰਨ ਲਓ ਹਨਾ, ਤਾਂ ਤੁਹਾਨੂੰ ਪਤਾ ਪਰਪੈਂਡੀਕੂਲਰ ਡ੍ਰੌਪ ਕਰਦਾ ਫਿਰ ਇੱਥੋਂ, ਇਹ ਇੰਨਾ ਕਰ ਦਵਾਂ, ਨਹੀਂ ਥੋੜਾ ਹੋਰ ਵਧਾ ਦਿੰਦੇ ਆ, ਚਲੋ ਥੋੜਾ ਹੋਰ ਵਧਾ ਦਿੰਦੇ ਆ, ਇਹ ਕਰਦੇ ਕਰਦੇ ਮੈਂ ਇਹਨੂੰ ਐ ਕਰਦਾ 89 ਦੇ ਲਈ ਗੱਲ ਕਰਦਾ, ਬਾਕੀ ਬਾਤ ਸਮਝਾਣਾ, ਠੀਕ ਹੈ। ਯਾਨੀ ਅਕਿਊਟ ਰੱਖਦਾ 89 ਐਂਗਲ ਹੋ ਗਿਆ, ਠੀਕ ਹੈ ਗੱਲ, ਇਹ ਸਮਝ ਲੱਗ ਗਈ ਗੱਲ ਬੱਚੇ। yes sir Yes, ਜੇ sir. ਮੈਂ ਪਰਪੈਂਡੀਕੂਲਰ ਡ੍ਰੌਪ ਕਰਾਂਗਾ ਨਾ, ਦੇਖੋ ਕੀ ਸਿਆਪਾ ਹੋਣਾ ਇੱਥੋਂ ਪਰਪੈਂਡੀਕੂਲਰ ਡ੍ਰੌਪ ਕਰਦਾ ਮੈਂ, ਐ ਆ ਗਿਆ यस सर ਹਨਾ, ਤਾਂ ਪਰਪੈਂਡੀਕੂਲਰ ਤੁਹਾਡਾ ਆਹ ਵਾਲਾ ਹੋ ਗਿਆ ਨਾ, ਜੋ ਰੈੱਡ ਕਲਰ ਦਾ ਡ੍ਰੌਪ ਕੀਤਾ, yes sir Yes, sir. yes ਬਲੈਕ ਕਲਰ ਵਾਲਾ ਕੀ ਹੈ, 89 degree. hypotenuse Hypotenuse. ਬੇਸ ਕਿੰਨਾ ਕੁ ਰਹਿ ਗਿਆ, ਦੇਖੋ ਛੋਟਾ ਜਿਹਾ ਰਹਿ ਗਿਆ ਨਾ ਬੇਸ, yes ਹਨਾ? sir Yes, sir. yes ਇਹ sir ਮੈਨੂੰ yes sir 89 ਸਮਝ ਨਹੀਂ ਆਈ ਗੱਲ। ਨਹੀਂ ਦੇਖੋ ਨਾ, ਮੈਂ ਅੱਜ ਮੈਂ ਆਪਾਂ ਹੁਣੀ ਕਰ ਰਹੇ ਸੀ ਨਾ ਆਹ ਵਾਲੀ ਗੱਲ, ਦੇਖੋ ਵਧੀਆ ਹੈਗਾ, ਤੁਸੀਂ ਇੱਥੇ ਹੀ ਐਂ ਹੀ ਰੋਕ ਦੇਣਾ, ਮੈਨੂੰ ਜਦੋਂ ਸਮਝ ਨਹੀਂ ਆਈ ਉੱਥੇ ਹੀ ਪੁੱਛ ਲੈਣਾ ਹਮੇਸ਼ਾ। ਦੇਖੋ ਆਹ ਗੱਲ ਆਪਾਂ ਕਰ ਰਹੇ ਸੀ ਨਾ, ਇੱਥੇ ਪਰਪੈਂਡੀਕੂਲਰ ਡ੍ਰੌਪ ਕਰ ਰਹੇ ਸੀ ਨਾ ਕਿਤੋਂ ਵੀ, ਆਪਾਂ ਆਹ ਵਾਲੀ ਲਾਈਨ ਵੀ ਮੰਨ ਲਓ ਕੋਈ ਪਰਟੀਕੂਲਰ ਇੱਥੇ ਤੱਕ ਲੈਂਥ ਲੈ ਲਈ ਆਪਾਂ ਹਨਾ, ਇਹਨੂੰ ਹੁਣ ਆਪਾਂ ਇਹਨੂੰ ਜਿਵੇਂ ਦੇਖੋ ਇੱਥੇ ਆਪਾਂ ਕਰਾਂਗੇ ਤਾਂ ਐਂਗਲ ਵਧੂਗਾ ਨਾ, ਆ ਥੀਟਾ ਜਿਹੜਾ ਐ ਵਧੂਗਾ ਨਾ, ਹਾਂਜੀ ਹਾਂ। ਸਰ ਠੀਕ ਹੈ। yes sir ਮੈਂ ਕਹਿ ਰਿਹਾ ਥੀਟਾ ਕੋਈ ਵੀ ਅਕਿਊਟ ਐਂਗਲ ਲਿਆ, ਮੈਂ ਪਹਿਲਾਂ ਅਕਿਊਟ ਕਿਹਾ ਸੀ ਨਾ ਤੁਹਾਨੂੰ, yes sir ਹੁਣ ਮੈਂ ਇਹ ਕਹਿ ਰਿਹਾ ਵਾਂ ਕਿ ਜੇ ਜਿਹੜਾ ਐਂਗਲ ਹੈ ਤੁਹਾਡਾ ਇਹ ਅਕਿਊਟ ਇਸ ਤਰ੍ਹਾਂ ਹੋਵੇ, ਮੈਂ ਜਿਵੇਂ ਮੈਂ ਇੱਥੋਂ ਆਈ ਸਮਝਾ ਰਿਹਾ ਤੁਹਾਨੂੰ, ਦੇਖੋ ਜੇ ਇਹ ਇਸ ਤਰ੍ਹਾਂ ਐਂਗਲ ਕਰਦੇ ਕਰਦੇ ਅਕਿਊਟ ਵਧਾਉਂਦੇ ਮੰਨ ਲਓ 89 ਡਿਗਰੀ ਲੈ ਲਿਆ ਮੈਂ ਇੱਥੇ, 89 ਡਿਗਰੀ ਨਾਲ ਬੇਸਿਕਲੀ ਐਂਗਲ ਕਿਹੜਾ ਆ ਹੋਇਆ ਨਾ 89 ਡਿਗਰੀ, ਆਹ ਲਾ ਦੇਖੋ ਛੋਟਾ ਜਿਹਾ,
Yes, sir. ਉੱਪਰਲਾ ਐਂਗਲ ਕਿੰਨਾ ਹੋਗਾ ਦੱਸੋ ਮੈਨੂੰ। 1 degree 1 1 degree. degree 1 degree ਹੁਣ ਮੈਂ ਪੁੱਛ ਰਿਹਾ ਕਿ ਜੇ ਮੈਨੂੰ ਕੋਈ ਪੁੱਛੇ sin of 89 ਡਿਗਰੀ ਕਿੰਨਾ ਹੋਏਗਾ, ਤਾਂ ਆਪ ਰੈਡ ਕਲਰ ਵਾਲਾ ਜਿਹੜਾ ਪਰਪੈਂਡੀਕੂਲਰ ਹੈ P1H. ਉਹੀ ਕਰਾਂਗੇ ਨਾ ਆਪਾਂ। Yes, sir. ਸੋਚ ਕੇ ਦੇਖੋ, ਜੇ ਤੁਸੀਂ 89 ਡਿਗਰੀ ਨੂੰ ਵਧਾ ਕੇ ਸੋਚੋ ਕਿ ਜੇ ਇਹਨੂੰ 89 ਤੋਂ ਵੀ ਵਧਾ ਕੇ ਥੋੜਾ ਜਿਹਾ ਹੋਰ 89.5 ਕਰਾਂ ਜਾਂ 90 ਕਰ ਦੇਵਾਂ, ਤਾਂ ਤੁਹਾਡਾ P ਤੇ H ਬਿਲਕੁਲ ਬਰਾਬਰ ਇੱਕ ਦੂਜੇ ਨੂੰ ਜੱਫੀ ਨਹੀਂ ਪਾ ਲੈਣਗੇ। ਦੇਖੋ Yes, ਬਣ ਜਾਣਗੇ। yes Yes, sir sir. yes sir ਤੇ ਬੇਸ ਦਾ ਕੀ ਬਣੂਗਾ? 0 degree. 0. space 0 ਹਾਂ, ਮਤਲਬ ਕਿ ਉਹ ਟ੍ਰਾਇੰਗਲ ਵਰਗੀ ਸਰ ਇਹ ਜੋ ਤਾਂ triangle- ਕੁਆਡਰੀਲੇਟਰਲ ਨਹੀਂ ਬਣ ਜੂ ਫਿਰ। ਨਹੀਂ, ਫਿਰ ਤਾਂ ਟ੍ਰਾਇੰਗਲ ਡਰਾ ਹੀ ਨਹੀਂ ਹੋ ਪਾਏਗੀ ਨਾ, ਇੱਕ ਸਟ੍ਰੇਟ ਲਾਈਨ ਵਰਗੀ ਹੋ ਜਾਏਗੀ ਨਾ ਉਹ। Yes, P ਤੇ sir. H ਸੇਮ ਹੋ ਜਾਣਗੇ ਤੇ ਬੇਸ ਤੁਹਾਡਾ ਖਤਮ ਹੀ ਹੋ ਜਾਏਗਾ ਕਿ ਨਹੀਂ? Yes, Yes, sir. Yes, sir. ਮੈਂ ਲੱਗੀ ਗੱਲ। Yes, sir. ਤੇ ਜੇ P ਤੇ H ਬਰਾਬਰ ਹੀ ਹੋ ਗਏ ਤਾਂ ਤੁਹਾਡਾ sin of 90 ਡਿਗਰੀ, ਕਿਉਂਕਿ ਆ 90 ਕਰਤਾ ਹੁਣ ਮੈਂ, ਕਿੰਨਾ ਆ ਗਿਆ? P ਬਟਾ H, ਤੇ ਇਹ ਬਰਾਬਰ ਹੀ ਹੋ ਗਏ ਤਾਂ ਫਿਰ ਬੇਸਿਕਲੀ 1 ਹੀ ਆ ਗਿਆ। Yes, Yes, sir. sir. Yes, sir. ਤੇ ਜਦੋਂ ਤੁਸੀਂ cos 90 ਕਰਨ ਲੱਗੋਗੇ, ਬੇਸ ਤਾਂ ਤੁਹਾਡਾ 0 ਹੀ ਹੋ ਚੁੱਕਿਆ ਵਾ। Yes, Yes. sir. ਇਸ ਲਈ cos 90 0 ਹੁੰਦਾ, ਇਸ ਲਈ sin 91 ਹੁੰਦਾ। ਤੇ ਆਪਾਂ ਪਤਾ ਕਰ ਸਕਦੇ ਆ, ਦੇਖੋ ਲਿਖਿਆ ਨਾ sin 91 cos 90 0। ਕਿੰਨਾ ਇੰਟਰਸਟਿੰਗ ਹੈ, ਸੋਚੋ ਉਹਨੂੰ ਐ ਕਰਦੇ ਬੇਸਿਕਲੀ ਹੁੰਦਾ ਹੀ ਇਸ ਤਰ੍ਹਾਂ ਆ। ਹੁਣ ਸਮਝ ਆ ਗਈ ਬੱਚੇ ਜੋ ਪੁੱਛ ਰਹੇ ਸੀ? Yes, sir. Thank you. ਸੋ ਆਪਾਂ ਇਹ ਸੋਚਦੇ ਹਾਂ ਕਿ 90 ਡਿਗਰੀ ਲਈ ਆਪਾਂ ਹੁਣ ਉਹ ਵਾਲਾ ਥੀਟਾ 90 ਕਰਕੇ ਤਾਂ ਦੇਖੀਏ, ਆਹ ਵਾਲਾ ਥੀਟਾ ਜੇ ਇਹਨੂੰ 90 ਕਰਨ ਤੇ ਆਓਗੇ, ਇਹਨੂੰ ਚੱਕ ਕੇ ਇਹ ਉੱਪਰ ਲੈ ਜਾਣਾ ਪੈਣਾ ਉੱਪਰ। ਫਿਰ ਤੁਹਾਡੇ ਜਿਹੜੇ ਪਰਪੈਂਡੀਕੂਲਰ ਡ੍ਰੌਪ ਕਰੋਗੇ, ਕਿਤੇ ਵੀ ਡ੍ਰੌਪ ਕਰ ਲਓ, ਉਹ ਤੁਹਾਡੇ ਫਿਰ H ਦੇ ਬਰਾਬਰ ਹੀ ਹੋ ਜਾਣਗੇ। ਇਹ ਗੱਲ ਹੋ ਗਈ ਆਪਣੀ 90 ਡਿਗਰੀ ਵਾਲਿਆਂ ਦੇ ਲਈ। ਤੇ ਇਹ ਹੁਣ ਜੇ ਹੈ ਕਿ ਗੱਲ ਇਹ ਹੈ ਕਿ ਜੇ 90 ਡਿਗਰੀ ਤੋਂ ਵੀ ਜ਼ਿਆਦਾ ਹੋ ਜਾਏ ਫਿਰ ਕੀ ਕਰੂਗਾ ਬੰਦਾ? ਫਿਰ ਥੋੜਾ ਸੋਚਣ ਵਾਲੀ ਗੱਲ ਹੁੰਦੀ ਹੈ ਕਿ ਆਪਾਂ ਫਿਰ ਐਂਗਲਸ ਨੂੰ ਕਿਵੇਂ ਡਿਫਾਈਨ ਕੀਤਾ ਆ, ਕਿਹੜੀ ਕਨਵੈਨਸ਼ਨਸ ਨੂੰ ਯੂਜ਼ ਕੀਤਾ ਆ। ਤੇ ਜੇ ਆ ਸਿੱਖ ਲਓਗੇ ਤਾਂ ਹੀ ਵੈਕਟਰ ਸਮਝ ਆਣਗੇ, ਇਸ ਲਈ ਬਹੁਤ ਚੰਗੀ ਤਰ੍ਹਾਂ ਸਮਝਿਓ ਗੱਲ ਨੂੰ। ਮੰਨ ਲਓ ਥੀਟਾ ਤੁਹਾਡਾ, ਜੋ ਹਾਂਜੀ ਬੋਲੋ। ਸਰ ਜੋ ਆਬਟਿਊਸ ਐਂਗਲ ਹੁੰਦੇ ਨੇ, ਜਿਵੇਂ ਆਪਾਂ sin 120 ਵੀ ਲੈਣੇ ਆ ਹਾਂ ਸਰ, ਬਿਲਕੁਲ, ਫਿਰ ਉਸ ਨਾਲ ਤਾਂ ਰਾਈਟ ਐਂਗਲ ਟ੍ਰਾਇੰਗਲ ਡਰਾ ਨਹੀਂ ਹੋ ਸਕਦਾ। ਤਾਂ ਹੀ ਤਾਂ ਸਮਝਾਉਣ ਜਾ ਰਿਹਾ ਇਹ ਗੱਲ। ਦੇਖੋ ਥੀਟਾ 90 ਤੋਂ ਵੱਧ ਲੈ ਲਿਆ, ਹੁਣ ਮੈਂ ਸਮਝਾਉਣ ਜਾ ਰਿਹਾ ਕਿਵੇਂ ਕਰਾਂਗੇ ਫਿਰ ਆਪਾਂ, ਹਨਾ? ਫਿਰ ਆਪਾਂ ਸੋਚੀਏ ਇਹਨੂੰ ਕਿਵੇਂ ਕਰਾਂਗੇ, ਹਨਾ? Yes, sir. ਦੇਖੋ ਇਹਨੂੰ ਸੋਚਣ ਲਈ ਆਪਾਂ ਕਈ ਤਰੀਕੇ ਨੇ ਇਹਨੂੰ ਸਮਝਣ ਦੇ। ਮੈਂ ਤੁਹਾਨੂੰ ਬਿਲਕੁਲ ਦੇਸੀ ਆ ਸਿੱਧਾ ਤਰੀਕਾ ਦੱਸਦਾ ਹਾਂ ਕਿ ਕਿਉਂਕਿ ਤੁਹਾਨੂੰ ਇਹਦਾ ਪ੍ਰੂਫ ਵਗੈਰਾ ਨਹੀਂ ਆਏਗਾ, ਤੁਹਾਨੂੰ ਬਸ ਇਹ ਕਰਨਾ ਆਉਣਾ ਚਾਹੀਦਾ ਕੰਮ, ਪਰ ਮੈਂ ਤੁਹਾਨੂੰ ਫਿਰ ਕਨਵਿੰਸ ਕਰਨ ਲਈ ਇਸ ਤਰ੍ਹਾਂ ਲੈ ਕੇ ਜਾਣਾ। ਮੰਨ ਲਓ ਆ ਐਕਸ ਐਕਸਿਸ ਹੈ ਤੇ ਆ ਵਾਈ ਐਕਸਿਸ ਹੈ, ਤੇ ਇੱਥੇ ਆਪਾਂ ਗੱਲ ਕਰ ਰਹੇ ਸੀ, ਇਹਨੂੰ 0 ਐਂਗਲ ਮੰਨਿਆ ਹੋਇਆ ਇਸ ਜਗ੍ਹਾ ਤੇ ਆਪਾਂ, ਹਨਾ? ਐਕਸ ਐਕਸਿਸ ਵਾਲੇ ਪਾਸੇ Yes, sir. ਆ 0 ਪੋਜੀਸ਼ਨ ਹੈ। ਇੱਕ ਤੁਹਾਡੀ ਜਿਹੜੀ ਲਾਈਨ ਰੋਟੇਟ ਕਰ ਰਹੀ ਹੈ, ਸਮਝ ਲਓ ਕਿ ਕੋਈ ਵੀ ਲਾਈਨ ਹੈ, ਉਹ ਲਾਈਨ ਰੋਟੇਟ ਕਰੇ, ਉਹ ਕਿੰਨੀ ਮਰਜ਼ੀ ਲੈਂਥ ਦੀ ਰਹੋ, ਫਰਕ ਨਹੀਂ ਪੈਂਦਾ, ਕਿਉਂਕਿ ਤੁਹਾਨੂੰ ਪਤਾ ਲੈਂਥ ਚਾਹੇ ਦੂਰ ਲੈ ਲਓ ਨੇੜੇ ਲੈ ਲਓ, P/H ਉਹਦੇ ਫਰਕ ਥੋੜੀ ਪਏਗਾ ਕੋਈ, ਹਨਾ? ਪਤਾ ਨਾ ਤੁਹਾਨੂੰ, ਛੋਟੇ ਕਰੋ ਵੱਡਾ ਕਰੋ ਜੋ ਮਰਜ਼ੀ। Yes, ਆਪਾਂ ਕਹਿੰਦੇ ਜੇ ਇਹਨੂੰ ਅਕਿਊਟ ਲੈਣੇ ਆ ਇਸ ਜਗ੍ਹਾ ਤੇ ਕਿਤੇ, ਤਾਂ ਆਹ ਜਿਹੜੀ ਲਾਈਨ ਹੈ ਇਹ ਹਾਈਪੋਟੇਨਿਊਜ਼ ਹੈ। ਯਾਦ ਰੱਖੋ ਇਹ ਤਾਂ ਲੈਂਥ ਇਹਦੀ ਪੋਜ਼ਿਟਿਵ ਹੀ ਲਈ ਜਾਏਗੀ ਹਮੇਸ਼ਾ, ਕਿਉਂਕਿ ਹਾਈਪੋਟੇਨਿਊਜ਼ ਜਿਹੜਾ ਇਹ ਬੇਸ ਤੇ ਇਹਦੇ ਸਕੁਅਰ ਦਾ ਰੂਟ ਹੋਏਗਾ, ਠੀਕ ਹੈ? ਪੋਜ਼ਿਟਿਵ ਰੂਟ ਇਹਦੀ ਲੈਂਥ। Yes, sir. ਜਦੋਂ ਤੁਸੀਂ ਇੱਥੇ ਪਰਪੈਂਡੀਕੂਲਰ ਡ੍ਰੌਪ ਕਰੋਗੇ ਨਾ ਇਸ ਤਰ੍ਹਾਂ, ਤਾਂ ਜਿਹੜਾ ਇਹਦਾ ਬੇਸ ਹੈ, ਦੇਖੋ ਬੇਸ ਹੋਏਗਾ ਆ ਵਾਲਾ, ਤੇ ਬੇਸ ਤੁਹਾਡਾ ਪੋਜ਼ਿਟਿਵ ਐਕਸ ਐਕਸਿਸ ਵਾਲੇ ਪਾਸੇ ਹੈ ਨਾ? ਯੈਸ ਸਰ। ਇਧਰਲੇ ਪਾਸੇ ਪੋਜ਼ਿਟਿਵ ਹੋਏਗਾ ਕਿ ਨਹੀਂ ਦੱਸੋ? Yes, Yes, sir. sir. ਪਰਪੈਂਡੀਕੂਲਰ ਤੁਹਾਡਾ ਪੋਜ਼ਿਟਿਵ ਵਾਈ ਉੱਪਰ ਨੂੰ ਆਪਾਂ ਡਿਸਟੈਂਸ ਪੋਜ਼ਿਟਿਵ ਲੈਣੇ ਨਾ, Yes, sir. Yes, sir. Yes, ਤੇ sir. ਹਾਈਪੋਟੇਨਿਊਜ਼ ਦਾ ਹਮੇਸ਼ਾ ਹੀ ਪੋਜ਼ਿਟਿਵ ਲੈਣਾ ਆ। ਮਤਲਬ ਤੁਹਾਡੇ ਤਿੰਨੋਂ ਸਾਈਡਸ ਪੋਜ਼ਿਟਿਵ ਆਣਗੀਆਂ, ਤੇ ਜਦੋਂ ਤਿੰਨੋਂ ਸਾਈਡਸ ਪੋਜ਼ਿਟਿਵ ਆਣਗੀਆਂ ਤਾਂ ਆ ਸਾਰੇ ਟੀ ਰੇਸ਼ੋਜ਼ ਕੀ ਆਣਗੇ? ਪੋਜ਼ਿਟਿਵ ਆਣਗੇ। ਗੱਲ ਕਲੀਅਰ? Yes, sir. ਇਸ ਲਈ ਸਾਰਿਆਂ ਦੀ ਵੈਲਿਊ ਦੇਖੋ ਕਿਤੇ ਨੈਗੇਟਿਵ ਨਹੀਂ ਆਉਂਦੀ। ਤੁਸੀਂ ਪੂਰੀ 10th ਕਲਾਸ ਪੜਿਆ, ਨੈਗੇਟਿਵ ਨਹੀਂ ਲੈਂਦੇ ਵੈਲਿਊ ਕਿਤੇ। Yes, sir. ਪਰ ਅਗਰ ਇਹੀ ਤੁਹਾਡਾ ਘੁੰਮ ਕੇ 120 ਡਿਗਰੀ ਵਾਲੀ ਐਗਜ਼ਾਮਪਲ ਲੈਣੇ ਬੱਚੇ ਨੇ ਜੋ ਕਿਹਾ, ਐ ਘੁੰਮ ਕੇ ਇਸ ਤਰ੍ਹਾਂ ਇੱਧਰ ਆ ਗਿਆ, ਠੀਕ ਹੈ? ਜਦੋਂ ਇੱਧਰ ਆ ਗਿਆ ਤਾਂ ਬੇਸਿਕਲੀ ਤੁਹਾਡਾ 120 ਡਿਗਰੀ ਆ ਬਣ ਗਿਆ ਨਾ। ਹਾਂਜੀ। Yes, ਤੇ sir. ਫਿਰ ਨਾ ਕਾਫੀ ਚੀਜ਼ਾਂ ਨੂੰ ਲੈ ਕੇ ਹੋ ਜਾਂਦਾ ਕਿ ਆਪਾਂ ਦਾ ਕੀ ਕਰਨਾ, ਇਹਦੇ ਟਿਪ ਤੋਂ ਪਰਪੈਂਡੀਕੂਲਰ ਡ੍ਰੌਪ ਕਰਨਾ ਹੁੰਦਾ ਨਾ ਐਕਸ ਐਕਸਿਸ ਤੇ। Yes, sir. ਆਪਾਂ ਇਹਦੇ ਟਿਪ ਤੋਂ ਹੀ ਪਰਪੈਂਡੀਕੂਲਰ ਡ੍ਰੌਪ ਕਰਾਂਗੇ ਹਜੇ ਵੀ ਇਸ ਤਰ੍ਹਾਂ। ਚਲੋ 60 ਡਿਗਰੀ ਹੋ ਜਾਊਗਾ ਐਂਗਲ। ਤੇ ਹੁਣ ਆਪਣਾ ਜਿਹੜਾ ਕਿਹੜਾ ਨਹੀਂ ਆ 60 ਡਿਗਰੀ ਹੋਊਗਾ। ਹਾਂ ਬਿਲਕੁਲ ਠੀਕ ਹੈ, ਬਿਲਕੁਲ ਕਰੈਕਟ ਹੈ, ਠੀਕ ਹੈ? ਆ ਜਿਹੜਾ ਪਰਪੈਂਡੀਕੂਲਰ ਡ੍ਰੌਪ ਕਰ, ਪਰ ਜੀ ਗੱਲ ਦਾ ਖਿਆਲ ਰੱਖਣਾ ਹੈ ਕਿਉਂਕਿ ਆਪਾਂ ਇੱਥੋਂ ਲੈ ਰਹੇ ਹਾਂ 120 ਡਿਗਰੀ ਨਾ ਟੋਟਲ, ਤਾਂ ਇਹਦੇ ਲਈ ਆ ਜਿਹੜਾ ਪਰਪੈਂਡੀਕੂਲਰ ਹੈ ਇਹ ਹਲੇ ਵੀ ਪੋਜ਼ਿਟਿਵ ਹੋਊਗਾ ਨਾ?
Yes, sir. Yes, Yes, sir. sir. Yes, sir. ਤੇ ਹਾਈਪੋਟੇਨਿਊਸ ਤੇ ਕਦੀ ਨੈਗੇਟਿਵ ਹੋ ਹੀ ਨਹੀਂ ਸਕਦਾ। ਪਰ ਇੱਕ ਪ੍ਰੋਬਲਮ ਆ ਗਈ ਹੈ ਕਿ ਜਿਹੜਾ ਆਹ ਵਾਲਾ ਇਹਦਾ Base ਬੇਸ ਹੈ ਨਾ, ਇਹ Base ਨੈਗੇਟਿਵ negative ਐਕਸ ਐਕਸਿਸ ਵਾਲੇ ਪਾਸੇ ਆ ਗਿਆ, Base ਘੁੰਮ ਕੇ ਇੱਧਰ ਆ ਗਿਆ ਨਾ, ਤਾਂ ਇਹ Yes, ਲਿਆ sir. ਜਾਊਗਾ ਨੈਗੇਟਿਵ। Negative. ਹੁਣ ਗੱਲ ਇਹ ਆ ਕਿ ਇੱਥੇ ਜਿਹੜਾ ਬੇਸ ਹੈ ਆਪਣਾ ਉਹ ਆ ਗਿਆ ਤੁਹਾਡਾ ਨੈਗੇਟਿਵ, ਠੀਕ ਹੈ। ਤੇ ਜੇ ਬੇਸ ਨੈਗੇਟਿਵ ਆ ਗਿਆ ਤਾਂ ਤੁਹਾਡਾ ਬੇਸ ਜਿੱਥੇ ਵਰਤਿਆ ਜਾਂਦਾ b/h ਤੇ h/b, ਇੱਕ ਤਾਂ ਨੈਗੇਟਿਵ ਹੋਣਗੇ, ਫਿਰ p/h ਸਰ p/b ਤੇ b/p ਆ ਵੀ ਨੈਗੇਟਿਵ ਹੋਣਗੇ। ਇਹ ਸਾਰੇ d ਨੈਗੇਟਿਵ ਹੋ ਜਾਣਗੇ ਨਾ। ਸਰ ਸਾਈਨ ਤੇ Yes. ਕੋਸੀਕੁਐਂਟ ਪੋਜ਼ਿਟਿਵ ਆਉਣਗੇ ਇਕੱਲੇ ਜੀ। ਐਗਜ਼ੈਕਟਲੀ, ਸਾਈਨ ਤੇ ਕੋਸਿਕੈਂਟ ਪੋਜ਼ਿਟਿਵ ਰਹਿ ਜਾਣਗੇ ਕਿਉਂਕਿ ਉਹ p ਤੇ h ਦੋਨੋਂ ਪੋਜ਼ਿਟਿਵ ਨੇ ਦੇਖੋ ਇੱਥੇ, ਹਨਾ। Yes, Yes, sir. ਤਾਂ ਇੱਥੇ ਸਾਈਨ ਤੇ ਕੋਸਿਕੈਂਟ ਜਿਹੜੇ ਨੇ ਉਹ ਦੋਨੋਂ ਪੋਜ਼ਿਟਿਵ ਰਹਿਣਗੇ, ਬਾਕੀ ਸਾਰੇ ਨੈਗੇਟਿਵ ਹੋ ਜਾਣਗੇ ਇਸ ਜਗ੍ਹਾ ਤੇ। ਬਾਕੀ ਮੈਂ ਦੱਸਦਾ ਤੁਹਾਨੂੰ ਕਲੀਅਰ ਵੈਲਿਊ ਕਿਵੇਂ ਕੈਲਕੂਲੇਟ ਕਰਨੀ ਹੈ, ਮੈਂ ਸਾਰੀ ਸਮਝਾਣਾ, ਤੁਸੀਂ ਸਬਰ ਨਾਲ ਬਸ ਮੇਰੀ ਗੱਲ ਪੂਰੀ ਸੁਣ ਲਓ ਇੱਕ ਵਾਰ। ਆ ਗੱਲ ਸਮਝ ਲੱਗੀ ਸਾਰਿਆਂ ਨੂੰ? ਹਾਂਜੀ Yes, sir. Yes, sir. Yes, sir. ਸਮਝ ਨਹੀਂ ਲੱਗਾ ਕੀ ਨਹੀਂ ਸਮਝ ਲੱਗਿਆ? ਸਰ, ਜਿੱਥੇ ਤੁਸੀਂ ਵੈਲਿਊਜ਼ ਦੱਸੀਆਂ ਕਿ ਸਾਈਨ ਤੇ ਕੋਸਿਕੈਂਟ ਦੀ ਪੋਜ਼ਿਟਿਵ ਹੋਊਗੀ। ਜੀ ਦੇਖੋ ਨਾ, ਸਾਈਨ ਕੀ ਹੁੰਦਾ, p/h ਹੁੰਦਾ ਨਾ, So yes. ਤੇ ਕੋਸਿਕੈਂਟ h/p ਹੁੰਦਾ ਨਾ। So yes. ਇਹਦੇ ਤੁਹਾਡਾ h ਵੀ ਪੋਜ਼ਿਟਿਵ ਹੈ ਤੇ p ਵੀ ਪੋਜ਼ਿਟਿਵ ਹੈ, So yes. ਤਾਂ ਕਰਕੇ ਉਹ ਪੋਜ਼ਿਟਿਵ ਰਹਿਣਗੇ। ਪਰ b ਨੈਗੇਟਿਵ ਹੈ, ਇਸ ਲਈ ਜਿੱਥੇ ਜਿੱਥੇ b ਆਂਦਾ, b ਬਾਕੀ ਚਾਰਾਂ 'ਚ ਆਂਦਾ ਹੈ ਇੱਕ ਵਾਰੀ, ਜਾਂ ਨਿਊਮਰੇਟਰ ਜਾਂ ਡਿਨੋਮੀਨੇਟਰ, ਤਾਂ ਬਾਕੀ ਸਾਰੇ ਥੀਟਾ ਨੈਗੇਟਿਵ ਹੋਣਗੇ। ਹੁਣ ਸਮਝ ਲੱਗੀ ਨਾ? ਠੀਕ ਹੈ ਸਰ। ਇਹੀ ਸੋਚ ਕੇ ਦੇਖੋ, ਬਿਲਕੁਲ ਇਸ ਤਰ੍ਹਾਂ ਹੀ। ਜੇ ਮੈਂ ਹੁਣ ਫਿਰ ਘੁਮਾਉਣ ਜਾ ਰਿਹਾ, ਇੱਥੇ ਦੇਖੋ, ਇੱਥੋਂ ਐ ਘੁੰਮ ਕੇ, ਹਾਂਜੀ ਹਾਂਜੀ ਬੋਲੋ। ਸਰ ਇੱਥੇ ਆਪਾਂ ਫਿਰ ਉਹਦੀ 120 ਦੀ ਵੈਲਿਊ ਤਾਂ ਨਹੀਂ ਕੱਢੀ, ਇੱਥੇ ਤਾਂ ਫਿਰ 60 ਦੀ ਵੈਲਿਊ ਨਹੀਂ ਆ ਗਈ। ਨਹੀਂ ਆਪਾਂ 120 ਦੀ ਕੱਢਾਂਗੇ। ਆਪਾਂ ਜੇ ਆਪਾਂ 60 ਲਵਾਂਗੇ ਤਾਂ ਫਿਰ ਤਾਂ ਆਪਾਂ ਇਹਦੇ ਵੇਲੇ ਇਸ ਸਿਸਟਮ 'ਚ ਕੰਮ ਹੀ ਨਹੀਂ ਕਰ ਰਹੇ, ਮਤਲਬ ਉਹ ਤਾਂ ਅਸੀਂ ਡਾਇਰੈਕਟਲੀ ਇੱਕ ਟ੍ਰਾਇੰਗਲ ਡਰਾ ਕਰ ਲਈ ਬਸ। ਫਿਰ ਤਾਂ ਆਪਾਂ ਜੇ ਉਹਦੇ 120 150 ਸਭ ਦੇਖਣਾ ਤਾਂ ਆਪਾਂ ਇਸੇ ਫਰੇਮ 'ਚ ਕੰਮ ਕਰਾਂਗੇ ਨਾ। ਤਾਂ ਇਸ ਫਰੇਮ 'ਚ ਆਪਣੇ ਲਈ 120 ਹੈ, ਆਪਾਂ ਬਸ ਪਰਪੈਂਡੀਕੂਲਰ ਡਰਾ ਕਰ, ਸਾਡਾ 120 ਹੋਣ ਕਰਕੇ ਬੇਸ ਨੈਗੇਟਿਵ ਹੋ ਗਿਆ। ਜਿਵੇਂ ਦੇਖੋ, ਜੇ ਇੱਥੇ ਸੀਗਾ ਤਾਂ ਬੇਸ ਪੋਜ਼ਿਟਿਵ ਸੀ ਨਾ, ਇੱਥੇ ਦੇਖੋ ਇੱਥੇ, ਹਾਂਜੀ ਸਰ। ਤੇ ਬੇਸ ਦੀ ਲੈਂਥ ਵੀ ਜ਼ਿਆਦਾ ਸੀ ਨਾ। ਯੈਸ ਸਰ। ਫਿਰ ਜਿਵੇਂ ਐ ਕਰਕੇ ਗਿਆ ਉੱਪਰ ਤਾਂ ਬੇਸ ਕੱਟਣਾ ਸ਼ੁਰੂ ਹੋ ਗਿਆ ਨਾ। Yes, ਦੇਖੋ ਨਾ, sir. ਇੱਥੇ ਆ ਗਿਆ ਬੇਸ ਆਹੀ ਹੋ ਗਿਆ ਜੋ ਮੈਂ ਇੱਥੇ ਡਰਾ ਕੀਤਾ ਆ ਰੈੱਡ ਕਲਰ ਨਾਲ। ਫਿਰ ਇਹਨੂੰ ਐ ਲੈ ਕੇ ਗਿਆ ਬੇਸ ਕੱਟ ਰਿਹਾ ਨਾ, ਉੱਪਰੋਂ ਚ ਡ੍ਰੌਪ ਕਰਕੇ ਦੇਖੋ, ਡ੍ਰੌਪ Yes, sir. Yes, sir. ਬੇਸ ਕੱਟ ਰਿਹਾ, ਇੱਥੇ ਆ ਕੇ ਬੇਸ 0 ਹੋ ਗਿਆ ਨਾ, 90। Yes, sir. ਬੰਦਾ ਕਹਿੰਦਾ ਉਹ ਪਿੱਛੇ ਹੀ ਚਲਾ ਗਿਆ, ਮਤਲਬ ਬੇਸ ਨੈਗੇਟਿਵ ਹੋ ਗਿਆ, ਉੱਧਰ ਚਲਾ ਗਿਆ, ਹਨਾ। ਤਾਂ Yes, ਕਰਕੇ sir. ਆਪਾਂ ਇਹਨੂੰ ਲੈ ਰਹੇ ਹਾਂ, ਬਸ ਆਪਾਂ ਇਹ ਸਮਝਣਾ ਇਸ ਚੀਜ਼ ਨੂੰ। ਕਨਵੈਨਸ਼ਨਸ ਨੇ, ਇਹਨੂੰ ਹੋਰ ਵੀ ਇੱਕ ਤਰੀਕੇ ਨਾਲ ਸਮਝਾਇਆ ਜਾ ਸਕਦਾ। ਫਿਲਹਾਲ ਆਪਾਂ ਬਸ ਇਹ ਸਮਝਣਾ ਹੈ ਕਿ ਇਹਨਾਂ ਦੇ ਟੀ ਰੇਸ਼ੋਜ਼ ਦੀ ਵੈਲਿਊਜ਼ ਨੂੰ ਪੋਜ਼ਿਟਿਵ ਜਾਂ ਨੈਗੇਟਿਵ ਜੋ ਲੈਣੇ ਆਪਾਂ ਉਹਨੂੰ ਕਿਵੇਂ ਡਿਸਾਈਡ ਕਰ ਰਹੇ ਹਾਂ ਬਸ, ਕਿਉਂਕਿ ਇਹ ਕਨਵੈਨਸ਼ਨਸ ਨੇ ਆਪਣੀ ਸਮਝੋ। ਹੁਣ ਮੈਂ ਇਹਨੂੰ ਲੈ ਕੇ ਇੱਥੇ ਆ ਗਿਆ ਤਾਂ ਐਂਗਲ ਤਾਂ ਮੈਂ ਐਂ ਸ਼ੋ ਕਰ ਦਿੰਦਾ, ਬਲਕਿ ਵੀ ਆਹ ਐਂਗਲ ਹੈ ਮੇਰਾ। ਤੁਸੀਂ ਕਹੋਗੇ ਨਹੀਂ ਆ ਨਹੀਂ ਆ, ਉਹ ਠੀਕ ਹੈ, ਆਪਾਂ ਆਹ ਐਂਗਲ ਲੈ ਕੇ ਚੱਲ ਰਹੇ ਹਾਂ ਵੀ ਜੇ ਮੰਨ ਲਓ ਐਂਗਲ ਇੰਨਾ ਆ ਗਿਆ, ਤੁਹਾਡੀ ਲਾਈਨ ਰੋਟੇਟ ਕਰਕੇ ਤਾਂ ਇੱਥੇ ਆ ਗਈ ਨਾ। ਹੁਣ ਤੁਸੀਂ ਐਕਸ ਐਕਸਿਸ ਤੇ ਡ੍ਰੌਪ ਕਰੋਗੇ ਪਰਪੈਂਡੀਕੂਲਰ ਤਾਂ ਐਂ ਡ੍ਰੌਪ ਕਰੋਗੇ ਨਾ। Yes, Yes. sir. ਫਿਰ ਸਰ ਇੱਥੇ Perpendicular 10 ਤੇ ਨੀਚੇ ਨੂੰ ਆ cot ਗਿਆ। ਪੋਜ਼ਿਟਿਵ ਆ ਜਾਣਗੇ ਜੀ। ਪਰਪੈਂਡੀਕੂਲਰ ਨੀਚੇ ਨੂੰ ਆ ਗਿਆ ਨਾ, ਦੇਖੋ Yes, sir. ਬੇਸ ਵੀ ਨੈਗੇਟਿਵ, ਸਿਰਫ ਹਾਈਪੋਟੇਨਿਊਸ ਪੋਜ਼ਿਟਿਵ ਰਹਿ ਗਿਆ, ਹਨਾ। Yes, sir. ਮਤਲਬ ਹੁਣ ਦੇਖੋ ਪਰਪੈਂਡੀਕੂਲਰ ਤੇ ਬੇਸ ਦਾ ਰੇਸ਼ੋ ਹੀ ਪੋਜ਼ਿਟਿਵ ਆਏਗਾ ਕਿਉਂਕਿ ਨੈਗੇਟਿਵ ਨੈਗੇਟਿਵ ਕੈਨਸਲ ਹੋ ਜਾਣਗੇ। ਹਾਂਜੀ ਸਰ। ਤਾਂ ਇੱਥੇ tan ਤੇ cot cot ਪੋਜ਼ਿਟਿਵ ਪੋਜ਼ਿਟਿਵ ਆ ਜਾਣਗੇ। ਬਾਕੀ ਸਾਰੇ ਨੈਗੇਟਿਵ। ਮੈਂ ਤੁਹਾਨੂੰ ਸੌਖਾ ਤਰੀਕਾ ਦੱਸ ਦੂੰਗਾ ਹੁਣੀ, ਪਹਿਲਾਂ ਇੱਕ ਵਾਰ ਸਮਝ ਲਓ ਬਸ, ਇੱਕ ਵਾਰ ਸਮਝ ਲਓ, ਫਿਰ ਆਪਾਂ ਮੈਂ ਦੱਸਾਂਗੇ ਯਾਦ ਕਿਵੇਂ ਰੱਖਣਾ। ਇੰਨਾ ਵੱਡਾ ਮਾਮਲਾ ਤਾਂ ਇਹ ਹੈ ਹੀ ਨਹੀਂ, ਠੀਕ ਹੈ। ਹੁਣ ਜੇ ਮੈਂ ਕਹਿ ਰਿਹਾ ਕਿ ਮੰਨ ਲਓ ਮੈਂ 4th ਕੁਆਡਰੈਂਟ ਚ ਆਣਾ, ਫਿਰ ਇੱਥੇ ਘੁੰਮੂਗਾ ਮੈਂ, ਐ ਘੁੰਮ ਕੇ ਗੇੜੀ ਮਾਰੀ, ਫਿਰ ਗੇੜੀ ਮਾਰ ਕੇ ਦੂਜੇ ਆ ਜਾਏਗਾ, ਦੂਜੇ ਚੋਂ ਗੇੜੀ ਮਾਰ ਕੇ ਤੀਜੇ ਤੇ ਆ ਗਿਆ, ਤੀਜੇ ਚੋਂ ਗੇੜੀ ਮਾਰ ਕੇ ਚੌਥੇ ਤੇ ਪਹੁੰਚ ਗਿਆ ਇੱਥੇ। ਪਰਪੈਂਡੀਕੂਲਰ ਹਮੇਸ਼ਾ ਡ੍ਰੌਪ ਕਰਨਾ ਹੈ ਐਕਸ ਐਕਸਿਸ ਤੇ ਹੀ। ਹੁਣ ਆ ਪਰਪੈਂਡੀਕੂਲਰ ਡ੍ਰੌਪ ਕੀਤਾ, ਪਰਪੈਂਡੀਕੂਲਰ ਆ ਰਿਹਾ ਤੁਹਾਡਾ ਜੀ ਨੈਗੇਟਿਵ, ਤੇ ਹਾਈਪੋਟੇਨਸ ਤਾਂ ਪੋਜ਼ਿਟਿਵ ਲੈਂਦੇ ਹੀ ਹਮੇਸ਼ਾ, ਪਰ ਆ ਵੀ ਆ ਪੋਜ਼ਿਟਿਵ ਆ ਰਿਹਾ, ਦੇਖੋ ਨਾ। Yes, sir. ਇੱਥੇ ਕੌਣ ਪੋਜ਼ਿਟਿਵ ਆ ਰਿਹਾ? ਪਰਪੈਂਡੀਕੂਲਰ ਸੌਰੀ ਬੇਸ ਐਂਡ ਹਾਈਪੋਟੇਨਸ। Hypotenuse. h ਯਾਨੀ cos, h/b ਯਾਨੀ secant। ਇਹ Cos and secant. ਬਾਕੀ ਸਾਰੇ ਨੈਗੇਟਿਵ ਹੋਣਗੇ। Yes, ਸਿਰਫ sir. ਇਹਦੇ ਨਾਲ ਸਾਨੂੰ ਇਹ ਪਤਾ ਲੱਗਿਆ ਕਿ ਇਹ ਪੋਜ਼ਿਟਿਵ ਤੇ ਨੈਗੇਟਿਵ ਕਦੋਂ ਹੋਣਗੇ। ਉਹ ਬਾਕੀ ਗੱਲ ਵੈਲਿਊ ਨਹੀਂ ਹਲੇ ਪਤਾ ਲੱਗੀ, ਉਹ ਮੈਂ ਤੁਹਾਨੂੰ ਦੱਸਦਾ ਹਾਂ ਕਿਵੇਂ ਪਤਾ ਲੱਗੂਗੀ। ਇਸ ਨੂੰ ਸੌਖਾ ਤਰੀਕਾ ਕੀ ਹੈ ਯਾਦ ਰੱਖਣ ਦਾ, ਦੇਖੋ ਸੌਖਾ ਤਰੀਕਾ। ਇਹਦੇ ਲਈ ਤੁਸੀਂ ਕੀ ਕਰੋ, ਇਸ ਤਰ੍ਹਾਂ ਕਰੋਗੇ, ਇਹਨੂੰ ਨਾ ਪੂਰੇ ਐਂਗਲਸ ਨੂੰ ਨਾ ਤੁਸੀਂ 4 ਭਾਗਾਂ 'ਚ ਵੰਡ ਲਓ ਇਸ ਤਰ੍ਹਾਂ।
ਜਿਹੜੇ 90 ਤੋਂ ਪਹਿਲਾਂ ਵਾਲੇ ਨੇ, ਜਿਵੇਂ ਦੇਖੋ ਅਗਰ ਤੁਸੀਂ 90 ਦੇ ਵਿੱਚੋਂ ਕੁਝ ਵੀ ਮਾਈਨਸ ਕਰੋਗੇ ਤਾਂ ਇੱਧਰ ਨੂੰ ਆਏਗਾ ਨਾ ਐਂਗਲ। Yes, sir. Yes, sir. ਰੱਖਣਾ ਪਏਗਾ ਮੈਂ 90 ਕੁਝ ਵੀ ਐਡ ਕਰ ਦੋਗੇ ਤਾਂ ਤੁਹਾਨੂੰ ਜਾਣਾ ਪਏਗਾ ਦੂਜੇ ਕੁਆਡਰੈਂਟ 'ਚ। Yes, sir. sir. ਆ ਮੰਨ ਲਓ Yes, sir. ਪਹਿਲਾ ਕੁਆਡਰੈਂਟ ਹੈ, ਇੱਥੋਂ ਸ਼ੁਰੂ ਕੀਤਾ ਨਾ 0 ਤੋਂ ਲੈ ਕੇ 90 ਪਹਿਲਾ, ਫਿਰ 90 ਤੋਂ ਲੈ ਕੇ 180 ਦੂਜਾ, ਦੂਜੇ ਤੋਂ ਬਾਅਦ ਤੀਜਾ, ਤੀਜੇ ਤੋਂ ਬਾਅਦ ਚਾਰ ਕੁਆਡਰੈਂਟਸ ਵਿੱਚ ਡਿਵਾਈਡ ਕਰਤਾ ਆਪਾਂ, ਇਹਨੂੰ ਬੋਲਦੇ ਆ ਕੁਆਡਰੈਂਟਸ। ਠੀਕ ਹੈ। Yes, sir. Okay, sir. ਅੱਛਾ ਜੇ 180 ਵਿੱਚੋਂ ਮਾਈਨਸ ਕਰੋਗੇ ਕੁਝ ਵੀ ਤਾਂ ਇੱਧਰ ਜਾਏਗਾ ਨਾ। Yes, sir. sir. 180 ਚ ਕੁਝ ਐਡ ਕਰ ਦੋਗੇ ਤਾਂ Third quadrant. ਤੇ ਇਹ ਹੈਗਾ 270 ਨਾ, ਕੱਲ ਵੀ ਕੀਤਾ ਸੀ ਆਪਾਂ। Yes, sir. Yes, 270 ਵਿੱਚੋਂ ਕੁਝ ਮਾਈਨਸ ਕਰੋਗੇ ਤਾਂ ਇੱਧਰ ਜਾਏਗਾ, Branch. 270 ਚ ਐਡ ਕਰ ਦੋਗੇ ਤਾਂ ਇੱਧਰ ਜਾਏਗਾ। Fourth quadrant. ਇਸ ਤਰ੍ਹਾਂ ਆਹ ਇਹ 0 ਕਹਿ ਲਓ ਚਾਹੇ 360 ਕਹਿ ਲਓ, ਕੋਈ ਗੱਲ ਨਹੀਂ ਹੈ। 360 ਚੋਂ ਮਾਈਨਸ ਕਰੋਗੇ ਤਾਂ ਤੇ 360 ਚ ਐਡ ਕਰੋਗੇ ਤਾਂ ਇਸ ਤਰ੍ਹਾਂ। थीटा एक्यूट एंगल ही रहता है हमेशा। ਨਹੀਂ ਥੀਟਾ ਕੁਝ ਵਟਐਵਰ, ਥੀਟਾ ਕੁਝ ਵੀ ਹੋ ਸਕਦਾ ਇੱਥੇ। ਇਹ ਜਿਹੜੇ ਰੂਲਸ ਆਪਾਂ ਬਣਾਵਾਂਗੇ ਉਹ ਕਿਸੇ ਵੀ ਥੀਟਾ ਨਹੀਂ ਬਣਾਵਾਂਗੇ, ਮੈਂ ਹੁਣੇ ਦੱਸਦਾ ਹਾਂ। ओके सर। ਜ਼ਰੂਰੀ ਨਹੀਂ ਥੀਟਾ ਕਿਉਂ ਹੋਵੇ। ਹਾਈਪੋਟੇਨਸ ਨੈਗੇਟਿਵ ਕਿਉਂ ਨਹੀਂ ਹੋ ਸਕਦਾ? ਹੁਣ ਜਿਵੇਂ ਦੇਖੋ ਨਾ ਆਪਾਂ ਇੱਥੇ ਆਪਾਂ ਉਹਦੀ ਲੈਂਥ ਹੀ ਅਸਿਊਮ ਕਰਦੇ ਹਾਂ, ਕਿਉਂਕਿ ਇੱਥੇ ਇਹਨਾਂ ਦਾ ਦੋਨਾਂ ਦਾ ਸਕੁਅਰ ਦਾ ਰੂਟ ਹੁੰਦਾ ਨਾ ਉਹ, ਹੈਨਾ। ਆਪਾਂ ਉਹਨੂੰ ਕਨਵੈਨਸ਼ਨਲੀ ਉਹਨੂੰ ਪੋਜ਼ਿਟਿਵ ਲੈ ਕੇ ਚੱਲਦੇ। ਇਹਦੇ ਫਿਜ਼ੀਕਲੀ ਵੀ ਜਿਹੜੇ ਮਤਲਬ ਆਣਗੇ ਸਾਹਮਣੇ ਆਣਗੇ ਦੋਨੇ, ਜਦੋਂ ਤੁਸੀਂ ਵੈਕਟਰਸ ਨੂੰ ਕੰਮ ਕਰੋਗੇ ਤੁਸੀਂ ਕਹੋਗੇ ਅੱਛਾ ਇਹਦੀ ਵੈਲਿਊ ਨੈਗੇਟਿਵ ਹੋਗੀ, ਇਹਦਾ ਮਤਲਬ ਅਸਲ ਵਿੱਚ ਆ ਬਣਿਆ। ਤੁਹਾਨੂੰ ਸਮਝਾਉਂਗਾ ਅੱਗੇ ਜਾ ਕੇ, ਤੁਹਾਡੇ ਕਾਮਨ ਸੈਂਸ 'ਚ ਫਿੱਟ ਬੈਠਣਗੀਆਂ ਚੀਜ਼ਾਂ ਉਹ ਸਾਰੀਆਂ। ਫਿਰ ਆਪਾਂ ਹਾਂਜੀ ਸਰ 90 plus theta is equal to 180 minus theta। ਨਹੀਂ ਮਤਲਬ ਇਸ ਤਰ੍ਹਾਂ ਨਹੀਂ, ਥੀਟਾ ਕੁਝ ਵੀ ਹੋ ਸਕਦਾ। ਮੈਂ ਕਿਹਾ ਥੀਟਾ ਮਤਲਬ ਕੁਝ ਵੀ ਐਡ ਕਰ ਦੋ 90 ਚ ਤਾਂ ਬਸ ਕੁਆਡਰੈਂਟ ਤੀਜੇ ਚ ਚਲਾ ਗਿਆ ਨਾ ਉਹ। ਇਹਦੀ ਜੀ ਤੁਹਾਡੀ ਕੋਈ ਉਹ ਚ ਕਨਫਿਊਜ਼ਨ ਵਾਲੀ ਗੱਲ ਨਹੀਂ, ਮੈਂ ਹੁਣੇ ਸਮਝਾਉਂਗਾ ਨਾ ਜਦੋਂ ਤੁਹਾਨੂੰ, ਮੈਂ ਤੁਹਾਨੂੰ 2-3 ਤਰ੍ਹਾਂ ਸਮਝਾਉਂਗਾ ਗੱਲ ਕਿ ਕਿਵੇਂ ਹੋ ਸਕਦਾ, ਕੀ ਤੁਹਾਡੇ ਜੋ ਵੀ ਤੁਹਾਡੇ ਕੁਐਸਚਨ ਨੇ ਸਾਰੇ ਮੈਂ ਨੋਟ ਕਰ ਲਏ ਆ। ਹੁਣੇ 5 ਮਿੰਟ ਸਬਰ ਕਰ ਲਓ ਬਸ, ਠੀਕ ਹੈ। ਹੁਣ ਇਹਨੂੰ ਯਾਦ ਕਿਵੇਂ ਰੱਖਿਆ ਹੈ, ਕਿਹੜਾ ਪੋਜ਼ਿਟਿਵ ਹੁੰਦਾ, ਕਿੱਥੇ ਕਿਹੜਾ ਨੈਗੇਟਿਵ ਹੁੰਦਾ। ਦੇਖੋ ਆਪਾਂ ਇਹ ਯਾਦ ਕਰਦੇ ਹਾਂ, ਪਹਿਲੇ ਤੋਂ ਸ਼ੁਰੂ ਕਰਦੇ ਹਾਂ ਚੌਥੇ ਤੱਕ। ਆਫਟਰ ਸਕੂਲ ਟੂ ਕਾਲਜ, ਚਾਹੇ ਤੁਸੀਂ ਐ ਪੜ੍ਹ ਲਓ, A for after, S for school, T for two, C for college। या ऐ याद कर लो, add sugar To the coffee। Coffee. ਮਤਲਬ ਵਟਐਵਰ ਤੁਸੀਂ ਜਿਵੇਂ ਮਰਜ਼ੀ ਯਾਦ ਕਰ ਲਓ। ਇਹ ਸਭ ਗੱਲਾਂ ਤਾਂ ਉਹ ਕਨਵੈਨਸ਼ਨਲ ਨੇ, ਇਹਦਾ ਕੋਈ ਇਹਦੇ ਵਿੱਚ ਕੋਈ ਲੌਜੀਕ ਨਹੀਂ ਹੁੰਦਾ ਵੀ ਕਾਫੀ 'ਚ ਕਿਉਂ ਖੰਡ ਪਾਈ ਆ ਤੁਸੀਂ, ਚਾਹ 'ਚ ਕਿਉਂ ਨਹੀਂ ਪਾਈ, ਠੀਕ ਹੈ। ਫਿਰ ਪੰਜਾਬੀ ਬੰਦੇ ਆ ਵੀ ਕਰ ਸਕਦੇ ਚਾਹ, ਜੇ ਚਾਹ ਲਿਖਦੇ ਹੋ ਹਨਾ, ਸੋ ਐਡ ਸ਼ੂਗਰ ਟੂ ਚਾਹ, ਵਟਐਵਰ, ਇਹ ਗੱਲ ਮੈਟਰ ਨਹੀਂ ਕਰਦੀ। ਸੋ ਇਹਦਾ ਮਤਲਬ ਕੀ ਹੋਇਆ, ਇਹ ਮਤਲਬ ਹੁੰਦਾ ਹੈ ਆਲ ਪੋਜ਼ਿਟਿਵ, ਵੀ ਸਾਰੇ ਦੀ ਰੇਸ਼ੋ ਇੱਥੇ ਪੋਜ਼ਿਟਿਵ ਹੁੰਦੇ ਨੇ। ਇਸ ਦਾ ਮਤਲਬ ਕੀ ਹੋਇਆ, ਸਾਈਨ ਤੇ ਸਾਈਨ ਦਾ ਰਿਵਰਸ ਕੀ ਹੁੰਦਾ ਹੈ, Cosecant. ਇਹ ਦੋਨੋਂ ਪੋਜ਼ਿਟਿਵ, ਬਾਕੀ ਸਾਰੇ ਵਟਐਵਰ ਨੈਗੇਟਿਵ। ਟੀ ਦਾ ਮਤਲਬ ਕੀ ਹੁੰਦਾ ਹੈ, Tan. ਤੇ ਉਹਦਾ ਪੁੱਠਾ ਵੀ ਕਰ ਲਓ, cot, ਇਹ ਪੋਜ਼ਿਟਿਵ ਬਾਕੀ ਸਾਰੇ ਨੈਗੇਟਿਵ। negative. ਸੀ ਦਾ Negative. ਮਤਲਬ ਹੁੰਦਾ ਹੈ ਕਾਜ਼, ਤੇ ਕਾਜ਼ ਦਾ ਪੁੱਠਾ ਸੀਕੈਂਟ, ਇਹ ਪੋਜ਼ਿਟਿਵ Secant. ਬਾਕੀ ਸਾਰੇ। Negative. ਇਹਦੇ ਨਾਲ ਬਸ ਆਪਾਂ ਨੂੰ ਕਨਵੈਨਸ਼ਨਲੀ ਇੱਕ ਪਤਾ ਲੱਗ ਗਿਆ ਇਹ ਕਿਵੇਂ ਹੋਣਗੇ। ਜਿਵੇਂ ਫੋਰ ਐਗਜ਼ਾਮਪਲ ਮੈਨੂੰ ਕੋਈ ਕਹਿ ਰਿਹਾ ਸਾਈਨ ਆਫ 400 ਡਿਗਰੀ ਵੀ ਇਹ ਪੋਜ਼ਿਟਿਵ ਹੋਏਗਾ ਕਿ ਨੈਗੇਟਿਵ ਹੋਏਗਾ, ਤਾਂ ਮੈਂ 400 ਡਿਗਰੀ ਲੈ ਕੇ ਆਉਂਗਾ। ਮੈਂ ਕਿਵੇਂ ਕਰੂੰਗਾ ਪਤਾ ਕੀ, ਆ ਦੇਖੋ ਸਾਰੇ ਧਿਆਨ ਨਾਲ ਸੋਚੋ। ਮੈਂ ਕਹੂੰਗਾ ਅੱਛਾ ਇੱਥੋਂ ਚੱਲਦੇ ਹਾਂ, ਮੈਂ 400 ਡਿਗਰੀ ਦੇਖਦੇ ਕਿੱਧਰ ਗਿਆ। ਇਸ ਤਰ੍ਹਾਂ ਇੱਥੋਂ ਆਪਾਂ ਨਿਕਲੇ 90, परसेंट पॉजिटिव। 180, 270, 360, ਇਹ ਤੋਂ ਉੱਪਰ 40 ਡਿਗਰੀ ਹੋਰ ਜਾਣਾ ਪਏਗਾ, ਇੱਥੇ ਕਿਤੇ ਹੋਏਗਾ ਨਾ। ਕਿਹੜੇ ਕੁਆਡਰੈਂਟ ਜਾ ਕੇ ਰੁਕਿਆ, first, First. ਮੇਰੇ ਆਨਸਰ ਕੀ ਆਏਗਾ, positive, Positive. ਪੋਜ਼ਿਟਿਵ ਆਏਗਾ। ਕਲੀਅਰ। ਸਰ Yes, ਫਿਰ sir. ਜਿਹੜਾ sin 400 ਡਿਗਰੀ ਹੈ ਉਹ sin 40 ਡਿਗਰੀ ਦੇ ਇਕੁਅਲ ਹੋ ਜਾਏਗਾ। ਐਗਜ਼ੈਕਟਲੀ, ਬਿਲਕੁਲ ਸਹੀ, ਕਿਉਂਕਿ ਉਹ ਐਂਗਲ ਹੀ ਮੁੜ ਕੇ ਉੱਥੇ ਆ ਗਿਆ ਤਾਂ PH ਦੀ ਵੈਲਿਊ ਸੇਮ ਹੋ ਜਾਣਗੀਆਂ ਨਾ। Yes, sir. ਤਾਂ ਫਿਰ ਉਹ sin 400 ਡਿਗਰੀ ਜਿਹੜਾ ਹੈ ਉਹ ਬੇਸਿਕਲੀ sin 40 ਡਿਗਰੀ ਦੇ ਬਰਾਬਰ ਹੀ ਹੋਏਗਾ, ਤੇ cos 400 ਡਿਗਰੀ cos 40 ਡਿਗਰੀ ਦੇ ਬਰਾਬਰ ਹੋਏਗਾ, tan 400 ਡਿਗਰੀ tan 40 ਡਿਗਰੀ ਦੇ ਬਰਾਬਰ ਹੋਏਗਾ। ਇਹ ਗੱਲਾਂ ਦੇਖਾਂਗੇ ਆਪਾਂ ਹੁਣੀ, ਆਹੀ ਤਾਂ ਸਿੱਖਣ ਜਾ ਰਹੇ ਹਾਂ, ਹੋਰ ਕੀ ਸਿੱਖ ਰਹੇ ਹਾਂ। ਤੇ ਬਹੁਤ ਵਧੀਆ ਤੁਸੀਂ ਸੋਚ ਰਹੇ ਹੋ ਇਸ ਬਾਰੇ। ਅੱਛਾ ਹੁਣ ਦੇਖੋ ਜੇ ਮੈਂ ਕਹਿ ਦੇਵਾਂ, ਅੱਛਾ ਵੈਸੇ ਸੋਚ ਕੇ ਤੁਸੀਂ ਦੱਸਿਓ, ਜੇ ਮੈਂ ਕਹਿ ਦੇਵਾਂ cos 850 ਡਿਗਰੀ, ਤੁਸੀਂ ਸੋਚ ਕੇ ਦੱਸੋ ਪੋਜ਼ਿਟਿਵ ਹੋਏਗਾ ਕਿ ਨੈਗੇਟਿਵ ਹੋਏਗਾ। ਬਸ
ਸਰ ਨੈਗੇਟਿਵ। ਕਿਵੇਂ ਪਤਾ ਲੱਗਿਆ? ਤੇ ਸਰ ਜਦੋਂ ਸਰ ਆਪਾਂ ਮੁੜ ਕੇ ਸਰ ਉੱਥੇ ਆਵਾਂਗੇ ਜੀ ਸਰ ਫਸਟ ਕੁਆਡਰੈਂਟ ਸੈਕੰਡ ਕੁਆਡਰੈਂਟ ਚੱਲ ਜੂ ਜੀ। ਹਾਂ, ਕਿਉਂਕਿ ਪਹਿਲਾ ਗੇੜਾ ਦੂਜਾ ਗੇੜਾ 720 ਤਾਂ ਉਹੀ ਕੱਢ ਦੋ ਹਨਾ, ਜ਼ੀਰੋ ਤੇ ਆ ਗਿਆ ਮੁੜ ਕੁੜ ਕੇ ਹਨਾ। ਉਹ ਸਰ 90 ਹੋਰ ਐਡ 720 ਕਰਕੇ ਕੱਢਿਆ, ਦੇਖ ਲਾਂਗੇ। 130 ਬਚਿਆ, 130 ਫਿਰ ਤੁਹਾਡਾ ਹੁੰਦਾ ਦੂਜੇ ਕੁਆਡਰੈਂਟ ਚ। ਬੰਦਾ ਕਹੂਗਾ ਵੀ ਉੱਥੇ ਦੂਜੇ ਕੁਆਡਰੈਂਟ ਚ cos ਨੈਗੇਟਿਵ, ਕਿਉਂਕਿ ਸਾਈਨ ਤੇ ਕੋਸਿਕੈਂਟ ਹੀ ਪੋਜ਼ਿਟਿਵ ਹੁੰਦੇ ਨੇ। ਸਮਝ ਲੱਗੀ ਗੱਲ? Yes, sir. ਹਾਂਜੀ ਸਰ ਹਾਂਜੀ। Yes, sir. ਨਾ ਤੁਸੀਂ ਦੇਸੀ ਤਰੀਕੇ ਨਾਲ ਚੀਜ਼ਾਂ ਨੂੰ ਸਮਝਣਾ ਸਿੱਖਣਾ ਸਿੱਖ ਲੋਗੇ, ਉਨਾ ਵਧੀਆ ਰਹੋਗੇ। ਬਹੁਤੇ ਰੂਲ ਰੈਗੂਲੇਸ਼ਨ ਦੇ ਚੱਕਰ ਚ ਪਾਓਗੇ ਫਿਰ ਤੁਸੀਂ ਪਰੇਸ਼ਾਨ ਹੀ ਰਹੋਗੇ। ਰੂਲ ਦਾ ਕੀ ਹੈ, ਅੱਜ ਯਾਦ ਆ ਫਿਰ ਪਰਸੋਂ ਨਰਸ ਭੁੱਲ ਜਾਣਾ। ਆਪਾਂ ਐਨ ਸਮਝੀਏ ਵੀ ਗੱਲ ਹੁੰਦੀ ਕੀ ਹੈ, ਗੱਲ ਦਾ ਮਤਲਬ ਕੀ ਹੈ। ਇਹ ਗੱਲ ਕਲੀਅਰ ਹੋ ਗਈ ਸਾਰਿਆਂ ਨੂੰ? ਸਰ ਇਹ Yes, ਸੈਕਿੰਡ sir. ਕੁਆਡਰੈਂਟ ਚ ਹੋਊਗਾ ਨਾ cos 850। ਹਾਂਜੀ ਹਾਂਜੀ ਬਿਲਕੁਲ, ਤਾਂ ਹੀ ਤਾਂ ਨੈਗੇਟਿਵ ਆਇਆ, ਕਿਉਂਕਿ ਉੱਥੇ cos ਨੈਗੇਟਿਵ ਹੁੰਦਾ ਹੈ, ਉੱਥੇ ਸਿਰਫ ਸਾਈਨ ਤੇ ਕੋਸਿਕੈਂਟ ਪੋਜ਼ਿਟਿਵ ਹੁੰਦੇ। ਅੱਛਾ ਇੱਕ ਹੋਰ ਚੀਜ਼ ਦੱਸ ਦਿਓ ਮੈਨੂੰ। ਅੱਛਾ tan 920 ਡਿਗਰੀ ਕਿੰਨਾ ਹੋਏਗਾ, ਪੋਜ਼ਿਟਿਵ ਕਿ ਨੈਗੇਟਿਵ? ਬਸ ਆਹੀ ਦੱਸਣਾ ਤੁਸੀਂ, ਵੈਲਿਊ ਨਹੀਂ ਦੱਸਣੀ। Sir, positive. Sir, positive. पॉजिटिव। So positive. Positive. ਵੈਰੀ ਗੁੱਡ। ਮੈਨੂੰ ਦੇਖੋ ਬੜੀ ਵਧੀਆ ਲੱਗਦੀ ਹੈ ਗੱਲ, ਤੁਸੀਂ ਸਾਰੇ ਜਣੇ ਜਵਾਬ ਦਿੰਦੇ ਹੋ ਨਾ ਵਿੱਚ ਇੱਕ ਇੱਕ ਕਰਕੇ। ਵਧੀਆ ਲੱਗਦਾ ਕਿ ਸਾਰੇ ਜਣੇ ਅਟੈਂਟਿਵਲੀ ਮੇਰੀ ਗੱਲ ਸੁਣ ਰਹੇ ਆ, ਮਜ਼ਾ ਆਉਂਦਾ ਪੜਾਉਣ ਦਾ। 920 ਡਿਗਰੀ ਤੀਜੇ ਕੁਆਡਰੈਂਟ ਚ ਆਊਗਾ ਜਾਂ ਨਹੀਂ, ਹਨਾ? Yes, sir. Yes, sir. 920 ਨਾ ਮੈਂ ਤਾਂ ਦੇਖਦਾ ਹੀ ਨਹੀਂ 920, ਮੈਨੂੰ ਕੋਈ ਕਹਿੰਦਾ 920 ਮੈਨੂੰ 200 ਹੀ ਦਿਖਦਾ ਆ। ਪਤਾ ਕਿਉਂ 200 ਕਿਉਂ ਦਿਖਦਾ ਮੈਨੂੰ? 720 minus क्योंकि 720 माइनस हो गया। ਬਿਲਕੁਲ, ਚੱਕਰ ਚੁੱਕਰ ਜੇ ਕੱਢ ਕੇ ਪੂਰੇ ਜਦੋਂ ਮਰਜ਼ੀ ਕਢਾ ਕੇ ਪਰੇ ਕਰੋ, ਇੱਕੋ ਹੀ ਗੱਲ ਹੁੰਦੀ ਹੈ। ਬੰਦੇ ਨੂੰ ਪਤਾ ਲੱਗ ਜਾਂਦਾ ਕਿਵੇਂ ਕੰਮ ਕਰਨਾ ਹੈ। ਇਸ ਦੇ ਰਿਲੇਟਡ ਮੈਂ ਪਹਿਲਾਂ ਤੁਹਾਨੂੰ ਕਨਵੈਨਸ਼ਨ ਦੱਸਾਂ, ਮੈਂ ਤੁਹਾਨੂੰ ਵੈਸੇ ਹੀ ਰਫਲੀ ਇੱਕ ਗੱਲ ਦੱਸਦਾ। ਮੰਨ ਲਓ ਮੈਨੂੰ ਕੋਈ ਕਹਿ ਰਿਹਾ ਸਾਈਨ ਦੀ ਵੈਲਿਊ ਦੱਸੋ 750 ਡਿਗਰੀ, 750 ਡਿਗਰੀ, ਤਾਂ ਮੈਨੂੰ ਸਿੱਧਾ ਹੀ ਪਤਾ ਲੱਗ ਗਿਆ ਇਹ ਕਿਹਦੇ ਬਰਾਬਰ ਹੋਏਗਾ, ਸਾਈਨ 30. 30 degree. ਤੇ ਉਹਦੀ ਵੈਲਿਊ 1/2 30 ਆਨਸਰ, ਗੱਲ ਖਤਮ। ਕਾਹਨੂੰ ਪੰਗੇ ਲੈਣੇ ਬਾਕੀ, ਹਨਾ? Yes, sir. ਸੋ ਇਸ ਤਰ੍ਹਾਂ ਆਪਾਂ ਕੰਮ ਕਰਨਾ ਹੈ। ਪੂਰਾ ਜਿਹੜਾ 360 ਚ ਜਿੱਧਰ ਮਰਜ਼ੀ ਨੂੰ ਮਾਰੋ, ਜਿਹੜਾ ਪੁੱਠਾ ਕਰ ਦੋ। ਅੱਛਾ ਇੱਕ ਹੋਰ ਦੱਸ ਦੇਣਾ, ਮੰਨ ਲਓ ਸਾਈਨ -330 ਡਿਗਰੀ ਪੁੱਛ ਲਿਆ ਕਿਸੇ ਨੇ, Negative. Fourth quadrant में Sir, negative. Fourth quadrant ਦੇ ਵਿੱਚ ਹੋਊਗਾ sir. Second Yeah. quadrant ਚ ਹੋਏਗਾ Positive sir. होगा, positive होगा। Positive sir। Sir, second positive ਹੋਏਗਾ sir. ਇਹ ਕਿਉਂਕਿ ਕਿਹੜੇ ਕੁਆਡਰੈਂਟ ਚ ਆਊਗਾ? Second. First. ਹਾਂ First, ਇੱਧਰੋਂ ਜਿਹੜਾ ਪੁੱਠਾ ਘੁੰਮ ਲਿਆ ਤੁਸੀਂ, ਲੱਗਦਾ ਇੱਧਰ ਘੁੰਮਣਾ ਸੀ ਬੱਚਿਓ। ਸਰ ਕਲੌਕਵਾਈਜ਼ ਘੁੰਮਣਾ ਸੀਗਾ ਆਪਾਂ ਨੇ। ਹਾਂ Clockwise. ਐ ਕਰਕੇ ਇੱਥੇ -90, ਇੱਥੇ -180, -270, -330 ਇੱਥੇ ਆਉਣਾ ਸੀ, ਹਨਾ? Yes, sir. ਯੈਸ ਸਰ। ਇਸ ਲਈ ਜਦੋਂ 네ਗੇਟਿਵ ਐਂਗਲ ਆ ਜਾਏ ਨਾ, ਸਭ ਤੋਂ ਸੌਖਾ ਹੁੰਦਾ ਇਹਨੂੰ ਪੋਜ਼ਿਟਿਵ ਚ ਬਦਲ ਲਿਆ ਕਰੋ। ਪੋਜ਼ਿਟਿਵ ਚ ਬਦਲਣ ਲਈ ਕੀ ਕਰਨਾ ਹੁੰਦਾ, ਕੁਛ ਨਾ ਕਰੋ, ਉਹ ਚ 360 ਜਿੰਨੀ ਮਰਜ਼ੀ ਵਾਰੀ ਐਡ ਕਰ ਦਿਓ, ਕਿਉਂਕਿ ਤੁਸੀਂ 360 ਜਿੰਨੀ ਮਰਜ਼ੀ ਵਾਰੀ ਘਟਾ ਵੀ ਤਾਂ ਦਿੰਦੇ ਹੋ, yes ਹਨਾ? ਜੋੜ ਦਿਓ, ਕਿੰਨਾ ਆਇਆ? ਸਾਈਨ 30 ਡਿਗਰੀ ਆ ਗਿਆ, ਬਸ 1/2 ਆਨਸਰ। ਸਮਝ ਲੱਗੀ ਗੱਲ ਸਾਰਿਆਂ ਨੂੰ? Yes, sir. ਦੁਬਾਰਾ ਦੱਸਿਓ 360 ਐਡ ਕਿਉਂ ਕੀਤਾ? ਮੈਂ ਇਹ ਕਹਿ ਰਿਹਾ ਕਿ ਆਹ ਪੋਜੀਸ਼ਨ ਦਾ ਮੈਂ ਪਤਾ ਕਰਨਾ ਸੀ ਨਾ, Yes, sir. ਐਡ ਕਰਨ ਨਾਲ ਬਸ ਉਹਨੂੰ ਪੋਜ਼ਿਟਿਵ ਬਣਾ ਲਿਆ, ਤੇ ਐਡ ਕਰਨ ਨਾਲ ਜਾਂ ਸਬਟ੍ਰੈਕਟ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। 360 ਡਿਗਰੀ ਨੂੰ ਜਿੰਨੀ ਮਰਜ਼ੀ ਵਾਰ ਐਡ ਕਰ ਦੋ, ਜਿੰਨੀ ਮਰਜ਼ੀ ਵਾਰ ਸਬਟ੍ਰੈਕਟ ਕਰ ਦੋ, ਇਹਦੇ ਨਾਲ ਕੀ ਫਰਕ ਪੈਂਦਾ ਸੋਚੋ? ਮੁੜ ਕੁੜ ਕੇ ਤਾਂ ਉੱਥੇ ਹੀ ਆ ਜਾਣਾ ਜਿੱਥੇ ਹੈ। ਸਰ ਮਤਲਬ ਉਹ ਸਰ 30 ਤੇ ਆ ਜਾਊਗਾ ਵਾਪਸੀ। ਹਾਂ ਬਿਲਕੁਲ ਐਗਜ਼ੈਕਟਲੀ। ਗੇੜੇ ਕਢਾਤੇ, ਪੁੱਠੇ ਕਢਾਤੇ, ਆਪਾਂ ਕਹਾਂ ਪੁੱਠਾ ਕਢਾ ਕੇ -360 +360 ਕਰਤਾ, ਸਿੱਧਾ ਉਹ ਕਰਤਾ ਤੇ 30 ਡਿਗਰੀ ਆ ਗਿਆ ਬਸ। 360 ਦੀ ਤਾਂ ਬੜੀ ਆਪਾਂ ਨੂੰ ਮੌਜ ਆ। 360 ਜਿੰਨੀ ਮਰਜ਼ੀ ਵਾਰ ਕਰੋ ਐਡ, ਜਿੰਨੀ ਮਰਜ਼ੀ ਵਾਰੀ ਕਰੋ ਸਬਟ੍ਰੈਕਟ, ਵੈਲਿਊਜ਼ ਦੇ ਕੋਈ ਫਰਕ ਨਹੀਂ ਪੈਂਦਾ। ਅਸੀਂ ਸੌਖੇ ਨਾਲ ਲਿਆ ਕੇ ਸਵਾਲ ਹੱਲ ਕਰ ਲੈਂਦੇ ਆ। ਸਮਝ ਲੱਗੀ ਗੱਲ? yes sir Yes, sir. Yes, sir. ਜਦੋਂ ਤੱਕ ਤੁਹਾਡੇ ਮਰਜ਼ੀ ਦਾ ਪੋਜ਼ਿਟਿਵ ਨਹੀਂ ਆਂਦਾ, ਜਿਹੜਾ ਤੁਹਾਨੂੰ ਆਂਦਾ ਹੈ ਕੰਮ, ਉਹ ਤੱਕ ਉਹਨੂੰ ਕਰੀ ਜਾਓ। 360 ਜੋੜੀ ਜਾਓ, 2 ਵਾਰ ਜੋੜ ਦੋ, 3 ਵਾਰ ਜੋੜ ਦੋ, 4 ਵਾਰ ਜੋੜ ਦੋ। ਜਦੋਂ ਤੱਕ ਤੁਹਾਡੀ ਮਰਜ਼ੀ ਦਾ ਨਹੀਂ ਆਂਦਾ ਕਿ ਹਾਂ ਵੀ ਹੁਣ ਮੈਂ ਕਰ ਸਕਦਾ, ਵੀ ਉਦੋਂ ਤੱਕ ਉਹਨੂੰ ਕਰੀ ਜਾਓ। ਜਦੋਂ ਤੱਕ ਤੁਹਾਨੂੰ ਮਰਜ਼ੀ ਦਾ ਨਹੀਂ ਆਂਦਾ, ਉਹਨੂੰ ਐਡ ਸਬਟ੍ਰੈਕਟ ਵੀ ਕਰੀ ਜਾਓ। ਇਹ ਤੁਹਾਨੂੰ ਮੈਂ ਜਨਰਲ ਗੱਲ ਦੱਸੀ। ਵੈਸੇ ਮੈਡੀਕਲ ਵਾਲੇ ਬੱਚੇ ਤੁਸੀਂ ਸਿੱਖ ਲਓ ਗੱਲ ਨੂੰ, ਪਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਨਾ 0 ਤੋਂ ਲੈ ਕੇ ਨਾ 180 ਦੇ ਵਿੱਚ ਹੀ ਵੈਲਿਊਜ਼ ਆਣਗੀਆਂ, ਜਿਹਦੇ ਨਾਲ ਆਪਣਾ ਕੰਮ ਸਰ ਜਾ ਕਰਨਾ, ਜਾਂ ਕੁਝ ਨੈਗੇਟਿਵ ਵੈਲਿਊਜ਼। ਸੋ ਟੈਨਸ਼ਨ ਨਹੀਂ ਲੈਣੀ ਕਿਸੇ ਚੀਜ਼ ਦੀ। ਨੈਗੇਟਿਵ ਵੈਲਿਊਜ਼ ਦਾ ਦੇਖੋ ਐ ਆ,
ਜੇ ਮੈਨੂੰ ਕੋਈ 네ਗੇਟਿਵ ਵੈਲਿਊ ਕਹਿ ਦੇਵੇ ਇੱਧਰ ਨੂੰ ਆ ਗਿਆ ਮੰਨ ਲਓ ਥੀਟਾ, ਆ ਥੀਟਾ ਹੋ ਗਿਆ ਹੈ ਨਾ, Yes, ਤਾਂ sir. 네ਗੇਟਿਵ ਵੈਲਿਊ ਨਹੀਂ, ਜੇ ਮੈਨੂੰ ਕੋਈ ਸਾਈਨ ਆਫ ਮਾਈਨਸ ਥੀਟਾ, ਹੁਣ ਚੌਥੇ ਕੁਆਡਰੈਂਟ 'ਚ ਹੀ ਆਊਗਾ ਪਹਿਲੀ ਗੱਲ ਤਾਂ ਇਹ ਹੈ ਨਾ, Yes, sir. Yes. ਵਟ ਐਵਰ ਥੀਟਾ ਜੋ ਮਰਜੀ ਹੋ, ਮੈਂ ਇਹਨੂੰ ਚੌਥਾ ਕੁਆਡਰੈਂਟ ਮੰਨੂਗਾ ਕਿ 0 ਮਾਈਨਸ ਥੀਟਾ ਕਹਿ ਦੇਣਾ ਮੈਨੂੰ ਸਮਝ ਲਓ। ਤਾਂ ਚੌਥੇ ਕੁਆਡਰੈਂਟ 'ਚ ਸਾਈਨ ਕੀ ਹੁੰਦਾ? ਆ ਨੈਗੇਟਿਵ ਸਕਦਾ ਹੈ। ਫਿਰ ਚੌਥੇ ਚ ਕਿੱਦਾਂ ਆਇਆ ਉਹ? ਮਾਈਨਸ ਥੀਟਾ ਵਾ ਨਾ ਇਹ। ਫਿਰ ਉਹ ਪਹਿਲੇ ਚ ਵੀ ਆ ਸਕਦਾ। ਨਹੀਂ ਸਰ, ਤੀਜੇ ਚ ਵੀ ਤਾਂ ਆ ਸਕਦਾ, ਤੀਜੇ ਚ ਵੀ ਆ ਚੌਥੇ ਚ, ਸਕਦਾ, ਹਾਂਜੀ ਸਰ। ਤੀਜੇ ਤੇ ਚੌਥੇ ਚ ਆ ਸਕਦਾ ਸਰ। ਨਹੀਂ ਮੇਰੀ ਗੱਲ ਸੁਣੋ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਤੁਸੀਂ ਨਾ ਬਿਲਕੁਲ ਜੈਨੂਇਨ ਗੱਲ ਕਰ ਰਹੇ ਹੋ ਸਾਰੇ, ਕਿਉਂਕਿ ਤੁਸੀਂ ਕਹਿ ਰਹੇ ਹੋ ਥੀਟਾ ਤਾਂ ਸਰ ਤੁਸੀਂ ਦੱਸਿਆ ਨਹੀਂ, ਤੇ ਜੇ ਥੀਟਾ ਤੁਹਾਡਾ 91 ਡਿਗਰੀ ਵੀ ਹੋ ਗਿਆ, ਇਹ ਤਾਂ ਚਲੇ ਗਿਆ ਨਾ ਤੀਜੇ ਕੁਆਡਰੈਂਟ 'ਚ। Yes, sir. ਯੈਸ ਜਦੋਂ ਆਪਾਂ ਰੂਲਸ ਨੂੰ ਨਹੀਂ ਕਰਾਂਗੇ, ਮੈਂ ਇਹੀ ਸਮਝਾਉਂਗਾ ਤੁਹਾਨੂੰ ਕਿ ਮੈਂ ਇਸ ਥੀਟਾ ਨੂੰ ਨਹੀਂ ਦੇਖ ਰਿਹਾ, ਮੈਂ ਬਸ ਇਹ ਦੇਖ ਰਿਹਾ ਕਿ ਆ ਜਿਹੜਾ ਥੀਟਾ ਆ ਇਹ 0 ਡਿਗਰੀ ਤੋਂ ਮਾਈਨਸ ਕਰਕੇ ਆਇਆ ਬਸ, ਤਾਂ ਮੈਂ ਇਸ ਥੀਟਾ ਵੱਲ ਨਹੀਂ ਦੇਖ ਰਿਹਾ, ਮੈਂ ਬਸ ਇੱਥੇ ਦੇਖ ਰਿਹਾ 0 ਚੋਂ ਕੁਝ ਵੀ ਮਾਈਨਸ ਕੀਤਾ ਤਾਂ ਮੈਂ ਉਹਨੂੰ ਚੌਥਾ ਕੁਆਡਰੈਂਟ ਮੰਨੂਗਾ। ਬਾਅਦ ਵਿੱਚ ਜਦੋਂ ਵੈਲਿਊ ਲਿਖ ਦੂੰਗਾ ਫਿਰ ਦੇਖੂੰਗਾ ਅੱਛਾ ਥੀਟਾ ਤਾਂ ਇੰਨਾ ਆ, ਫਿਰ ਉਹਨੂੰ ਹੋਰ ਸੋਲਵ ਕਰਨਾ ਪੈਣਾ ਤਾਂ ਜਾ ਕੇ ਆਨਸਰ ਆਏਗਾ ਸਹੀ। ਪਰ ਇੱਕ ਵਾਰ ਇੱਥੇ ਰੂਲ ਮੈਂ ਇਹ ਲਗਾ ਰਿਹਾ, ਚੌਥੇ ਕੁਆਡਰੈਂਟ 'ਚ ਹੈਗਾ ਤਾਂ ਚੌਥੇ ਕੁਆਡਰੈਂਟ 'ਚ ਸਾਈਨ ਕੀ ਹੁੰਦਾ? ਨੈਗੇਟਿਵ ਹੁੰਦਾ ਨਾ। Yes, sir. ਤੁਸੀਂ ਸਿਰਫ ਰੂਲ ਸਮਝ ਲਓ, ਮੈਂ ਬਾਅਦ ਸਮਝਾਣਾ, ਤੁਹਾਡੇ ਸਾਰੇ ਸ਼ੰਕੇ ਹੁਣੇ ਦੂਰ ਹੋਣਗੇ। ਮੈਂ ਸਵਾਲ ਕਰੂੰਗਾ ਤਾਂ ਇਹ ਮਾਈਨਸ ਆਫ ਸਾਈਨ ਥੀਟਾ ਆ ਜਾਏਗਾ, ਮਤਲਬ ਮਾਈਨਸ ਬਾਹਰ ਆ ਜਾਏਗਾ। ਪਰ ਆਪਾਂ ਪਹਿਲਾਂ ਰੂਲਸ ਬਾਰੇ ਗੱਲ ਕਰ ਲਈਏ, ਫਿਰ ਇੱਥੇ ਵਾਪਸ ਆਨੇ ਆ। ਚਲੋ ਸਾਰੇ ਨੇ ਗੱਲ ਕਰੀਏ ਇੱਕ ਵਾਰ ਦੁਬਾਰਾ। ਤੁਸੀਂ ਪਹਿਲਾਂ 10th ਕਲਾਸ ਰਿਮਾਈਂਡ ਕਰਾ ਦਈਏ। 10th ਕਲਾਸ 'ਚ ਤੁਸੀਂ ਇਹ ਕੀਤਾ ਸੀ ਨਾ, sin 90 ਡਿਗਰੀ ਮਾਈਨਸ ਥੀਟਾ ਵਾਸ Yes, sir. Cos theta. cos theta, cos 90 ਡਿਗਰੀ ਮਾਈਨਸ ਥੀਟਾ ਵਾਸ Sin theta. sin theta, ਤੇ tan 90 ਡਿਗਰੀ ਮਾਈਨਸ ਥੀਟਾ ਵਾਸ Cot theta. cot theta, ਇਸੇ ਤਰ੍ਹਾਂ ਹੀ cot ਦਾ tan, secant ਦਾ cosecant, cosecant ਦਾ secant, ਇਹ ਤੁਸੀਂ 10th ਕਲਾਸ 'ਚ ਕੀਤਾ ਸੀ, ਹੈਨਾ। Yes, yes sir. sir, ਤੇ Yes, ਤੁਸੀਂ sir. ਸਾਰੇ ਥੀਟਾ ਦੇਖੋ ਪੋਜ਼ਿਟਿਵ ਲਈ ਸੀ ਨਾ, ਕਿਉਂਕਿ 90 minus theta is always in the first First. quadrant, ਤੁਸੀਂ ਆਈ ਮੰਨ ਕੇ First ਤੁਸੀਂ ਥੀਟਾ quadrant. ਨੂੰ ਨਾ ਅਕਿਊਟ ਮੰਨ ਕੇ ਹੀ ਇਸ ਰੂਲਸ ਨੂੰ ਸੋਚਿਆ ਕਰੋ। ਫਿਲਹਾਲ ਸਾਰੇ ਪੋਜ਼ਿਟਿਵ ਸੀ। ਹੁਣ ਆਪਣੇ ਕੋਲ ਇੱਕ ਰੂਲ ਆ, ਤੁਸੀਂ ਗੱਲ ਯਾਦ ਰੱਖਿਓ। ਰੂਲ ਕੀ ਹੈ? ਇਸੇ ਤਰ੍ਹਾਂ ਹੀ ਜਿਵੇਂ ਆ ਤੁਸੀਂ ਇਹ ਚ ਆ ਥੀਟਾ ਲਗਾ ਦਿੰਦੇ ਸੀ ਸਾਈਨ ਨਾਲ ਜਾਂ ਕਾਜ਼ ਨਾਲ। ਰੂਲ ਇਹ ਹੈ ਕਿ ਜਦੋਂ ਵੀ 180 ਡਿਗਰੀ ਦੇ ਨਾਲ ਪਲੱਸ ਜਾਂ ਮਾਈਨਸ ਥੀਟਾ ਹੋਏਗਾ, ਯਾਦ ਰੱਖਿਓ, ਚਾਹੇ ਸਾਈਨ ਹੋਵੇ ਚਾਹੇ ਕਾਜ਼ ਹੋਵੇ ਚਾਹੇ ਜੋ ਮਰਜ਼ੀ ਹੋਵੇ, ਜੋ ਸਾਈਨ ਦਾ ਸਾਈਨ ਹੀ ਰਹੂਗਾ ਹਮੇਸ਼ਾ, ਕਦੀ ਵੀ ਬਦਲੂਗਾ ਨਹੀਂ। ਤੇ ਸਾਈਨ ਪਲੱਸ ਜਾਂ ਮਾਈਨਸ ਜੋ ਮਰਜ਼ੀ ਆ ਸਕਦਾ ਡਿਪੈਂਡਿੰਗ ਅਪਨ ਦਾ ਕੁਆਡਰੈਂਟ, ਕਿਉਂਕਿ 180 ਪਲੱਸ ਥੀਟਾ ਕਿੱਧਰ ਚਲ ਜਾਊਗਾ? ਥਰਡ। Third. ਤੇ 180 ਮਾਈਨਸ ਥੀਟਾ Second. Second. तो सानू ये गल्ला नहीं पता हले, इसलिए ਅਸੀਂ ਫਿਲਹਾਲ ਇਹੀ ਮੰਨ ਕੇ ਚੱਲਾਂਗੇ ਵੀ ਆ ਪਲੱਸ ਮਾਈਨਸ ਪਤਾ ਨਹੀਂ ਕਿਹੜਾ ਲੱਗੂਗਾ, ਡਿਪੈਂਡ ਕਰਦਾ ਇਹਦੇ ਉੱਤੇ। ਠੀਕ ਹੈ। Yes, sir. ਤੇ ਫਿਰ ਚੇਂਜ ਕਦੋਂ ਹੋਣਗੇ? ਹਾਂ ਮੈਂ ਦੱਸਦਾ ਜੇ ਤੁਹਾਡਾ 180 ਦੀ ਬਜਾਏ ਆ ਇੱਥੇ cos ਆ ਗਿਆ, ਮੰਨ ਲਓ ਸੌਰੀ cos 180 ਡਿਗਰੀ ਪਲੱਸ ਮਾਈਨਸ ਥੀਟਾ, ਇਹ ਵੀ ਹਮੇਸ਼ਾ ਹੀ cos ਹੋਊਗਾ। tan ਦਾ tan ਰਹੂਗਾ, cot ਦਾ cot ਰਹੂਗਾ, secant ਦਾ secant ਰਹੂਗਾ ਤੇ cosecant ਦਾ cosecant ਰਹੂਗਾ। ਇਸ ਲਈ ਰੂਲ ਆ ਵਾਲਾ ਸਭ ਤੋਂ ਵਧੀਆ ਰੂਲ ਹੈ। ਇਹਦੇ ਰੂਲ ਦੇ ਨਾਲ ਹੀ ਆਪਾਂ ਜ਼ਿਆਦਾਤਰ ਸਵਾਲ ਕਰਦੇ ਹਾਂ, ਕਿਉਂਕਿ ਇਹਦੇ ਚ ਟੀ ਰੇਸ਼ੋ ਬਦਲਣਾ ਨਹੀਂ ਪੈਂਦਾ, ਕੰਮ ਹੁੰਦਾ ਸੌਖਾ, ਤੇ ਟੀ ਰੇਸ਼ੋ ਨੂੰ ਡਿਸਾਈਡ ਕਰਨਾ ਸਾਈਨ ਸੌਖਾ ਹੋ ਜਾਂਦਾ ਕੰਮ। ਦੱਸਦਾ ਤੁਹਾਨੂੰ ਕਿਵੇਂ ਹੁੰਦਾ। ਪਰ ਜਦੋਂ ਆਪਣਾ 180 ਦੀ ਬਜਾਏ ਅੱਛਾ ਜੇ 360 ਵੀ ਆ ਜਾਵੇ ਨਾ ਤਾਂ ਵੀ ਸਾਰਾ ਰੂਲ ਸੇਮ ਰਹੇਗਾ, ਮਤਲਬ ਟੀ ਰੇਸ਼ੋ ਬਦਲਣਗੇ ਨਹੀਂ। ਕਲੀਅਰ ਹੈ ਗੱਲ? Yes, sir. yes sir, 180 ਤੇ ਨਹੀਂ ਬਦਲਨੇ, 360 ਤੇ ਨਹੀਂ ਬਦਲਨੇ। ਪਰ ਜਦੋਂ ਤੁਸੀਂ ਕਰ ਦਿੰਦੇ ਹੋ ਨਾ 90 ਜਾਂ 270 ਤਾਂ ਉਹ ਬਦਲ ਜਾਂਦੇ ਨੇ। ਤੇ ਬਦਲਦੇ ਕਿਵੇਂ ਨੇ? ਜਦੋਂ ਵੀ ਇੱਕ ਵਾਰ ਫਿਰ ਦੁਬਾਰਾ ਲਿਖ ਦੇਣਾ, ਮੈਂ ਜਨਰਲ ਗੱਲ ਲਿਖ ਦੇਣਾ, 180 ਪਲੱਸ ਮਾਈਨਸ ਥੀਟਾ ਹੋਵੇ ਜਾਂ 360 ਡਿਗਰੀ ਪਲੱਸ ਮਾਈਨਸ ਥੀਟਾ ਹੋਵੇ, ਦੈਨ ਤੁਹਾਡੇ ਜਿਹੜੇ ਟੀ ਰੇਸ਼ੋ ਨੇ will not change। ਸਿੰਪਲ ਜੀ ਗੱਲ ਹੈ, ਚੇਂਜ ਨਹੀਂ ਹੋਣਗੇ। ਤੇ ਜੇ 90 ਡਿਗਰੀ ਵਿੱਚ ਪਲੱਸ ਮਾਈਨਸ ਥੀਟਾ ਹੋ ਗਿਆ ਜਾਂ 270 ਡਿਗਰੀ ਵਿੱਚ ਪਲੱਸ ਮਾਈਨਸ ਥੀਟਾ ਹੋ ਗਿਆ, ਦੈਨ ਤੁਹਾਡੇ ਟੀ ਰੇਸ਼ੋਜ਼ ਜਿਹੜੇ ਨੇ ਉਹ ਚੇਂਜ ਹੁੰਦੇ ਨੇ। ਤੇ ਚੇਂਜ ਕਿਵੇਂ ਹੁੰਦੇ ਨੇ? ਸਾਈਨ ਦਾ ਕਾਜ਼ ਤੇ ਕਾਜ਼ ਦਾ ਸਾਈਨ ਹੁੰਦਾ ਹੈ। ਯਾਦ ਰੱਖੋ ਰੈਸੀਪ੍ਰੋਕਲ ਚ ਨਹੀਂ ਜਾਂਦਾ, ਸਪਲੀਮੈਂਟ। ਟੈਨ ਦਾ ਕਾਟ ਤੇ ਕਾਟ ਦਾ tan, ਸੀਕੈਂਟ ਦਾ ਕੋਸੀਕੈਂਟ ਤੇ ਕੋਸੀਕੈਂਟ ਦਾ ਸੀਕੈਂਟ। ਇਹ ਜਿਵੇਂ 10th ਕਲਾਸ ਤੁਸੀਂ ਕਰਦੇ ਸੀ ਚੇਂਜ, ਉਹੀ ਵਾਲੇ ਚੇਂਜ ਹੁੰਦੇ ਨੇ।
Yes, ਤੇ sir. ਸਾਈਨ ਇੱਥੇ ਵੀ ਡਿਸਾਈਡ ਕਰਨਾ ਪੈਂਦਾ, ਸਾਈਨ ਡਿਸਾਈਡ ਕਰਨਾ, ਆ ਪਹਿਲਾ ਰੂਲ ਹੋ ਗਿਆ ਸਮਝ ਲਓ ਪੂਰਾ ਹੀ। ਤੇ ਸਾਈਨ ਕਿਵੇਂ ਡਿਸਾਈਡ ਹੁੰਦਾ ਆ? ਡਿਸਾਈਡਡ ਬਾय ਕੁਆਡਰੈਂਟਸ, ਵੀ ਕਿਹੜੇ ਕੁਆਡਰੈਂਟ ਦੇ ਵਿੱਚ ਗਿਆ। ਮੈਂ ਤੁਹਾਨੂੰ ਕੁਐਸਚਨ ਕਰਕੇ ਦਿਖਾਣਾ, ਸਿੱਧਾ ਹੀ ਤੁਹਾਨੂੰ ਸਭ ਗੱਲ ਪਤਾ ਲੱਗ ਜੇਗੀ। ਚਲੋ ਇੱਕ ਕੁਐਸਚਨ ਕਰਦੇ ਹਾਂ, ਸਾਈਨ 150 ਡਿਗਰੀ ਸੋਲਵ ਕਰਨਾ ਆ, ਤੇ ਆਪਾਂ ਦੇਖਦੇ ਹਾਂ ਇਹਦੀ ਵੈਲਿਊ ਕੀ ਆਏਗੀ। ਤੇ ਮੈਂ ਤੁਹਾਨੂੰ ਦੋਨੋਂ ਤਰ੍ਹਾਂ ਕਰਕੇ ਦਿਖਾਣਾ। 150 ਡਿਗਰੀ ਨੂੰ ਸੋਲਵ ਕਰਦੇ ਹੋਏ ਦੋ ਬੱਚੇ ਅਲੱਗ-ਅਲੱਗ ਤਰ੍ਹਾਂ ਕਿਵੇਂ ਇਹਨੂੰ ਕਰਨਗੇ। ਦੇਖੋ, ਇੱਕ ਬੱਚਾ ਕਹਿੰਦਾ ਲੈ 150 ਡਿਗਰੀ ਆ, ਮੈਂ ਇਹਨੂੰ ਲਿਖ ਦਿੰਦਾ ਹਾਂ 90 ਜਮਾ 60। ਗੱਲ ਤਾਂ ਠੀਕ ਆ ਉਹਦੀ ਕਿ ਨਹੀਂ? Yes, sir. Yes, ਫਿਰ ਉਹ sir. ਕਹਿੰਦਾ ਲੈ ਇਹ ਤਾਂ 90 ਪਲੱਸ ਥੀਟਾ ਹੋ ਗਿਆ ਨਾ, ਤਾਂ ਫਿਰ ਸਾਈਨ ਦਾ 90 ਦੇ ਕਰਕੇ ਕੀ ਬਣ ਜਾਊਗਾ? Cos 60. Cos 60. ਫਿਰ ਉਹ ਕਹਿੰਦਾ 90 ਜਮਾ ਥੀਟਾ ਕਿਹੜਾ ਕੁਆਡਰੈਂਟ ਆ? Second. ਤੇ ਸੈਕਿੰਡ ਕੁਆਡਰੈਂਟ ਦੇ ਵਿੱਚ minus ਦਾ cos ਕੀ ਹੁੰਦਾ? ਪੋਜ਼ਿਟਿਵ ਹੁੰਦਾ ਨਾ। ਸਾਈਨ ਯਾਦ ਰੱਖਣਾ, ਇਹਨੂੰ cos ਨੂੰ ਨਹੀਂ ਦੇਖਣਾ, ਜਿਹੜਾ ਅਸਲੀ ਥੀਟਾ ਉਹਨੂੰ ਦੇਖਣਾ। ਪੋਜ਼ਿਟਿਵ ਹੁੰਦਾ ਨਾ ਉੱਤੇ। Yes, sir. Yes, sir. ਆਨਸਰ ਕੀ ਆ ਗਿਆ? ਹੋ ਗਿਆ 1 by 1/2. ਇੱਕ ਬੱਚਾ ਕਹਿੰਦਾ ਵੀ ਮੈਂ ਨਹੀਂ ਪੈਣਾ ਜੱਬ ਦੇ ਵਿੱਚ, ਆ ਕੀ 90 90 270, ਫਿਰ ਉਹਨੂੰ ਬਦਲੋ, ਫਿਰ ਕਰੋ ਸਾਈਨ ਚੈੱਕ ਕਰੋ, ਉੱਪਰਲੇ ਦਾ ਦੇਖਣਾ ਨੀਚੇਲੇ ਦਾ ਨਹੀਂ ਦੇਖਣਾ, ਪੰਗਾ ਹੀ ਖਤਮ। ਉਹ ਕਹਿੰਦਾ ਮੈਂ ਤਾਂ ਐਂ ਕਰੂੰਗਾ ਕਿ ਮੈਨੂੰ ਬਦਲਣਾ ਹੀ ਨਾ ਪਵੇ ਸਾਈਨ, ਮੈਂ ਤਾਂ ਐਂ ਕਰੂੰਗਾ। ਉਹ ਸਿਆਣਾ ਵਾ, ਉਹ ਕਹਿੰਦਾ ਲੈ ਇਹ ਤਾਂ ਸਾਈਨ ਦਾ ਸਾਈਨ ਹੀ ਲਿਖਣਾ ਹੁੰਦਾ, ਇਹ ਚ ਕਿਹੜਾ ਕੁਝ ਕਰਨਾ ਆ ਬਦਲਣਾ। ਕੁਆਡਰੈਂਟ ਕਿਹੜਾ ਆ? ਦੂਜਾ ਹੀ ਆ। ਆਨਸਰ ਕਿੰਨਾ ਆਇਆ? ਸਰ ਦੂਸਰਾ ਕੁਆਡਰੈਂਟ ਕਿਵੇਂ ਹੈ? ਦੁਬਾਰੇ 180 ਦੱਸ ਮਾਈਨਸ ਥੀਟਾ ਨਾ, 180 ਵਿੱਚੋਂ ਮਾਈਨਸ ਥੀਟਾ ਕੀਤਾ ਨਾ ਆਪਾਂ, ਦੇਖੋ ਕਰਾਇਆ ਸੀ ਨਾ ਹੁਣੀ। ਆ ਦੇਖੋ 180 ਚੋਂ ਕੁਝ ਘਟਾਇਆ, ਮਤਲਬ ਤਾਂ ਘੱਟ ਹੋ ਗਿਆ ਨਾ 180 ਤੋਂ, ਯੈਸ ਸਰ। ਤਾਂ ਫਿਰ ਆ ਗਿਆ ਦੂਜਾ ਕੁਆਡਰੈਂਟ। ਓਕੇ ਸਰ। ਮਤਲਬ ਇਹ ਹੈ ਕਿ ਮੈਂ ਇਹ ਪ੍ਰੈਫਰ ਕਰੂੰਗਾ, ਤੁਹਾਨੂੰ ਇਹ ਸਲਾਹ ਦਊਂਗਾ, ਤੁਸੀਂ 90 ਜਾਂ 270 ਦੇ ਨਾਲ ਬਦਲਿਆ ਹੀ ਨਾ ਕਰੋ। ਮਜਬੂਰੀ 'ਚ ਕਿਤੇ ਆ ਗਿਆ, ਫਿਜ਼ਿਕਸ 'ਚ ਯੂਜ਼ ਕਰਨਾ ਪੈ ਗਿਆ ਤਾਂ ਕਰ ਲਾਂਗੇ, ਪਰ ਆਪਾਂ ਇਹਨੂੰ ਪ੍ਰੈਫਰ ਕਰਾਂਗੇ ਕਿਉਂਕਿ 180 ਨਾਲ ਚੇਂਜ ਕਰਨ ਵਾਲਾ ਜੱਬ ਨਹੀਂ ਹੁੰਦਾ। ਆਨਸਰ ਸੇਮ ਹੀ ਆਣਗੇ ਸਾਰਿਆਂ ਦੇ। ਇੱਕ ਹੋਰ ਕੁਐਸਚਨ ਕਰ ਦਿੰਦੇ ਆ, ਜਿਵੇਂ ਕਿ ਮੰਨ ਲਓ ਮੈਂ ਕਹਿ ਰਿਹਾ tan of 150 ਡਿਗਰੀ ਕਰ ਦਿਓ, ਕੀ ਕਰੋਗੇ? ਇੱਕ ਬੱਚਾ ਫਿਰ ਦੋਨੋਂ ਤਰੀਕੇ ਨਾਲ ਕਰਕੇ ਦਿਖਾਣਾ। ਇਹ ਕਹੂਗਾ ਜੀ 90 ਪਲੱਸ 60. ਪਰ 90 ਦੇ ਕਰਕੇ ਆ ਥੀਟਾ ਸਮਝੋ ਤੁਹਾਡਾ, ਹੁਣ ਆ ਥੀਟਾ ਬਣ ਗਿਆ ਨਾ, tan ਦਾ ਕੀ ਬਣ ਜਾਊਗਾ? Cos 60. ਬਣਾਉਣਾ ਪਏਗਾ cot, ਕਿਉਂਕਿ 90 ਹੈ। ਤੇ 90 ਪਲੱਸ ਥੀਟਾ ਸੈਕਿੰਡ ਕੁਆਡਰੈਂਟ ਚ tan ਕੀ ਹੁੰਦਾ? Negative. नेगेटिव साइन लगेगा बाहर, सो cot 60 कितना आएगा? cos 60 by sin 60, है ना? कितना बनेगा? 1 by root. 1/√3. आंसर आ गया बस। ਤੇ ਕੋਈ ਬੱਚਾ ਫਿਰ ਮੈਂ ਕਹਿੰਦਾ ਮੈਂ ਪ੍ਰੈਫਰ ਹੀ ਕਰੂੰਗਾ, ਮੈਂ ਇਦਾਂ ਪ੍ਰੈਫਰ ਕਰੂੰਗਾ, ਮੈਨੂੰ ਆ ਜ਼ਿਆਦਾ ਪਸੰਦ ਹੈ, ਠੀਕ ਹੈ, ਇਹ ਜ਼ਿਆਦਾ ਪਸੰਦ ਹੈ। ਮੈਂ ਕਹਿੰਦਾ ਮੈਂ tan 180 minus 30, ਠੀਕ ਹੈ। Yes, sir. tan ਦਾ tan ਹੀ ਰੱਖਣਾ ਵਾ। Yes, sir. ਕੁਆਡਰੈਂਟ ਦੂਜਾ 네ਗੇਟਿਵ, tan 30 की sin 30 by cos 30, that is this आंसर। ਸਰ ਆਪਾਂ 360 ਕਦ ਯੂਜ਼ ਕਰਦੇ ਆ? ਅਗਲਾ ਕੁਐਸਚਨ ਦੇਖ ਲਾ। ਚਲੋ ਜੀ, ਬੜਾ ਵਧੀਆ ਕੁਐਸਚਨ ਹੈ। tan 330 ਡਿਗਰੀ ਸੋਲਵ ਕਰਨਾ ਹੈ। ਹੁਣ 180 ਕਰਕੇ ਬਹੁਤ ਦੂਰ ਜਾਣਾ ਪੈਣਾ ਨਾ, Yes, sir. ਕਿਹਦੇ ਨੇੜੇ ਹੋ ਗਏ? 360 ਦੇ। ਸਭ ਤੋਂ ਸੌਖਾ ਕੰਮ ਹੈ, ਕਰੋ tan ਦਾ tan ਹੀ ਰੱਖਣਾ, ਕਿਉਂਕਿ 360 ਤੇ ਤਾਂ ਬਦਲਣਾ ਨਹੀਂ। Yes, sir. ਤੇ ਚੌਥਾ ਕੁਆਡਰੈਂਟ ਆ, ਉੱਥੇ 네ਗੇਟਿਵ ਦਾ tan है ना, फिर sin 30 by cos 30, that is 1/√3 आंसर। ये भी सेम आंसर आ गया। ਸਰ ਇਹ ਵਾਲਾ ਵਾਪਸ ਦੱਸ ਦਿਓ, हैं ਸਰ ਇਹ ਵਾਲਾ ਵਾਪਸ ਦੱਸ ਦਿਓ, 10 ਵਾਲਾ। देखो ना 360 minus 30 करता ना 330 ਨੂੰ, है ना? ਯੈਸ ਸਰ। 330 ਨੂੰ 360 minus थीटा ਕਰਾਂਗੇ ਤਾਂ ਫਿਰ ਉਹ ਨਹੀਂ ਬਦਲੇਗਾ ਨਾ, tan ਦਾ tan ਹੀ ਰਹੇਗਾ, थीटा ਆ ਰਿਹਾ। ਤੇ ਚੌਥੇ ਕੁਆਡਰੈਂਟ 'ਚ tan 네ਗੇਟਿਵ ਹੁੰਦਾ ਨਾ, ਐਂ ਦੇਖ ਲਿਆ ਕਰੋ, ਆਫਟਰ ਸਕੂਲ ਟੂ ਕਾਲਜ, ਇੱਥੇ ਤਾਂ ਚੌਥੇ 'ਚ ਤੱਕ tan 네ਗੇਟਿਵ ਹੀ ਆ, cos ਤੇ secant ਪੋਜ਼ਿਟਿਵ ਹੁੰਦੇ ਬਸ, ਤਾਂ ਕਰਕੇ ਆ 네ਗੇਟਿਵ ਬਾਅਦ 'ਚ ਬਾਹਰ ਲਗਾਉਣੇ ਆ, ਯਾਦ ਰੱਖਣਾ, ਠੀਕ ਹੈ ਗੱਲ। Yes, sir. Yes, sir. ਸੋ ਬੇਸਿਕਲੀ ਤਾਂ ਇਹ ਆ, ਜਿਹਨੇ ਸਿੱਖ ਲਿਆ ਰਫਲੀ ਚੀਜ਼ਾਂ ਨੂੰ ਕਰਨਾ, ਉਹਨੂੰ ਬੱਚੇ ਲਈ ਕੋਈ ਔਖਾ ਨਹੀਂ ਹੋਏਗਾ। ਅੱਛਾ, ਜੇ ਮੰਨ ਲਓ ਮੈਨੂੰ ਕੋਈ ਕਹਿ ਦੇਵੇ, ਦੇਖੋ ਧਿਆਨ ਨਾਲ, ਸਾਈਨ ਆਫ -30 ਡਿਗਰੀ, ਹੁਣ ਮੈਂ ਤੁਹਾਨੂੰ ਦੱਸਦਾ ਇਹ ਜਿਹੜੀ ਕਰਾ ਰਿਹਾ ਸੀਗਾ, ਇਸ ਅਸਲ ਵਿੱਚ ਤੁਸੀਂ 0
ਡਿਗਰੀ ਤੇ 360 ਡਿਗਰੀ ਨੂੰ ਇੱਕੋ ਹੀ ਵੇਟੇਜ ਦੇ ਸਕਦੇ ਹੋ ਨਾ ਦੋਨਾਂ ਨੂੰ। ਤਾਂ ਬੇਸਿਕਲੀ ਇਹਨੂੰ -30 ਨੂੰ ਤੁਸੀਂ ਕੀ ਲਿਖੋਗੇ 0 ਡਿਗਰੀ -30 ਡਿਗਰੀ ਲਿਖੋਗੇ ਬੇਸਿਕਲੀ। ਤੇ 0 ਦਾ ਕਰਕੇ ਵੀ ਚੇਂਜ ਨਹੀਂ ਹੁੰਦਾ ਨਾ ਫਿਰ। ਹਾਂਜੀ ਤੇ ਤੁਸੀਂ ਦੱਸੋ ਫਿਰ ਮੈਨੂੰ 0 -30 ਡਿਗਰੀ ਜਾਂ 0 माइनस का साइन 30। सर माइनस का साइन यस क्वाड्रेंट में चला गया। आंसर बिल्कुल ठीक ठीक है गल ਸਰ ਇੱਕ ਵਾਰੀ ਦੱਸ ਦਿਓ ਫਿਰ आही गल ਆਹੀ ਜਿਹੜਾ ਸਮਾਂ देखो ना साइन -30 डिग्री है ना -30 डिग्री ਨੂੰ ਤੁਸੀਂ 0 -30 डिग्री भी लिख सकते हो ना कि नहीं लिख सकते बस आप लिख -0 सकते। -30 0 करके भी चेंज नहीं होता टी रेशो सेम ही रहता है ठीक बेसिकली है, सर, 0 लग करके 180 करके ते 360 करके चेंज नहीं हो सकता थीटा टी रेशो ਦਾ चेंज नहीं होएगा बट नेगेटिव पॉजिटिव देख लियो क्वाड्रेंट ਦੇ ਹਿਸਾਬ ਨਾਲ ਸਰ ਲੱਗ ਗਿਆ ਪਤਾ। ਹੁਣ ਮੈਂ ਸਰ ਉਹ ਐਂਗਲ ਨੂੰ ਜੀ ਐਂਟੀ ਕਲੌਕਵਾਈਜ਼ ਡਾਇਰੈਕਸ਼ਨ ਚ ਦੇਖਣਾ ਫਿਰ ਜੀ ਨੈਗੇਟਿਵ ਵਾਲੀ ਤਰ੍ਹਾਂ। ਹਾਂ ਆਬਵੀਅਸਲੀ ਨਾ ਨੈਗੇਟਿਵ ਕਿਉਂਕਿ ਹੁਣੀ ਤਾਂ ਦੱਸਿਆ ਸੀ ਨੈਗੇਟਿਵ ਸਾਈਨ ਦਾ ਮਤਲਬ ਹੀ ਹੋਇਆ। ਅੱਛਾ ਫਿਰ ਕੋਈ ਬੱਚਾ ਕਿਸੇ ਨੂੰ ਯਾਦ ਰਹੇਗਾ ਕਿ ਮੈਂ ਤਾਂ ਪੋਜ਼ਿਟਿਵ ਬਣਾ ਕੇ ਕਰਨਾ ਮੈਂ ਨਹੀਂ ਨੈਗੇਟਿਵ ਕਰਨਾ। ਮੈਂ ਕਿਹਾ ਫਿਰ ਐ ਕਰ ਤੂੰ ਕਰ ਦੇ ਐਡ ਫਿਰ ਵਿੱਚ 360 ਤਾਂ ਕੀ ਬਣ ਜਾਊਗਾ ਉਹ ਸਿੱਧੇ ਜਿੰਨੀ ਮਰਜ਼ੀ ਵਾਰ 360 ਐਡ ਕਰੀ ਕੋਈ ਫਰਕ ਨਹੀਂ ਪੈਂਦਾ ਦੱਸਿਆ ਨਾ ਹੁਣੀ ਕੀ ਬਣ ਜਾਊਗਾ ਆ ਬਣ ਗਿਆ। ਸਰ 90 ਐਡ ਨਹੀਂ ਕਰ ਸਕਦੇ। ਯੈਸ ਸਰ। ਕੋਈ 90 ਐਡ ਨਹੀਂ ਕਰ 90 ਐਡ ਕਰਨ ਨਾਲ ਉੱਥੇ ਆ ਜਾਓਗੇ ਤੁਸੀਂ ਸੋਚ ਕੇ ਦੇਖੋ ਜਦੋਂ ਤੁਸੀਂ ਕੁਝ ਰੋਟੇਸ਼ਨ ਕਰ ਰਹੇ ਹੋ ਸੋਚੋ ਆਹ ਦੇਖੋ ਆਹ ਐਂਗਲ ਆ ਇਹਨੂੰ 90 ਰੋਟੇਟ ਕਰੂੰਗਾ ਤਾਂ ਇੱਥੇ ਆਊਗਾ ਵਾਪਸ ਇਹ ਤਾਂ ਇੱਥੇ ਉਧਰ ਚਲਾ ਗਿਆ ਨਾ ਦੇਖੋ ਯੈਸ ਇੱਥੇ ਸੀਗਾ ਇੱਥੇ ਚਲਾ ਗਿਆ ਹੈ ਉੱਥੇ ਥੋੜੀ ਆਇਆ ਜਦੋਂ ਮੈਨੂੰ ਘੁਮਾ ਕੇ ਵਾਪਸ ਇੱਥੇ ਲੈ ਕੇ ਆਉਂਗਾ ਤਾਂ ਜਾ ਕੇ ਉਹ ਸੇਮ ਜਗ੍ਹਾ ਤੇ ਆਏਗਾ ਨਾ ਹਾਂਜੀ ਸਰ। ਫਿਰ 360 ਐਡ ਕਰਾਂਗੇ ਨਾ ਯੈਸ ਸਰ। ਸੋ ਉਹਦੇ ਵਿੱਚ ਲੌਜੀਕ ਆ ਤੇ ਇਹ ਚ 330 ਹੋ ਗਿਆ 330 ਨੂੰ ਹੁਣ ਬੰਦਾ ਕਹੂਗਾ ਹੁਣ ਮੈਂ ਕਰ ਲੈਣਾ 360 -30 ਹੁਣ ਠੀਕ ਲੱਗ ਰਿਹਾ ਯੈਸ ਸਰ ਉਹ ਕਹਿੰਦਾ ਹਾਂ ਹੁਣ ਠੀਕ ਹੈ ਸਾइन 360 ਦੇ ਕਰਕੇ ਸਾइन ਦਾ ਸਾइन ਰਿਹਾ 30 डिग्री आ गया 360 माइनस थीटा चौथा क्वाड्रेंट लो जी आंसर सेम पता लग रही गल हुण ਯੈਸ ਸਰ Yes, sir. बहुत Yes, चंगी तरह sir. सिखो बहुत बेसिक जियां गल्लां ने 2-3 सवाल हुण मैं तुहानू दिना तुसीं मैनूं हुणे करके आंसर दस्सिओ पर मैं जिहदा नाम लऊंगा ना आंसर वही दूगा बच्चा ਐਵੇਂ ਨਹੀਂ ਵੀ ਸਾਰਿਆਂ ਨੇ ਵਿੱਚ ਬੋਲੋ ਹੁਣ ਮੈਂ ਜਿਹਦਾ ਨਾਮ ਲਵਾਂਗਾ ਉਹੀ ਜਵਾਬ ਦਊਗਾ ਉਦਾਂ ਤੁਸੀਂ ਸਾਰੇ ਬੋਲਿਆ ਕਰੋ ਜਿਵੇਂ ਕਿ ਇੱਕ ਕਰਨਾ ਸ਼ੁਰੂ ਕਰ ਦਿਓ ਕਾਪੀ ਵਿੱਚ ਨਾਲ ਹੀ ਹੁਣੀ ਸੋਲਵ ਕਰਨਾ ਸ਼ੁਰੂ ਕਰ ਦਿਓ ਨਾਲ ਦੇ ਨਾਲ ਨਾ tan 300 ਡਿਗਰੀ ਦੀ ਵੈਲਿਊ ਪੁੱਛੂੰਗਾ ਮੈਂ ਤੁਹਾਨੂੰ ਹੁਣੀ ਤੇ ਮੈਂ ਪੁੱਛੂੰਗਾ ਤੁਹਾਨੂੰ sin 300 ਡਿਗਰੀ ਦੀ ਵੈਲਿਊ ਪੁੱਛੂੰਗਾ ਤੇ ਮੈਂ ਤੁਹਾਨੂੰ secant of -45 डिग्री की वैल्यू पूछूंगा ते मैं cosecant of 150 डिग्री की वैल्यू पूछूंगा ते मैं cos 180 डिग्री की वैल्यू पूछूंगा देखते हैं इन्हें कौन करता है ते sin of 180 डिग्री की वैल्यू पूछूंगा ते मैं tan of 120 डिग्री की वैल्यू पूछूंगा cos of 240 डिग्री की पूछूंगा ते secant of 240 डिग्री की पूछूंगा तुसी यार 9 वैल्यूज जड़ियां ने हुणी कॉपी ते सॉल्व करो पूरा 2 मिनट का टाइम लो 2 मिनट बाद मैं जिहदा नाम लऊंगा वही बच्चा आंसर देगा फिर आप चेक करांगे वो सही कर रहे कि गलत कर रहे सारे जने हुणी करो हाँ जी फिर ये बारे मैं जिहदा नाम लऊंगा बच्चा वो बच्चा दसेगा विक्रमजीत सिंह हाँ जी सर जी हो गए काम सारे सर लास्ट 2 रह गए जी अच्छा अच्छा चलो कर लो सारे ने कर लो पहला ओके सर चलो हुण तां सबने कर लिया होना लगभग यस सर। हाँ जी विक्रमजीत हाँ जी सर ये दसो cos 240 की वैल्यू कितनी है सर cos 240 एक मिनट सर दसदा जी कितना नहीं सॉल्व हाल तक ਉਹ ਨਹੀਂ ਸਰ ਉਹਦੀ ਮੜਾ ਜਿਹਾ ਉਲਝ ਗਿਆ ਸੀ कोई नहीं हुण सोच ला ਹਾਂਜੀ ਸਰ ਹਾਂਜੀ
ਹੁਣ ਦੇਖੋ ਕਹਿਣ ਨੂੰ ਤਾਂ ਕੋਈ ਬੰਦਾ 270 ਮਾਈਨਸ 30 ਵੀ ਕਰ ਸਕਦਾ, ਪਰ ਮੈਂ ਕਹੂੰਗਾ ਕਿ ਨਾ ਕਰੋ, 180 ਤੇ ਕੰਮ ਸਿੱਧਾ ਰੱਖੋ, ਹਨਾ। ਕੀ ਆਊਗਾ ਦੱਸੋ? ਸਰ -√3/2 -√3/2 ਕਹਿ ਰਿਹਾ ਹੈ। ਦੇਖੋ ਚੈੱਕ ਕਰ ਲੈਂਦੇ ਆ। ਇਹ ਆਊਗਾ ਜੀ 180 ਮਾਈਨਸ 60। ਪਹਿਲੀ ਗੱਲ 180 ਕਰਕੇ ਇਹ ਸਰ plus 180 ਨਹੀਂ ਆਏਗਾ। plus 60 sir. 180 plus 60 ਸਰ ਪਲੱਸ ਉਹ ਸੌਰੀ ਨਹੀਂ ਪਲੱਸ 60 ਪਲੱਸ 60 ਸੌਰੀ ਪਲੱਸ 60 cos 60 ਰਹੂਗਾ ਤੇ 180 ਪਲੱਸ ਥੀਟਾ ਹੋ ਗਿਆ ਤੀਜਾ ਕੁਆਡਰੈਂਟ, ਉੱਥੇ cos ਹੁੰਦਾ ਨੈਗੇਟਿਵ ਮਾਈਨਸ cos 60 -1/2 ਤੇ √3 ਕਿੱਥੋਂ ਲਿਆਇਆ ਬਈ? ਉਹ ਸਰ ਮੈਂ ਬੜਾ ਹੋ ਲੱਗਿਆ ਜੀ ਆਪਣਾ ਕੋਈ ਨਹੀਂ 30 plus ਉਹ ਵਾਲੀਆਂ 30 plus ਵੈਲਿਊਜ਼ ਹੋ ਗਏ। ਸਾਰੀਆਂ ਨਾ ਯਾਦ ਰੱਖ ਲੈ ਚੰਗੀ ਤਰ੍ਹਾਂ। ਹਾਂਜੀ ਸਰ ਹਾਂਜੀ। ਚਲੋ ਹੁਣ ਮੈਨੂੰ ਦੱਸੂਗਾ, ਹਾਂਜੀ ਈਸ਼ਿਤਾ, Yes, sir. what is value of tan 300 degree? Tan, 300 sir, -√3. minus, √3. so देख लेते हैं, ये बन जाएगा जी 360 minus 60 and this will be tan 60 with negative of tan 60, that is sin 60 by cos 60, so that is correct। ठीक है, बिल्कुल सही। ते sin 300 डिग्री दी वैल्यू मैंने दसेगा। Excuse me sir. हाँ जी हाँ जी, Sir ਇਹ ਦੁਬਾਰਾ ਸਮਝਾਇਓ tan 300 degree ਵਾਲਾ। देखो ना ਇਹ ਜੇ ਆਪਾਂ 300 डिग्री ਨੂੰ ਪਹਿਲਾਂ ਤਾਂ ਆਪਾਂ 360 minus 60 ਲਿਖ ਸਕਦੇ ਹਾਂ, ਹੈ ਨਾ? Yes sir. 360 minus 60 है ना। 360 ਦੇ ਕਰਕੇ tan ਦਾ tan ਹੀ ਰਹਿਣ ਵਾਲਾ ਹੈ, ਕੋਈ ਦਿੱਕਤ ਨਹੀਂ ਹੈ, ਤੇ 60 ਡਿਗਰੀ ਆ ਰਹੀ ਨਾਲ, ਹੈ ਨਾ, ਹੈ ਨਾ। Yes sir. ਤੇ ਚੌਥੇ ਕੁਆਡਰੈਂਟ 'ਚ ਹੈਗਾ ਹੈ 360 ਮਾਈਨਸ ਥੀਟਾ। ਸੋਚੋ ਤੇ ਚੌਥੇ ਕੁਆਡਰੈਂਟ 'ਚ ਆਫਟਰ ਸਕੂਲ ਟੂ ਕਾਲਜ, ਯਾਨੀ cos ਤੇ secant ਪੋਜ਼ਿਟਿਵ ਹੁੰਦੇ ਨੇ, ਬਾਕੀ ਸਾਰੇ ਨੈਗੇਟਿਵ ਹੁੰਦੇ ਨੇ, ਹਾਂ। ਤੇ tan 60 ਦੀ ਵੈਲਿਊ ਕਿੰਨੀ ਹੈ? √3 ਹੈ। ਠੀਕ ਹੈ ਗੱਲ ਹੁਣ? Sir ਇੱਕ ਵਾਰ ਦੁਬਾਰਾ ਦੱਸਿਓ। मैं बोल रहा समझ नहीं आई होनी। tan 360 minus 60 कितना है? आवाज नहीं आ रही मेरी? हेलो Sir ਉਹ negative sign ਨਹੀਂ ਸਮਝ ਆਇਆ। देखो ना 300 डिग्री आ केड़े क्वाड्रेंट च मैनू ऐ दसो। आ दे चार बनाते हैं अपन। 300 डिग्री केड़े क्वाड्रेंट च आएगा मैनू ऐ दस सोच के। Sir fourth quadrant। हाँ चौथे च आया ना, तो चौथे क्वाड्रेंट दे विच की हुंदा वा दसो? चौथे क्वाड्रेंट च tan पॉजिटिव हुंदा कि नेगेटिव हुंदा? Negative sir। कहीं तो नेगेटिव लाया है। Okay sir। ठीक है गल? ਹੁਣ ਮੈਨੂੰ ਤੁਸੀਂ ਦੱਸ ਵੀ sin 300 डिग्री वैल्यू की होएगी? Sir -√3/2। देख लेने हैं, ए बन जूगी 360 माइनस 60, ए भी बन जूगा sin 60 ते ए भी आऊगी नेगेटिव। तो ठीक तो है, तू आ कर लिया ते आ क्यों नहीं पाई? बिल्कुल ठीक तो है। समझ लग गई गल हुण चंगी तरह? Yes sir। कोई नहीं, इहनूं ध्यान च रखो, पहली बार हुंदा आपां नूं थोड़ा। श्रेया, Yes sir. व्हाट इज secant minus 45? Sir, secant -45 2. 2 कैसे है? Sir minus का 2. -2 ये कह रहे हो? Yes sir. नहीं ये तो नहीं आएगा, सोचो थोड़ा ध्यान नाल। secant 45 डिग्री ਨੂੰ ਤੁਸੀਂ ਕੀ ਲਿਖ ਸਕਦੇ ਹੋ? 0 माइनस है ना, then that will be secant 45 ही रहेगा, and बाहर साइन पॉजिटिव आएगा कि नेगेटिव आएगा? ये बड़ी Positive आएगा sir. पॉजिटिव आएगा, and secant 45 is 1 by cos 45, cos 45 1 over √2, so it is plus √2 ना। Sir सारी √2 आएगा। हाँ 2 नहीं आएगा ना, √2 आएगा। Yes sir. ठीक है, इस तरह बाकी वैल्यू चलो ਤੁਹਾਡੇ ਤੇ ਮੈਂ ਛੱਡਦਾ, ਹੁਣ ਤੁਸੀਂ ਬਾਕੀ ਵੈਲਿਊਜ਼ ਕਰਿਓ। ठीक है, ਅਰੇ -45 ਵਾਲਾ ਫਿਰ ਤੋਂ ਦੱਸ ਦੋ। हाँ अगले पेज पे ਦੱਸ ਦਿੰਦੇ ਆ। ਸਰ हाँ जी, ਸਰ ਆਪਾਂ 90 -45 ਨਹੀਂ ਕਰ ਸਕਦੇ? ਇਹਨੂੰ ਭਰਾਵਾ ਹਾਂਜੀ 90 minus 45 ਤਾਂ 45 ਹੁੰਦਾ ਨਾ, -45 ਥੋੜੀ ਹੋਏਗਾ ਉਹ। ਆਪਾਂ ਨੇ -45 ਵੈਲਿਊ ਲੈ ਕੇ ਆਉਣੀ ਹੈ ਸਰ। नहीं मैं कह रहा 90 minus 45 is equal to 45,
ਹੈ ਕਿ -45 ਸਰ 45 ਸਰ -45 ਨੂੰ ਤੁਸੀਂ ਥੋੜੀ ਲਿਖ ਸਕਦੇ ਹੋ, ਤੁਸੀਂ 45 ਨੂੰ ਲਿਖ ਸਕਦੇ ਹੋ 90 -45 that is correct, but ਤੁਸੀਂ -45 ਨੂੰ 90 -45 ਕਿਵੇਂ ਲਿਖ ਲਓਗੇ ਭਈ, ਇਹ ਤਾਂ ਗੱਲ ਹੀ ਨਹੀਂ ਬਣੀ। सर प्लस 360 कर सकते हैं। Exactly, that you can do. So -45 ਦੇ ਵਿੱਚ +360 ਉਹਦਾ ਦੇਖੋ ਇਹਦਾ ਖੁੱਲਾ ਹੋਈ ਆ, ਜਦੋਂ ਮਰਜ਼ੀ ਲਗਾ ਲਓ। ਇਹ ਕਿੰਨਾ ਬਣ ਜਾਏਗਾ, ਇਹ ਬਣ ਜਾਏਗਾ 315 ਡਿਗਰੀ ਪੋਜ਼ਿਟਿਵ ਬਣ ਜਾਏਗਾ ਨਾ। ਸਰ 315 ਬਣ ਜੂਗਾ। ਦੈਨ ਇਸ ਨੂੰ ਤੁਸੀਂ ਕਰ ਦੋਗੇ 360 -45 ਹੁਣ, ਤੇ ਹੁਣ ਕਿਉਂਕਿ 315 ਦੀ ਵੈਲਿਊ ਤੁਹਾਨੂੰ ਪਤਾ ਨਹੀਂ ਹੈ ਨਾ, ਫਿਰ ਅਗੇਨ ਤੁਸੀਂ ਉਹਨੂੰ ਕਰਕੇ ਸਿਰਫ ਪੋਜ਼ਿਟਿਵ ਕੀਤਾ, ਹੋਰ ਕੁਝ ਨਹੀਂ ਕੀਤਾ, ਹੁਣ ਕਰ ਰਹੇ ਹੋ ਕੰਮ। ਤੇ ਹੁਣ ਆ ਜਾਏਗਾ secant of 45 degree with positive sign because secant is positive in fourth quadrant and that is again √2। ਸਮਝ ਲੱਗੀ ਗੱਲ? ਯੈਸ ਸਰ। ਹੁਣ ਇੱਕ ਤੁਹਾਨੂੰ 네ਗੇਟਿਵ ਥੀਟਾ ਲਈ ਸਿੰਪਲ ਜਿਹਾ ਰੂਲ ਦੱਸਦਾ ਹਾਂ, ਦੇਖੋ ਜਦੋਂ ਵੀ sin of -θ ਆਵੇ ਕੁਝ ਨਹੀਂ ਕਰਨਾ, ਮਾਈਨਸ ਬਾਹਰ ਲਾ ਦੇਣਾ ਤੇ sin θ ਨੂੰ ਸੋਲਵ ਕਰ ਲੈਣਾ, ਜੋ ਵੀ ਆਏਗਾ ਜੀ। ਜੇ cos of -θ ਆਏ ਤਾਂ ਉਹ ਹਮੇਸ਼ਾ ਪੋਜ਼ਿਟਿਵ ਹੀ ਬਣਾ ਦੇਣਾ ਹੈ, ਕਿਉਂਕਿ cos ਚੌਥੇ ਕੁਆਡਰੈਂਟ 'ਚ ਪੋਜ਼ਿਟਿਵ ਹੁੰਦਾ ਹੈ। tan of -θ ਵੀ -tan θ ਹੋ ਜਾਏਗਾ, ਬਿਲਕੁਲ ਇਸ ਤਰ੍ਹਾਂ ਹੀ cosecant of -θ ਜੋ ਹੋਏਗਾ ਉਹ माइनस ऑफ cosecant θ ਹੋਏਗਾ, secant of -θ ਜੋ ਹੋਏਗਾ ਉਹ secant θ ਦੇ ਹੀ ਬਰਾਬਰ ਆਇਆ, ਪਿੱਛੇ ਦੇਖ ਰਹੇ ਹੋ 45 ਵੀ ਆ ਗਿਆ ਸੀ ਆਪਣੇ ਆਪ। ਐਂਡ ਇਸ ਤਰ੍ਹਾਂ cot of -θ ਜੋ ਹੋਏਗਾ माइनस ऑफ cot θ बराबर होएगा। ਇਹਦਾ ਮਤਲਬ ਇਹ ਹੈ cos and secant are special। ਅਗਰ 네ਗੇਟਿਵ θ ਆ ਜਾਏ ਤਾਂ ਉਹਨੂੰ 네ਗੇਟਿਵ ਨੂੰ ਖਤਮ ਕੀਤਾ ਜਾਏ। 네ਗੇਟਿਵ ਸਾਈਨ ਇਹਨਾਂ ਚੋਂ ਬਾਹਰ ਟਰੈਵਲ ਨਹੀਂ ਕਰਦਾ, ਇਹ ਸਮਝ ਲਓ, ਸੌਖਾ ਰਹੇਗਾ ਯਾਦ ਰੱਖਣਾ। ਸਾਈਨ ਦੇ ਅੰਦਰੋਂ 네ਗੇਟਿਵ ਸਾਈਨ ਬਾਹਰ ਟਰੈਵਲ ਕਰ ਜਾਏਗਾ, ਸਿੰਪਲੀ sin θ ਆ ਜਾਏਗਾ। ਕੋਸਿਕੈਂਟ ਚੋਂ ਵੀ ਬਾਹਰ ਆ ਜਾਏਗਾ, cot ਚੋਂ ਵੀ ਟੈਪ, ਪਰ cos ਤੇ secant ਚੋਂ ਬਾਹਰ ਨਹੀਂ ਆਂਦਾ, ਕਿਉਂਕਿ 네ਗੇਟਿਵ θ ਦਾ ਮਤਲਬ ਹੁੰਦਾ ਹੈ in this quadrant and in that quadrant cos and secant ਦੀ ਵੈਲਿਊ ਪੋਜ਼ਿਟਿਵ ਹੀ ਆਏਗੀ, ਸੋ ਸਿੱਧਾ ਹੀ ਪੋਜ਼ਿਟਿਵ ਲਿਖ ਦਿੰਦੇ। ਯਾਦ ਰਹੇਗਾ ਹੁਣ? यस सर। ਬਹੁਤ ਸਿੰਪਲ ਹੈ, ਇਹ ਚੀਜ਼ਾਂ ਨੂੰ ਇਹਨਾਂ ਨੂੰ ਸਿੱਖ ਲਿਓ। ਅੱਜ ਦੀ ਤੁਹਾਨੂੰ ਪ੍ਰੈਕਟਿਸ ਸ਼ੀਟ ਦਊਂਗਾ, ਜਿਹੜੀ ਮੈਂ 30-40 ਕੁਐਸਚਨ ਹੋਣਗੇ ਇਸ ਤਰ੍ਹਾਂ ਦੇ ਹੋਣਗੇ, ਛੋਟੇ ਛੋਟੇ ਇਸ ਤਰ੍ਹਾਂ ਦੇ। ਤੁਸੀਂ ਵੈਲਿਊਜ਼ ਨੂੰ ਕੱਢ ਕੇ ਆਨਸਰ ਆਪਣੇ ਕਰਕੇ ਮੈਚ ਕਰਨੇ ਉਹਦੇ ਨਾਲ, ਠੀਕ ਹੈ ਸਰ? ਫਿਫਥ ਸਰ ਉਹ ਹੋਮਵਰਕ ਨੋਟਬੁੱਕ ਤੇ ਕਰਨੇ ਨੇ ਉਹ ਕੁਐਸਚਨਸ। ਹਾਂ, ਉਹਨੂੰ ਹੋਮਵਰਕ ਨੋਟਬੁੱਕ ਤੇ ਕਰਨਾ। ਆਹ ਵਾਲਾ ਜਿਹੜਾ ਮੈਂ ਲੈਕਚਰ ਨੋਟਸ ਵੀ ਤੇ ਉਹ ਵੀ ਸਾਰੀ ਗੱਲਾਂ ਤੁਹਾਨੂੰ ਯਾਦ ਰਹਿਣ, ਬਸ ਹਮੇਸ਼ਾ ਇੰਨਾ ਧਿਆਨ ਰੱਖਿਓ, ਵਧੀਆ ਤਰ੍ਹਾਂ ਸਾਫ਼ ਸੁਥਰਾ ਲਿਖੋ। ਸਰ ਕਲਾਸ ਦਾ ਰਿਕਾਰਡਡ ਲੈਕਚਰ ਕਿੱਥੋਂ ਮਿਲੂਗਾ ਜੀ? ਮੈਂ ਦਊਂਗਾ। ਓਕੇ। ਹਾਂ, ਪਿਛਲੀ ਵਾਰ ਵਾਲਾ ਮਿਲਿਆ ਨਹੀਂ? नो सर। ਉਹ ਸੌਰੀ, ਫਿਰ ਮੈਨੂੰ ਲੱਗਦਾ ਮੈਂ ਭੁੱਲ ਗਿਆ ਦੇਣਾ ਤੁਹਾਨੂੰ। ਮੈਂ ਉਹ ਵੀ ਭੇਜ ਦੂੰਗਾ, ਅੱਜ ਆ ਵੀ ਭੇਜ ਦੂੰਗਾ, दोनों ਭੇਜ दूंगा, ਹੁਣੀ ਭੇਜ ਦੂंगा, ठीक है? ओके सर। ये फिफ्थ और सिक्स क्वेश्चन करवा दो जो भी आपने दिए थे करने के लिए। इसमें से 5th और 6th या हाँ एक गला तो रह गया, आ भी कर लिए। देखो भाई बड़ा सौखा होता है काम। 180 मतलब है ही 180, टेंशन नहीं लेनी। 180 ਨੂੰ ਤਾਂ ਬੜਾ ਆਰਾਮ ਨਾਲ ਕਰ ਸਕਦਾ ਬੰਦਾ। देखो +2 -1 only 1 ਉਹ ਕੁਝ नहीं करना है। सॉरी +1 सर। 180 डिग्री प्लस 0 डिग्री कर दो यार, की पंगा दसो है? ਯੈਸ ਸਰ। ਤੇ ਇਹਨੂੰ 0 ਡਿਗਰੀ ਨੂੰ ਥੀਟਾ ਮੰਨ ਲਓ। ਹੁਣ ਤੁਸੀਂ ਟੈਨਸ਼ਨ ਨਹੀਂ ਲੈਣੀ। ਮੈਂ ਕਹਿੰਦਾ ਇੱਥੇ ਜੋ ਮਰਜ਼ੀ ਐਂਗਲ ਹੈ ਤੁਹਾਡੇ ਲਈ ਉਹ ਥੀਟਾ ਹੈ ਬਸ। sin 180 plus ਥੀਟਾ, ਉਹੀ ਰੂਲ ਲਗਾਓ, sin of ਥੀਟਾ and 180 plus थर्ड क्वाड्रेंट है माइनस, सो माइनस sin 0 is 0, माइनस 0 तो 0 ही ਹੁੰਦਾ ਹੈ। ਫਿਰ ਕੋਈ ਕਹਿੰਦਾ ਨਹੀਂ ਮੈਂ ਤਾਂ ਜੀ ਮਾਈਨਸ ਕਰੂੰਗਾ, ਕਰ ਲਓ ਫਿਰ 0, ਫਿਰ ਕਿਹੜਾ ਕੋਈ ਫਰਕ ਪੈਂਦਾ। ਆ ਗਿਆ ਫਿਰ sin 0 ਤੇ ਦੂਜੇ ਕੁਆਡਰੈਂਟ ਪੋਜ਼ਿਟਿਵ ਦਾ ਪੋਜ਼ਿਟਿਵ and that is positive of 0, आंसर तो 0 ही आना है ना, कोई फर्क नहीं पैन लगा। सर फिर समझ नहीं आया सर जे ओमे कर लीजिए भी sin of 90 plus 90 is equals to cos 90 0। बिल्कुल जी बिल्कुल, आ लो जी। क्यों नहीं ये समझ नहीं आया? 180 plus 0 नहीं कर सकते 180 ਨੂੰ। सोच के देखो 180 डिग्री ਨੂੰ 180 plus 0 डिग्री ਕਰਨ ਚ ਕੋਈ ਪ੍ਰੋਬਲਮ ਆ ਕਿ ਇਹ ਮੈਥਮੈਟਿਕਲੀ ਗਲਤ ਲਿਖਿਆ ਆਪਾਂ 180 plus 0 ਲਿਖ ਦੇਣਾ? सोचो। ਤੇ ਫਿਰ ਆਪਾਂ 180 ਦੇ ਕਰਕੇ ਸਾਈਨ ਨੂੰ ਸਾਈਨ ਰੱਖਿਆ ਤੇ 180 plus 0 ਲਿਖਿਆ, ਤੁਸੀਂ ਤਾਂ ਉਹਨੂੰ ਆਪਣਾ ਕੁਆਡਰੈਂਟ ਤੀਸਰਾ ਮੰਨ ਲਿਆ। ਕੀ ਸਮਝ ਨਹੀਂ ਆਇਆ ਮੈਨੂੰ ਪੁੱਛੋ ਨਾ ਬੱਚਿਓ, ਇਲੈਬੋਰੇਟ ਕਰਿਆ ਕਰੋ ਕੀ ਸਮਝ ਨਹੀਂ ਆਇਆ, ਕਿਹੜਾ ਸਟੈਪ ਤੁਹਾਨੂੰ ਲੱਗ ਰਿਹਾ ਡਾਊਟਫੁਲ ਜਾਂ ਕੀ। ਸਰ ਤੁਸੀਂ cos ਵਾਲਾ ਤਾਂ ਕਰਾਇਆ ਹੀ ਨਹੀਂ ਕੁਐਸਚਨ। ਤਾਂ ਠੀਕ ਹੈ, ਉਹ ਤਾਂ ਨਹੀਂ, ਮੈਂ ਤਾਂ ਜਿਹੜਾ ਕਰਵਾਇਆ ਮੈਂ ਇਹਦੀ ਗੱਲ ਕਰ ਰਿਹਾ ਨਾ ਪਹਿਲਾਂ, ਤਾਂ ਉਹ ਤਾਂ ਮੈਂ ਕਰਵਾ ਦੂੰਗਾ। ਸਰ ਤਾਂ ਹੀ ਕਨਫਿਊਜ਼ ਹੁੰਦੇ ਵੇ, ਮੈਂ ਆਨਸਰ ਇਦਾਂ ਦੇਖ ਰਹੀ ਸੀ। ਮੈਂ ਤੈਨੂੰ ਸਾਈਨ ਦਾ ਸਮਝ ਆਇਆ ਕਿ ਨਹੀਂ ਆਇਆ ਦੱਸ ਪਹਿਲਾਂ। ਸਰ ਉਹ ਆ ਗਿਆ।
ਸਾਈਨ 180 ਡਿਗਰੀ 0 ਹੁੰਦਾ ਹੈ, ਇਹ ਯਾਦ ਰਹੂਗਾ ਹਮੇਸ਼ਾ। ਹੁਣ ਇਹ ਬੜੀ ਇੰਪੋਰਟੈਂਟ ਵੈਲਿਊ ਹੈ, ਬੜਾ ਕਈ ਵਾਰ ਯੂਜ਼ ਹੋਊਗੀ। ਹੁਣ ਉਹ ਜਿਹੜਾ ਹੁਣੇ ਕੌਣ ਕਹਿ ਰਿਹਾ ਸੀ 90 + 90, ਬੜਾ ਵਧੀਆ ਸੋਚਿਆ ਉਹਨੇ ਵੀ। 90 + 90 ਇਜ਼ ਆਲਸੋ ਵੈਲਿਡ ਨਾ, ਵੈਲਿਡ ਹੈ। ਹਾਂਜੀ ਆ ਥੀਟਾ ਆ ਥੀਟਾ ਆ, ਫਿਰ ਇਹ ਸਾਈਨ ਦਾ ਬਣ ਜਾਊਗਾ cos 90 ਤੇ 90 + ਥੀਟਾ ਸੈਕੰਡ ਕੁਆਡਰੈਂਟ ਚ ਪਲੱਸ cos 90 0 ਹੀ ਹੁੰਦਾ ਹੈ ਹਨਾ। ਸਹੀ ਹੈ। ਕੋਈ ਬੱਚਾ ਇੱਕ ਨਵਾਂ ਆ ਗਿਆ, ਇੱਕ ਕਹਿੰਦਾ ਨਹੀਂ ਜੀ ਮੈਂ ਐ ਨਹੀਂ ਕਰੂੰਗਾ, ਮੈਂ ਤਾਂ 270 ਚੋਂ 90 ਘਟਾਊਂਗਾ। ਘਟਾ ਲਓ ਬਈ, ਕੋਈ ਚੱਕਰ ਨਹੀਂ ਹੈ, ਪੂਰੀ ਖੁੱਲ ਹੈ ਤੁਹਾਨੂੰ। ਆ ਲਓ 270 ਦੇ ਕਰਕੇ ਸਾਈਨ ਦਾ ਬਣ ਜਾਊਗਾ cos, ਕੁਆਡਰੈਂਟ ਤੀਜੇ ਚ ਸਾਈਨ ਹੁੰਦਾ ਨੈਗੇਟਿਵ, ਲਓ ਨੈਗੇਟਿਵ ਲਾ ਦਿਓ, ਪਰ cos 90 ਤਾਂ 0 ਹੀ ਹੁੰਦਾ ਨਾ। ਕੀ ਫਰਕ ਪੈਂਦਾ ਆ? यस सर। ਜਿੱਥੋਂ ਮਰਜ਼ੀ ਕੰਨ ਫੜ ਲਓ, ਕੋਈ ਚੱਕਰ ਨਹੀਂਗਾ। 0 0 0 0 0 ਆਨਸਰ ਇਜ਼ 0 ਐਂਡ ਕੋਈ ਰੂਲ ਆਪਾਂ ਇਹ ਚ ਉਹ ਨਹੀਂ ਕੀਤਾ, ਮਤਲਬ ਬ੍ਰੇਕ ਨਹੀਂ ਕੀਤਾ। ਤੇ ਹੁਣ ਆਨੇ ਆ cos ਦੀ ਗੱਲ ਕਰਨੇ ਆ। cos 180 ਡਿਗਰੀ ਦੇਖ ਲਓ, cos 180 ਨੂੰ ਕੀ ਲਿਖ ਦੋਗੇ? ਚਾਹੇ ਹੁਣ ਮੈਂ ਤੁਹਾਨੂੰ ਦੱਸਿਆ ਤਾਂ ਜੋ ਮਰਜ਼ੀ ਕਰ ਦੋ ਤੁਸੀਂ, +0 -0 ਜੋ ਦਿਲ ਕਰਦਾ ਕਰ ਦੋ, -0 ਕਰ ਦੇਣਾ, ਲੋ ਪਲੱਸ ਹੀ ਕਰ ਲਓ। ਚਲੋ ਕੀ ਬਣ ਜੂਗਾ? ਇਹ cos 0 ਡਿਗਰੀ ਬਣ ਜੂਗਾ, ਸਿੰਪਲ ਜੀ ਗੱਲ। ਪਰ ਕੁਆਡਰੈਂਟ ਕਿਹੜਾ? ਤੀਜਾ ਹੈ ਨਾ। यस सर। cos 0 ਕਿੰਨਾ ਹੁੰਦਾ ਹੈ? 1 -1 ਆਨਸਰ, ਬਸ। यस सर। ਸਮਝ ਲੱਗੀ ਗੱਲ? +1 ਨਹੀਂ ਆਇਆ। ਕਿਵੇਂ +1 ਸਰ ਆਇਆ? ਬਟ ਸਰ ਅਸੀਂ ਇਹਨੂੰ ਥਰਡ ਕੁਆਡਰੈਂਟ ਚ ਕਿੱਦਾਂ ਲਿਆ? ਤਾਂ ਸੈਕੰਡ ਚ ਵੀ ਆ ਸਕਦਾ ਕਿਉਂਕਿ 180 ਆ। ਮੈਂ ਤੁਹਾਨੂੰ ਇਹੀ ਤਾਂ ਗੱਲ ਕਹੀ ਨਾ ਕਿ ਜਦੋਂ ਮੈਂ ਇਹਦੇ ਵਿੱਚ ਪਲੱਸ ਜਾਂ ਮਾਈਨਸ ਨਾਲ ਥੀਟਾ ਲਿਖਿਆ ਨਾ, ਉਹ ਥੀਟਾ ਕੁਝ ਵੀ ਹੋਵੇ, ਤੁਸੀਂ ਉਹਦੇ ਲਈ ਜਿਹੜਾ ਰੂਲ ਅਪਲਾਈ ਕਰ ਸਕਦੇ ਹੋ, ਜਿਹੜੇ ਰੂਲ ਤੁਹਾਨੂੰ ਦੱਸੇ ਗਏ ਨੇ ਉਹ ਐਂ ਹੀ ਅਪਲਾਈ। ਇਸ ਥੀਟਾ ਨੂੰ ਇੱਥੇ ਥੀਟਾ ਲਿਖ ਦੇਣਾ ਬਸ। ਤੁਸੀਂ ਇਹ ਨਹੀਂ ਦੇਖਣਾ, ਤੁਸੀਂ 180 + ਥੀਟਾ ਨੂੰ ਹਮੇਸ਼ਾ ਥਰਡ ਕੁਆਡਰੈਂਟ ਮੰਨਣਾ। ਮੈਂ ਤੁਹਾਨੂੰ ਕਰਕੇ ਦਿਖਾਣਾ, ਇੱਕ ਮਿੰਟ, ਇੱਕ ਗੱਲ ਭਾਵੇਂ ਉਹ 0 ਵੀ ਹੋਵੇ, ਨਹੀਂ, ਭਾਵੇਂ ਹਾਂ, ਮੈਂ- ਮਤਲਬ ਭਾਵੇਂ 0 ਹੈ zero ਤਾਂ ਹੋਵੇ। ਕੁਝ ਵੀ ਨਹੀਂ ਹੈ। ਮੈਂ ਇੱਕ ਤੈਨੂੰ ਮੈਂ ਸਮਝਾਣਾ ਗੱਲ, ਆ ਦੇਖ ਹੁਣੀ ਦੇਖ। ਚਲੋ ਆਪਾਂ ਇਹ ਚ ਕੰਮ ਕਰਦੇ ਆ ਕਿ ਆਪਣੇ ਰੂਲਸ ਜਿਹੜੇ ਨੇ ਉਹ ਕਿਵੇਂ ਕੰਮ ਕਰਦੇ। ਦੇਖੋ ਤੁਸੀਂ ਐ ਮੰਨ ਲਓ ਆਪਾਂ ਐਂਗਲ ਲੈ ਲੈਣੇ ਆ ਲੈ ਲੈਣੇ ਆ, ਮੰਨ ਲਓ 210 ਡਿਗਰੀ ਐਂਗਲ ਲੈ ਲਿਆ, ਠੀਕ ਹੈ ਗੱਲ? ਠੀਕ ਹੈ ਜੀ। ਯੈਸ ਸਰ। ਜੋ ਮੈਂ ਰੂਲ ਪਰ ਮੇਰੀ ਗੱਲ ਸੁਣੋ, ਤੁਸੀਂ ਹੁਣ ਮੰਨ ਲਓ ਇਥੋਂ ਅੰਮ੍ਰਿਤਸਰ ਜਾਣਾ, ਰਸਤੇ ਜਲੰਧਰ ਆਂਦਾ ਹੈ, ਬਿਨਾ ਜਲੰਧਰ ਟੱਪੇ ਤਾਂ ਅੰਮ੍ਰਿਤਸਰ ਨਹੀਂ ਆਊਗਾ ਨਾ, ਹਨਾ? ਮਤਲਬ ਨਹੀਂ ਸਰ। ਹੁਣ ਮੈਂ ਬਿਨਾ ਦੂਜੇ ਕੁਆਡਰੈਂਟ ਵਿੱਚੋਂ ਪਾਸ ਕੀਤੇ ਤੀਜੇ 'ਚ ਨਹੀਂ ਜਾਊਂਗਾ ਨਾ, ਨਹੀਂ ਹਨਾ? ਸਰ। ਹੁਣ ਦੂਜੇ ਵਾਲੇ ਦੇ ਇੱਥੇ ਨਾਕਾ ਲਾ ਕੇ ਬੈਠੇ ਆਏ, ਆ ਜਿਹੜੇ ਦੂਜੇ ਵਾਲੇ ਨੇ ਨਾ ਇੱਥੇ ਨਾਕਾ ਲਾ ਕੇ ਬੈਠੇ ਆ, ਇੱਥੇ ਨਾਕਾ ਲੱਗਿਆ ਹੈ, ਠੀਕ ਆ? ਇਹ ਨਾਕਾ ਪਾਰ ਕਰਨ ਦੇ ਲਈ ਤੁਹਾਨੂੰ ਇੱਥੇ ਰੂਲ ਲਾਣਾ ਪੈਣਾ, ਇਹ ਵਾਲੇ ਕੁਆਡਰੈਂਟ ਦਾ। ਫਿਰ ਦੂਜਾ ਨਾਕਾ ਵੀ ਲੱਗਿਆ ਹੈ ਕਿ ਇੱਥੇ, ਠੀਕ ਆ? ਉਹ ਪਾਰ ਕਰੋਗੇ ਤਾਂ ਇਹਦਾ ਰੂਲ ਲੱਗੂਗਾ। ਸਮਝ ਲੱਗ ਰਹੀ ਮੇਰੀ ਗੱਲ? ਯੈਸ ਸਰ। ਹੁਣ ਇਹ 'ਚ ਕੀ ਆ, ਹੁਣ ਅਪਰੋਚ ਆ ਆਪਣੀ ਆਪਣੀ। ਹੁਣ ਮੈਂ ਤੁਹਾਨੂੰ ਦੱਸਦਾ ਕਿਵੇਂ। ਮੰਨ ਲਓ 210 ਡਿਗਰੀ ਦੀ ਵੈਲਿਊ ਪਤਾ ਕਰਨੀ ਹੈ, ਜਸਟ ਐਗਜ਼ਾਮਪਲ। ਮੰਨ ਲਓ ਸਾਈਨ 210 ਡਿਗਰੀ ਦੀ ਵੈਲਿਊ ਪਤਾ ਕਰਨੀ, ਠੀਕ ਹੈ ਗੱਲ? ਜਿਹੜਾ ਬੰਦਾ ਆ ਕਰ ਰਿਹਾ ਨਾ, ਤੁਸੀਂ ਸੋਚੋ, ਜਿਹੜਾ ਬੱਚਾ ਐ ਕਰ ਰਿਹਾ ਨਾ, ਉਹ ਬੱਚਾ ਕਿਹੜਾ ਨਾਕਾ ਟੱਪ ਰਿਹਾ ਮੈਨੂੰ ਦੱਸੋ? सेकंड सर। ਸਰ ਸੈਕਿੰਡ ਵਾਲਾ। ਸੈਕਿੰਡ ਨਾਕਾ ਟੱਪ ਰਿਹਾ, ਉਹਦੇ ਲਈ ਤਾਂ ਗੱਲ ਉੱਥੇ ਦੇ ਰੂਲ ਦੀ ਆ, ਉਹ ਨਹੀਂ ਉਹਨੂੰ ਮੈਟਰ ਕਰਦਾ। ਉਹ ਕਹਿੰਦਾ ਬਸ ਆ ਪਾਰ ਕਰਨਾ, ਕਿਉਂਕਿ ਉਹ 180 ਪਲੱਸ ਕਰ ਰਿਹਾ ਨਾ ਸਿਰਫ। ਇਹ ਇੰਪੋਰਟੈਂਟ ਆ ਗੱਲ ਆ ਵੀ 180 ਟੱਪਿਆ ਉਹ ਅੱਗੇ ਕਿੰਨਾ ਟੱਪ ਕੇ ਗਿਆ। ਹੁਣ ਮੈਂ ਟੱਪ ਕੇ ਇੱਥੋਂ ਦੀ ਮਤਲਬ ਬਾਰਡਰ ਲੁਧਿਆਣੇ ਦਾ ਮੁੜ ਕੇ ਮੈਂ ਰਿਸ਼ੀਕੇਸ਼ ਤੇ ਕੰਨਿਆਕੁਮਾਰੀ ਪਹੁੰਚਿਆ ਹਾਂ, ਤੁਸੀਂ ਕੀ ਲੈਣਾ ਦੱਸੋ? ਮੈਂ ਤਾਂ ਆਹ ਵਾਲਾ ਟੱਪਿਆ ਨਾ ਨਾਕਾ, ਤੇ ਇੱਥੇ ਦਾ ਮੈਂ ਆਪਣਾ ਪਾਸ ਦਿਖਾਉਂਗਾ ਕਿ ਨਹੀਂ? यस सर। ਆ 180 ਇੰਪੋਰਟੈਂਟ ਆ ਵੀ ਇਹ ਤੁਹਾਨੂੰ ਤੀਜੇ ਕੁਆਡਰੈਂਟ 'ਚ ਲੈ ਕੇ ਜਾ ਰਿਹਾ। ਸੋ ਮੈਂ ਕਹਿ ਰਿਹਾ ਮੈਂ 180 ਟੱਪਿਆ, ਬੰਦਾ ਤੀਜੇ 'ਚ ਗਿਆ। ਹੁਣ ਕੀ ਪਤਾ ਅੱਗੇ ਲੰਘ ਗਿਆ, ਮੈਂ ਕੀ ਲੈਣਾ ਦੇਣਾ? ਮੈਂ ਇਹਨੂੰ ਕੀ ਲਿਖਾਂਗਾ ਦੱਸੋ? ਇਹਨੂੰ sin 30 ਲਿਖ ਦਵਾਂਗਾ ਬਸ, ਜੋ ਵੀ ਇੱਥੇ ਥੀਟਾ ਤਾਂ ਮੈਂ ਕਿਹਾ ਤੇ ਥੀਟਾ ਦੀ ਕੋਈ ਉਹੀ ਨਹੀਂ ਆ। ਇਹ ਥੀਟਾ ਕੁਝ, ਇਹ ਥੀਟਾ ਦਾ ਥੀਟਾ ਹੀ ਰਿਹਾ। ਤੁਸੀਂ ਇਹ 'ਚ ਕੀਤਾ ਵੀ ਕੀ ਹੈ? ਹੁਣੀ ਤੁਸੀਂ ਥੀਟਾ ਨੂੰ ਕੁਝ ਲਿਖਿਆ? ਤੁਸੀਂ ਥੀਟਾ ਨੂੰ ਤਾਂ ਥੀਟਾ ਹੀ ਰਹਿਣ ਦਿੱਤਾ ਨਾ। ਜੇ ਅੱਗੇ ਜਾਣਾ ਵਾ ਤਾਂ ਇੱਥੇ ਇਹਦੇ 'ਚ ਜਾਣਕਾਰੀ ਇਹਦੇ ਵਿੱਚ ਹੀ ਹੋਊਗੀ ਨਾ ਉਹਦੀ, ਇਹਦੇ ਵਿੱਚ ਕਿ ਨਹੀਂ? ਤੁਸੀਂ ਇੱਥੇ 180 ਪਲੱਸ ਟੱਪੇ, ਤੀਜੇ 'ਚ ਗਏ। ਤੀਜੇ 'ਚ ਸਾਈਨ ਕੀ ਹੁੰਦਾ? ਨੈਗੇਟਿਵ। ਬਸ ਤੁਸੀਂ ਆ ਲਿਖੋ, ਆਨਸਰ, ਗੱਲ ਖਤਮ ਹੋ ਗਈ। ਹੁਣ ਮੈਂ ਤੁਹਾਨੂੰ ਦੱਸਦਾ ਦੂਜੀ ਗੱਲ। ਦੇਖੋ ਉਹ ਬੰਦਾ ਕਹਿੰਦਾ ਨਹੀਂ ਜੀ ਮੈਂ ਐ ਲਿਖਾਂਗਾ ਪਹਿਲਾਂ ਸਾਈਨ। ਦੇਖੋ ਹੁਣ ਇਹ ਕੋਈ ਜੇ ਮਤਲਬ ਇਹਦੇ ਕੋਲ ਵਾਧੂ ਟਾਈਮ ਹੈਗਾ, ਇਹ ਉਹ ਬੱਚਾ ਵਾ ਸਮਝ ਲਓ ਮੈਂ ਹੀ ਆ। ਉਹ ਕਹਿੰਦਾ ਮੈਂ ਲਿਖੂੰਗਾ ਜੀ ਪਹਿਲਾਂ 90
जमा कितना हो गया 210 94 गए कितने हो गए दसो भाई 150 हो गए कि नहीं सर 100 120 नहीं 150 नहीं 120 ਹੋਏ ਸਰ 120 ਹੋਏ 120 ਹੋਏ ਸੌਰੀ 120 ਹੋਏ ਹੁਣ ਆ ਗੱਲ ਹੋ ਗਈ ਠੀਕ ਆ ਗੱਲ ਹੁਣ ਇੱਥੇ ਆ ਥੀਟਾ ਆ ਤੁਹਾਡਾ ਕਿੰਨਾ ਆ ਭੁੱਲ ਜੋ ਤੁਸੀਂ ਇਹਦੀ ਟੈਨਸ਼ਨ ਕਿਉਂ ਲੈਂਦੇ ਹੋ ਤੁਸੀਂ ਦੇਖੋ ਨਾਕਾ ਕਿਹੜਾ ਟੱਪਿਆ ਉਹਨੇ 90 ਵਾਲਾ ਟੱਪਿਆ ਨਾ ਤਾਂ ਰੂਲ ਉਹਦੇ ਹਿਸਾਬ ਨਾਲ ਲੱਗੂਗਾ sin 90 ਪਲੱਸ ਇਹ ਬਣ ਜਾਊਗਾ cos ਤੇ ਆ ਵਾਲਾ ਤਾਂ 120 ਤੁਸੀਂ ਹਲੇ ਚੱਕੀ ਫਿਰਦੇ ਹੋ ਨਾ ਨਾਲ ਹਲੇ ਵੈਲਿਊ ਕਿਹੜਾ ਪੁੱਟ ਕਰਤੀ ਉਹਦੀ ਯੈਸ ਸਰ ਤਾਂ ਇੱਥੇ sin 90 plus theta is cos theta and ਕਿਹੜਾ ਆਊਗਾ ਕੁਆਡਰੈਂਟ ਦੂਜਾ ਆਊਗਾ ਤੀਜਾ ਨਾ ਕਹਦੇ ਇਹਨੂੰ ਇੱਥੇ ਦੂਜੇ ਵਾਲਾ ਰੂਲ ਲੱਗੂਗਾ ਕਿਉਂਕਿ 90 ਟੱਪਿਆ ਮੈਨੂੰ ਨਹੀਂ ਪਤਾ ਕਿੱਥੇ ਗਿਆ ਮੈਂ ਕਹਾਂ ਜੀ ਮੇਰੇ ਕੋਲੋਂ ਤਾਂ ਟੱਪ ਗਿਆ ਦੂਜੇ 'ਚ ਚਲਾ ਗਿਆ ਹੁਣ ਬਸ ਪੋਜ਼ਿਟਿਵ ਲਾਉਂਗਾ ਹੁਣ 120 ਫੇਰ ਨਹੀਂ ਹੱਲ ਕਰਨਾ ਆਉਂਦਾ ਮੈਨੂੰ ਓਹੋ 120 ਦੀ ਵੈਲਿਊ ਕੀ ਹੁੰਦੀ ਹੈ ਮੈਂ ਕਹੂੰਗਾ ਇੱਕ ਨਾਕਾ ਹੋਰ ਟੱਪਣਾ ਪੈਣਾ ਫਿਰ ਮੈਂ cos ਨੂੰ ਲਿਖਾਂਗਾ ਇੱਥੇ cos ਨੂੰ ਲਿਖਾਂਗਾ 180 minus 60 फिर इतने में इसे हिसाब नाल रूल चलाऊंगा cos 180 minus 60 कितना हो गया cos 60 cos 60 180 minus दूसरे क्वाड्रेंट की होता cos negative ਨੈਗੇਟਿਵ आ गया ना 1/2 आंसर फिर समझ लग रही मेरी गल यस ਅਸੀਂ ਮੁੜ ਕੇ ਚੱਕ ਕੇ ਸਾਰਾ ਕੁਝ ਫਿਰ ਜ਼ੀਰੋ ਤੋਂ ਸ਼ੁਰੂ ਕਰ ਦਿੰਦੇ ਆ ਜਦੋਂ ਮੈਂ cos ਬਾਰੇ ਆ ਗਿਆ ਇਸ ਤੋਂ ਬਾਅਦ ਫਿਰ ਮੈਂ ਜ਼ੀਰੋ ਤੋਂ ਸੋਚਣਾ ਸ਼ੁਰੂ ਕਰਦਾ ਫਿਰ ਦੂਜੇ ਕੁਆਡਰੈਂਟ ਤੋਂ ਗਿਆ ਸੋ ਇਸ ਤਰ੍ਹਾਂ ਕੰਮ ਕਰਨਾ ਹੈ ਤੁਹਾਨੂੰ ਇਸ ਥੀਟੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਤੁਹਾਨੂੰ ਪਰਵਾਹ ਕਰਨੀ ਚਾਹੀਦੀ ਵੀ ਤੁਸੀਂ ਕਿਹੜਾ ਟੱਪ ਰਹੇ ਹੋ ਤੇ ਉਸ ਤੋਂ ਬਾਅਦ ਕਿਤੇ ਮਰਜ਼ੀ ਜਾਓ ਤੁਸੀਂ ਉਹਨੂੰ ਉਹੀ ਕੁਆਡਰੈਂਟ ਮੰਨੋਗੇ ਜੇ ਤੁਸੀਂ ਹਾਂਜੀ सर ये तो समझ में आ गया लेकिन अगर हम लोग आपने ये थीटा एक्यूट के लिए बताया है अगर हम लोग 90 प्लस करें तो वो लाइन पे आ जाएगा तो हम लोग कौन से को पॉजिटिव लेंगे कौन से को नेगेटिव नहीं आप 90 क्या करना चाहते हो अगर हम लोग 90 प्लस कर दें जैसे आपने 90 प्लस 90 किया था 180 हाँ तो जब 90 प्लस करें तो 90 को आप थीटा मान रहे हो ना अपना जैसे फॉर एग्जांपल मान लो 270 डिग्री है ना इसको कोई 180 प्लस 90 कर दे यही कह रहे हो ना आप यस सर तो यहाँ पर अगर ये मान लो साइन ऑफ दैट की वैल्यू फाइंड करनी है आप ये साइन ऑफ दैट हो गया तो बेसिकली अब आप इसको चाहो तो मतलब कान जहां से मर्जी मरोड़ सकते हैं मैं आपको दोनों चीजें बताता हूँ किसी बच्चे ने कहा मैं ऐसे देख रहा हूं कि मेरे लिए ये थीटा है तो एक मिनट सॉरी ये थीटा है तो वो बच्चा कह रहा है देखो सिंपल सी बात है 180 प्लस थीटा सो दैट इज साइन 90 डिग्री विद नेगेटिव साइन क्योंकि 180 प्लस थीटा इज थर्ड क्वाड्रेंट -1 आंसर ठीक है बात कोई ऐसे देख रहा है कि नहीं 90 पहले रख रहा है 180 बाद में रख रहा है मैं कह रहा हूं यहाँ पे वो इसको थीटा मान रहा है मान लो तो वो यहाँ पे रूल लगा रहा है आपको मैं यही समझा रहा हूं आप ऐसे तोड़ के मरोड़ के हर तरह से वैल्यूज पे रूल लगाकर चेक करोगे अपने आंसर्स मैच करना कभी भी आंसर अलग आए तो मुझसे पूछना सकना अब यहाँ पे साइन 90 प्लस थीटा बन जाएगा cos ऑफ 180 है ना साइन का cos बनेगा ना इस थीटा की वजह से 90 की वजह से positive एंड वो बनेगा 90 प्लस थीटा सेकंड क्वाड्रेंट वहां पर साइन पॉजिटिव होता है और cos 180 की वैल्यू मैंने अभी निकाल के दिया थी -1 मैं नहीं कर रहा उसको यहाँ आंसर सेम आएगा सर हाँ जी सर एक बार 270 डिग्री वाला एंगल बना के दिखाना जिसमें ट्रायंगल 70 हो वही तो बात है ना जैसे मैं अभी 80-90 जब बच्चे ने पूछा कि 90 डिग्री हम वो थीटा को ले सकते हैं तो हमने जो ट्रायंगल बनाई थी वो कैसे बनी थी ट्रायंगल चलो मैं ट्रायंगल बना के दिखाता हूँ आपको बात आपकी भी सही है आपको मैं बिल्कुल वैसे बना के दिखाता हूँ जैसे मैंने शुरुआत की थी ठीक है अगर मान लो 90 डिग्री मैंने बनाना है तो 90 डिग्री पहले 90 बनाता हूँ फिर 270 बनाऊंगा तो ये बनेगा ना 90 डिग्री ये बनेगा ना है ना यस तो यहाँ पर आपके बेस की वैल्यू 0 हुई कि नहीं हुई ये बताओ यस सर बेस खत्म हो चुका है परपेंडिकुलर और हाइपोटेन्यूज जब भी पा चुके रहे एकदम बराबर हो चुके हैं है ना यस सर वैल्यूज विल बी डिसाइडेड बाय दैट ना मतलब यहाँ पर आप रेशियो में आप देखोगे जहां बेस न्यूमरेटर में वहां पर कैसे वैल्यू आएगी 0 ही आंसर आएगा अगर आप 270 करना चाहते हो तो यहां से आप फिर निकलो और अब की आगे टप जाना यहाँ से यहाँ पे निकल जाना तो ये आ गया तो यहाँ पर बेसिकली क्या हुआ है आपका बेस यहाँ पर भी आपका 0 बन गया है परपेंडिकुलर यहाँ पर आपका नेगेटिव बन गया है और हाइपोटेन्यूज जो है वो पॉजिटिव है पर न्यूमेरिकली दोनों की वैल्यूज बराबर हैं लेंथ इक्वल है दोनों की बस
इसीलिए जब आप यहाँ पर 270 डिग्री का वैल्यू कैलकुलेट कर रहे हो, क्या कर रहे थे हम, साइन, तो साइन ऑफ 270 डिग्री जब लिख रहे हो तो आप परपेंडिकुलर अपॉन हाइपोटेन्यूज कर रहे हो, वैल्यूज बराबर है पर नेगेटिव का फर्क है, इसलिए -1 आंसर है। ठीक है बात? सो बहुत चंगी तरह समझो चीजां नू। बाकी एंगल्स दी वैल्यूज कैलकुलेट करना तो आसान है, वो बस रूल्स नू ਤੁਹਾਨੂੰ फॉलो करना आना चाहिए कि रूल्स ਦੇ ਵਿੱਚ कोई कंफ्यूजन ना हो। हाँ जी सर sin 70 की वैल्यू क्या होगी? -1 लिखी तो है नीचे भी, पर आपको कैलकुलेट करने के लिए मैं ये बता रहा हूँ। देखो ਤੁਸੀਂ मैं जो रूल्स दस रहा ਤੁਸੀਂ रूल्स ਨੂੰ फॉलो करो एंड ਤੁਹਾਡਾ कभी भी कुछ भी गलत वैल्यू नहीं आएगी। याद रखना अगर 180 डिग्री ਦੇ ਵਿੱਚ प्लस कुछ भी होया, this theta can be anything, this can be 0, this can be 90 or 180 whatever, मैं इस गल की टेंशन नहीं ले रहा। 180 भी अगर प्लस करूंगा थीटा, then I will take it, I will treat it as if it is third quadrant। ਤੇ ਇਹ ਮੈਂ ਤੁਹਾਨੂੰ ਦੱਸਿਆ ਹੁਣੀ ਆਈ ਜਦੋਂ ਮੈਂ ਨਾਕੇ ਵਾਲੀ ਗੱਲ ਚੱਲ ਸੀ, ਪਤਾ ਲੱਗੀ ਗੱਲ? यस सर। सर अगर 180 डिग्री ਵਿੱਚੋਂ माइनस थीटा करोगे तो whatever is this theta, it doesn't matter, this will be सेकंड क्वाड्रेंट। सिंपल जी गल है। 270 डिग्री प्लस थीटा, this will be फोर्थ quadrant 360 डिग्री माइनस थीटा, this will be फोर्थ quadrant माइनस थीटा, this will be fourth quadrant। ये भी याद रखना, 0 माइनस थीटा होगा। सर हाँ जी सर फिर से cos 180 ਨੂੰ 180 माइनस 0 भी लिख सकते हैं। मैं बिल्कुल वही तो करा रहा है ਤੁਹਾਨੂੰ। आ देखो आ लो cos 180 -0 भी लिख सकते हैं, इसीलिए इनू cos 0 लिखांगे। सेकंड क्वाड्रेंट च cos नेगेटिव ਹੁੰਦਾ है, आंसर -1 आ रहा है। सर समझ लगी ना? यस सर। सर cos 90 plus 90 ਨਾਲ सॉल्व करके दिखाओ। आ लो सो cos 90 + 90 ना कर ਦਿੰਨੇ ਆ, ਜਿਵੇਂ ਕਹੋਗੇ ਉਵੇਂ ਕਰ ਦਿੰਨੇ ਆ। लो cos 90 डिग्री प्लस 90 डिग्री, दिस 90 इज थीटा से cos 90 प्लस थीटा इस बन जाएगा sin थीटा, एंड 90 प्लस थीटा क्योंकि केड़ा क्वाड्रेंट है, सेकंड क्वाड्रेंट। सेकंड च cos की ਹੁੰਦਾ आ cos देखना, एनु नहीं देखना, एनु देखना जो असल ਵਿੱਚ ਸੀਗਾ। ਤੁਸੀਂ cos सॉल्व कर रहे हो, नेगेटिव सर माइनस नेगेटिव तो माइनस sin 90 sin -1 आंसर। -1 इतने कंफ्यूजन पता क्यों नहीं, बच्चे आ साइन देखਣ ਲੱਗ ਜਾਂਦੇ, साइन ਤੇ ਪੋਜ਼ਿਟਿਵ ਹੁੰਦਾ ਉਹ ਬਈ ਇਹਨੂੰ ਦੇਖਣਾ ਹੁੰਦਾ ਹੈ, इसीलिए कहना 90 270 तो बचो, 180 ਨਾਲ सारे सम सॉल्व करो। ठीक है ओके सर सर यस सर। सर sin 70 की वैल्यू निकाल कर दिखा दो सर। साइन 70 यस सर। नहीं, साइन 70 की वैल्यू नहीं निकाल पाएंगे हम, क्योंकि अभी हमारे पास वो, उसके लिए आपको कैलकुलेटर ही यूज करना पड़ेगा। ऐसे नहीं कि कुछ भी निकाल देंगे 153 या 523 है ना, इस तरह नहीं चलूगा काम, क्योंकि अपन जो वैल्यूज पता नहीं ਆਪਾਂ ਉਹਦੇ ਨਾਲ कुछ कन्वेंशनल जे एंगल्स, कुछ इजी जे एंगल्स ही सॉल्व करते हैं। ਤੇ ਇਹਦੇ ਰਿਗਾਰਡਿੰਗ ਹੀ ਆਪਣੇ ਜਿਹੜੇ ਕੁਐਸਚਨਸ ਹੁੰਦੇ ਨੇ 30 डिग्री 60 डिग्री 45 डिग्री 37 एंड 53 कर सकते हैं। ਜਿਵੇਂ ਕਿ ਮੈਂ ਇਹ ਕਰ ਸਕਦਾ, तो 70 नहीं मैं कर पाऊंगा, ਉਹਦੇ ਲਈ ਤੁਹਾਨੂੰ ਸਾਇੰਟੀਫਿਕ ਕੈਲਕੂਲੇਟਰ ਦੀ ਲੋੜ ਪਏਗੀ। ठीक है ठीक है सर। अच्छा जिवें अगर कोई मैंने कह दे कि 127 डिग्री ਦਾ पता करना है साइन, देन कर सकते, क्योंकि एक ही होएगा होएगा ना। यस सर यस ये सर। बन जाएगा साइन 53 डिग्री एंड सेकंड क्वाड्रेंट और पॉजिटिव। साइन 53 डिग्री लिए कुछ नहीं करना, ट्रायंगल याद रखनी है, क्या सी ना, 4/5 अगर इथे 53 बनाना है ना, 4/5 इथे 4 आओ, इथे 3 पाओ। अगर इथे तुसी 37 बनाना है, ऐ कर लिया करो, इधर 3 इधर 4 कर दो, आ तो 5 ही रहेगा हमेशा। सो साइन 53 डिग्री क्या होएगा, 4/5। बस दसो भी गल क्लियर हुई। यस सर यस सर। ਹੋਰ ਵੀ ਕੁਝ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਤੁਸੀਂ ਹੋਰ ਵੀ ਨਵੇਂ ਰੂਲ ਸਿੱਖੋਗੇ ਤਾਂ ਕਈ ਨਵੇਂ ਐਂਗਲਸ ਵੀ ਪਤਾ ਕਰਨ ਦੇ ਤਰੀਕੇ ਪਤਾ ਲੱਗ ਜਾਣਗੇ। ਜਿਵੇਂ सर 75 साइन 70 ਹੈ सर आही पूछना सी 75। ਹਾਂ ਦੱਸਣ ਲੱਗਾ ਮੈਂ 75 डिग्री 15 डिग्री, ਪਰ ਇਹਨਾਂ ਦੇ ਲਈ ਤੁਹਾਨੂੰ ਕੁਝ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼ ਦੀ ਲੋੜ ਪਏਗੀ, ਇਹ ਵਾਲੇ ਰੂਲਸ ਨਾਲ ਨਹੀਂ। ਇਹ ਵਾਲੇ ਰੂਲਸ ਨਾਲ ਤੁਸੀਂ ਜਿਹੜੇ ਪਤਾ ਕਰ ਸਕਦੇ ਹੋ ਤੁਹਾਨੂੰ ਮੈਂ ਦੱਸ ਦਿੱਤੇ ਨੇ। ਇਹਦੇ ਨਾਲ ਦਾ ਜਿਹੜੀ ਪ੍ਰੈਕਟਿਸ ਸ਼ੀਟ ਹੈ ਤੁਹਾਨੂੰ ਮੈਂ ਅੱਜ ਭੇਜੂੰਗਾ, ग्रुप च पाऊंगा, तुसी वो सारे क्वेश्चन सॉल्व करने हैं सारियां ने। उस च कोई डाउट होए
ਕੋਈ ਵੀ ਪ੍ਰੋਬਲਮ ਹੋਏ ਮੈਨੂੰ ਪੁੱਛਣਾ ਹੈ। ਤੇ ਮੈਂ ਇੱਕ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਮੈਂ ਨਾ ਇੱਕ ਤੁਹਾਡਾ ਸਾਰਿਆਂ ਦਾ, ਚਲੋ ਹੁਣ ਆਪਾਂ ਦੇਖਦੇ ਹਾਂ ਕਿ ਇਹ ਵੈਲਿਊਜ਼ ਇਸ ਤਰ੍ਹਾਂ ਦੀ ਆਪਾਂ ਪਤਾ ਕਰ ਸਕਦੇ ਹਾਂ। ਆਪਾਂ ਇੱਕ ਨਵੀਂ ਇੱਕ ਚੀਜ਼ ਸਿੱਖਦੇ ਹਾਂ, ਉਹ ਹੈਗੀ ਆ, ਨਵੀਂ ਚੀਜ਼ ਨਹੀਂ ਤੁਹਾਡੇ ਲਈ, ਫਿਰ 10th ਕਲਾਸ ਤੋਂ ਚੱਕੂਗਾ ਗੱਲਾਂ, ਉਹ ਹੈਗੀਆਂ ਟ੍ਰਿਗਨੋਮੈਟ੍ਰਿਕ ਆਈਡੈਂਟੀਟੀਜ਼। ਟ੍ਰਿਗਨੋਮੈਟ੍ਰਿਕ ਆਈਡੈਂਟੀਟੀਜ਼, ਜੋ ਕਿ ਕੁਝ ਤੁਹਾਨੂੰ ਪਤਾ ਵੀ ਨਹੀਂ ਹੈ ਨਾ। ਜਿਵੇਂ ਕਿ ਤੁਹਾਨੂੰ ਪਤਾ ਹੈ that sin square theta plus cos square theta is equal to 1 ਇਸ ਤੋਂ ਹੀ ਬਾਕੀ ਦੋ ਆਇਡੈਂਟੀਟੀਜ਼ ਹੋਰ ਬਣਦੀਆਂ ਨੇ। ਜਿਵੇਂ ਤੁਸੀਂ ਬਣਦੀਆਂ ਕੀ ਨੇ ਤੁਹਾਨੂੰ ਪਤਾ ਆ, sin square theta ਕਿਹਦੇ ਬਰਾਬਰ ਲਿਖ ਸਕਦੇ ਹਾਂ ਅਸੀਂ 1 minus cos square theta, and cos square theta ਨੂੰ ਕੀ ਲਿਖ ਸਕਦੇ ਹੋ 1 minus sin square theta। sin square theta। ਵੈਰੀ ਗੁੱਡ, ਇਹ ਇੱਕ ਇਸ ਤੋਂ ਪਤਾ ਲੱਗ ਜਾਂਦੀ ਹੈ ਗੱਲ। ਦੂਜੀ ਤੁਹਾਨੂੰ ਇੱਕ ਹੈਗੀ ਆ secant square theta minus tan square theta is equal to 1। ਇੱਥੋਂ ਆਪਣੇ ਕੋਲ ਬਣਦੀ ਹੈ secant square theta is equal to 1 plus tan square theta and tan square theta is equal to secant square theta minus 1। तीसरी इसी तरह cosecant and cot ਦੇ ਬਾਰੇ ਹੈ, cosecant square theta minus cot square theta is equal to 1। ਜਿਨ੍ਹਾਂ ਨੇ ਟ੍ਰਿਗਨੋਮੈਟਰੀ ਚੰਗੀ ਤਰ੍ਹਾਂ ਨਹੀਂ ਵੀ ਕੀਤੀ ਹੋਈ ਨਾ, ਉਹ ਬਹੁਤ ਚੰਗੀ ਤਰ੍ਹਾਂ ਹੁਣ ਰਿਵਾਈਜ਼ ਕਰ ਲਓ, ਕਿਉਂਕਿ ਆਪਾਂ ਨੂੰ ਬੜੀ ਲੋੜ ਪੈਣੀ ਹੈ, ਸੋ ਕੋਈ ਪ੍ਰੋਬਲਮ ਨਾ ਆਵੇ ਤੁਹਾਨੂੰ ਸਾਰਿਆਂ ਨੂੰ। cosecant square theta minus 1। ਸੋ tan square ਤੇ cot square ਦੇ ਫਾਰਮੂਲੇ ਸਿਮਿਲਰ ਜਿਹੇ ਹੁੰਦੇ ਨੇ ਥੋੜੇ ਜਿਹੇ, ਹਨਾ। ਯੈਸ ਸਰ। secant ਨਾਲ ਇਹ cosecant ਨਾਲ, ਤੇ ਉਹ ਉੱਪਰਲੇ ਦੋਨੋਂ ਸਿਮਿਲਰ ਹੁੰਦੇ ਨੇ ਤੇ ਉਹ ਵਾਲੇ ਦੋਨੋਂ ਅਲੱਗ ਤਰ੍ਹਾਂ ਦੇ ਹੁੰਦੇ ਨੇ। ਆ ਇੱਕ ਆਇਡੈਂਟੀਟੀ ਤੁਸੀਂ 10th ਕਲਾਸ ਚ ਕੀਤੀਆਂ, ਸੋ ਮੈਂ ਇਹਦੇ ਵਿੱਚ ਨਹੀਂ ਜਾਊਂਗਾ ਜ਼ਿਆਦਾ ਡਿਟੇਲ ਚ। ਇਸ ਤੋਂ ਬਾਅਦ ਬੜੀ ਇੰਪੋਰਟੈਂਟ ਆਇਡੈਂਟੀਟੀ ਹੈ, ਵੈਰੀ ਵੈਰੀ ਇੰਪੋਰਟੈਂਟ। ਇਹ ਤੁਹਾਨੂੰ ਆਇਡੈਂਟੀਟੀਜ਼ ਜ਼ਰੂਰ ਯਾਦ ਹੋਣੀ ਚਾਹੀਦੀਆਂ ਨੇ। ਇਹਨਾਂ ਦਾ ਪ੍ਰੂਫ ਵੀ ਹੈ, ਪਰ ਪ੍ਰੂਫ ਦੀ ਡਿਟੇਲ ਚ ਆਪਾਂ ਨੂੰ ਜਾਣ ਦੀ ਲੋੜ ਨਹੀਂ ਹੈ, ਖਾਸ ਕਰਕੇ ਮੈਡੀਕਲ ਵਾਲੇ ਬੱਚਿਆਂ ਨੂੰ ਐਵੇਂ ਤੁਹਾਡੇ ਲਈ ਹੈਡੇਕ ਹੋਏਗੀ। ਤੁਹਾਨੂੰ ਮੈਂ ਕੁਝ ਫਾਰਮੂਲੇ ਦੱਸ ਦਿੰਦਾ, ਤੁਸੀਂ ਯਾਦ ਰੱਖਣੇ ਆ, ਉਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਕਦੀ ਲੋੜ ਪਈ ਤੇ ਆਪਾਂ ਵਰਤ ਸਕੀਏ, ਹੋਰ ਕੁਝ ਨਹੀਂ। ਜਿਹੜੇ ਨਾਨ ਮੈਡੀਕਲ ਵਾਲੇ ਨੇ ਤੁਹਾਨੂੰ ਤਾਂ ਸਾਰਾ ਯਾਦ ਹੋ ਜਾਣਾ, ਕਿਉਂਕਿ ਤੁਹਾਨੂੰ ਟ੍ਰਿਗਨੋਮੈਟਰੀ ਮੈਥ ਚ ਪੜ੍ਹਨੀ ਪੈਣੀ ਹੈ। ਚਲੋ ਜੀ, ਇਹ ਹੈਗੇ ਨੇ ਆਪਣੇ ਕੋਲ ਫਾਰਮੂਲੇ, ਦੇਖੋ ਕੀ ਨੇ, ਬੜੇ ਇੰਪੋਰਟੈਂਟ ਨੇ, ਇਹਨੂੰ ਯਾਦ ਰੱਖਿਓ ਸਾਰਿਆਂ ਨੇ। ਇੱਕ ਤਾਂ ਹੈਗਾ ਸਾਈਨ ਆਫ a plus b। ਅੱਛਾ, ਇਹਦੇ a ਤੇ b ਐਂਗਲਸ ਹੁੰਦੇ ਨੇ, ਯਾਦ ਰੱਖਣਾ। ਇਹ ਫਾਰਮੂਲਾ ਵਧੀਆ ਹੈ, ਬੜਾ ਰਿਦਮ ਜਿਹਾ ਹੈ, sin a cos b cos a sin b, ਸਿੰਪਲ ਜੀ ਗੱਲ ਹੈ। ਠੀਕ ਹੈ, ਬਹੁਤ ਸਿੰਪਲ ਜਿਹਾ, sin a cos b plus cos a sin b। ਠੀਕ ਹੈ, ਇਹ ਯਾਦ ਰੱਖਣਾ। ਇਹ ਕਿਸੇ ਤਰ੍ਹਾਂ ਹੀ ਹੁੰਦਾ ਹੈ ਫਾਰਮੂਲਾ sin of a minus b ਦਾ, ਇਹ ਵੀ ਬਿਲਕੁਲ ਸਿਮਿਲਰ ਜਿਹਾ ਫਾਰਮੂਲਾ ਹੈ, ਬਸ ਵਿੱਚ ਮਾਈਨਸ ਹੈ। sin a cos b minus cos sin b sin b, ਸਿੰਪਲ ਜੀ ਗੱਲ ਹੈ। ਇਸ ਤਰ੍ਹਾਂ cos ਦਾ ਫਾਰਮੂਲਾ ਦੇਖੋ, cos of a plus b ਦਾ ਫਾਰਮੂਲਾ ਹੁੰਦਾ ਹੈ, ਇਹ ਥੋੜਾ ਅਲੱਗ, ਇਹ ਚ cos ਹੁੰਦੇ ਨੇ ਇੱਕ ਪਾਸੇ, sin ਇੱਕ ਪਾਸੇ, cos b plus sin a sin b cos b ਇੱਧਰ, sin a sin b ਇੱਧਰ। ਇਹਦੇ ਚ ਇੱਕ ਖਾਸ ਗੱਲ ਇਹ ਹੁੰਦੀ ਹੈ ਕਿ ਇੱਥੇ ਮਾਈਨਸ ਆਂਦਾ ਹੈ ਜਦੋਂ ਇੱਥੇ ਪਲੱਸ ਹੁੰਦਾ ਹੈ। ਠੀਕ ਹੈ, ਇਹ ਗੱਲ ਦਾ ਧਿਆਨ ਰੱਖਣਾ, ਇੱਥੇ ਭੁਲੇਖਾ ਪੈ ਜਾਂਦਾ ਕਿਉਂਕਿ ਬੱਚਿਆਂ ਨੂੰ। ਠੀਕ ਹੈ, ਯੈਸ ਸਰ। ਆਪਾਂ ਸਿਮੈਟਰੀ ਨਾਲ ਸੋਚਦੇ ਉਸ ਤਰ੍ਹਾਂ ਹੈ, ਪਰ ਉਸ ਤਰ੍ਹਾਂ ਹੁੰਦਾ ਨਹੀਂ। ਇਹਦਾ ਪ੍ਰੂਫ ਮੈਂ ਤੁਹਾਨੂੰ ਦੱਸੂਗਾ ਵੈਕਟਰਸ ਜਦੋਂ ਕਰਾਉਂਗਾ ਨਾ, ਬਹੁਤ ਵਧੀਆ ਪ੍ਰੂਫ ਤੁਹਾਨੂੰ ਮਜ਼ਾ ਆਏਗਾ ਉਹ ਕਰਕੇ, ਪਰ ਹਲੇ ਫਿਲਹਾਲ ਨਹੀਂ। ਫਿਲਹਾਲ ਆਪਾਂ ਇਹਨੂੰ ਹੀ ਮੰਨ ਕੇ ਚੱਲਦੇ ਹਾਂ, cos a cos b ਇੱਧਰ, sin a sin b ਇੱਧਰ, ਵਿੱਚ ਸਾਈਨ ਇੱਥੇ ਪਲੱਸ ਦਾ ਪਏਗਾ ਜਦੋਂ ਤੇ ਮਾਈਨਸ ਹੋਏਗਾ। ਇਹ ਚਾਰ ਫਾਰਮੂਲੇ ਜਿਹੜੇ ਨੇ, ਇਹ ਸਾਰਿਆਂ ਨੇ ਚੰਗੀ ਤਰ੍ਹਾਂ ਯਾਦ ਕਰ ਲੈਣੇ ਨੇ, ਇਹਦੇ ਵਿੱਚ ਕੋਈ ਤੁਹਾਨੂੰ ਉਹ ਨਹੀਂ ਹੋਣੀ ਚਾਹੀਦੀ ਅੱਗੇ ਤੋਂ ਕਿ ਕਨਫਿਊਜ਼ਨ ਹੋਵੇ। ਅੱਛਾ, ਇਹਦੇ ਨਾਲ ਹੀ tan ਵਾਲੇ ਵੀ ਯਾਦ ਰੱਖ ਲਓ ਤਾਂ ਜ਼ਿਆਦਾ ਚੰਗਾ ਹੈ, tan of a plus b। ਹਾਲਾਂਕਿ ਆਪਾਂ ਨੂੰ sin ਤੇ cos ਦੀ ਲੋੜ ਜ਼ਿਆਦਾ ਪੈਂਦੀ ਹੈ, ਮੈਂ ਪਹਿਲੇ ਦੱਸ ਦਿੰਦਾ, tan ਦੀ ਲੋੜ ਵੀ ਪੈ ਸਕਦੀ ਹੈ। ਸੋ tan a plus tan b, ਇਹ ਚ ਨਿਊਮਰੇਟਰ ਤੇ ਡਿਨੋਮੀਨੇਟਰ ਅਲੱਗ ਅਲੱਗ ਨੇ, 1 minus tan a tan b। ਤੇ ਜੇ ਤੁਸੀਂ ਕਰੋਗੇ tan of a minus b, ਉਹ ਬਣ ਜਾਂਦਾ ਹੈ, ਬਸ ਇਹ ਸਮਝ ਲਓ ਕਿ ਜੇ tan a minus tan b ਉੱਪਰ ਆ ਜਾਏਗਾ, ਨੀਚੇ ਫਿਰ ਪਲੱਸ ਆਏਗਾ, ਸਾਈਨਸ ਪੁੱਠੇ ਹੋ ਜਾਂਦੇ ਨੇ। ਇਹ tan ਵਾਲੇ ਫਾਰਮੂਲੇ ਨੇ, ਪਰ ਸਭ ਤੋਂ ਜ਼ਿਆਦਾ ਤਾਂ ਤੁਸੀਂ ਇਹ ਯਾਦ ਰੱਖਣੇ ਆ ਚਾਰ ਤਾਂ ਜ਼ਰੂਰ, ਤੇ tan ਵਾਲੇ ਵੀ। ਠੀਕ ਹੈ, ਗੱਲ ਕਲੀਅਰ ਹੋ ਗਈ ਸਭ ਨੂੰ?
यस सर ਇਹਦਾ ਫਾਇਦਾ ਕੀ ਹੈ? ਇਹਦਾ ਫਾਇਦਾ ਉਹੀ ਹੈ ਜੋ ਹੁਣੀ ਬੱਚਾ ਪੁੱਛ ਰਿਹਾ ਸੀ। ਉਹਦੇ ਲਈ ਤੁਹਾਨੂੰ ਉਸ ਤਰ੍ਹਾਂ ਕੁਆਡਰੈਂਟ ਵਗੈਰਾ ਚ ਪੜਨ ਦੀ ਲੋੜ ਨਹੀਂ। ਜੇ ਮੈਨੂੰ ਕੋਈ ਕਹਿ ਰਿਹਾ ਕਿ ਸਾਈਨ ਆਫ 75 ਡਿਗਰੀ ਕਿੰਨਾ ਹੋਏਗਾ, ਹੁਣ ਅਗਰ ਮੈਂ 90 ਮਾਈਨਸ 15 ਡਿਗਰੀ ਨਹੀਂ ਪਤਾ, ਫਿਰ ਮੈਨੂੰ ਨਾ ਪ੍ਰੋਬਲਮ ਆ ਜਾਏਗੀ ਨਾ। ਇਸ ਲਈ ਆਪਾਂ ਇਹਨੂੰ ਕੀ ਲਿਖਦੇ ਆ? ਆਪਾਂ ਇਹਨੂੰ ਨੋਨ ਐਂਗਲਸ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਬਦਲ ਦਿੰਦੇ ਆ। 45 plus 30, this is A and this is B, ਇਹਨੂੰ A ਮੰਨ ਲਓ, ਇਹਨੂੰ B ਮੰਨ ਲਓ। sin A plus B, ਇਹ ਬਣ ਜਾਏਗਾ sin of A cos of B plus cos of A sin of B. So sin 45 degree is 1 over root 2, cos 30 degree is कितना है? root 3 by 2. रूट 3 by 2 2, cos 45 is 1 by root 2, sin 30 is 1 by 2. So ਇਹਨੂੰ ਕੀ ਹੈ 2 root 2 LCM आ जाएगा, तो बेसिकली ये बन जाएगा root 3 plus 1 by 2 root 2 आंसर। बड़ा अजीब है, याद नहीं रखना प्लीज, ਇਹਨੂੰ याद नहीं रखना, सिर्फ रूल समझना है। ਜਦੋਂ ਲੋੜ ਪਏਗੀ ਤਾਂ ਕੱਢ ਲਾਂਗੇ, ਪਰ ਇਹਨੂੰ याद नहीं रखना, ਇਹ ਫालतू है ਗੱਲ, ਇਹਨੂੰ याद रखने वाली। ठीक है गल? यस यस सर इसी तरह ਜੇ ਤੁਹਾਨੂੰ cos 75 ਹੋਵੇ ਤਾਂ cos 75 ਵੀ ਇਹੀ ਪਤਾ ਕਰ ਸਕਦੇ ਹੋ। cos ਫਿਰ ਮਾਈਨਸ sin ਇਹ ਕਰਕੇ ਵੈਲਿਊਜ਼ ਆ ਜਾਣਗੀ ਜੋ ਵੀ ਆਏਗੀ। ਇਸ ਤਰ੍ਹਾਂ ਮਤਲਬ sin A plus B ਦਾ ਫਾਰਮੂਲਾ ਅਸੀਂ ਯੂਜ਼ ਕਰਦੇ ਹਾਂ, ਇਹ ਬੜਾ ਇੰਪੋਰਟੈਂਟ ਹੈ। ਸੋ ਇਹ ਤੁਸੀਂ ਸਾਰਿਆਂ ਨੇ ਹੁਣ ਯਾਦ ਰੱਖਣਾ ਹੈ। ਠੀਕ, ਇਸੇ ਤਰ੍ਹਾਂ ਹੀ ਹੁਣ ਹੈਗੇ ਨੇ ਕੁਝ ਹੋਰ ਨਿਊ ਆਇਡੈਂਟੀਟੀਜ਼, ਮਲਟੀਪਲ ਐਂਗਲਸ ਵਾਲੀ ਆਇਡੈਂਟੀਟੀਜ਼। ਮਲਟੀਪਲ ਐਂਗਲਸ ਦਾ ਮਤਲਬ ਹੁੰਦਾ ਹੈ ਜਿਵੇਂ ਕਿ ਮੰਨ ਲਓ ਥੀਟਾ ਇੱਕ ਐਂਗਲ ਹੈ, ਉਹਦਾ ਮਲਟੀਪਲ ਕੀ ਬਣਿਆ? ਥੀਟਾ, 2 ਥੀਟਾ, 3 ਥੀਟਾ, 4 ਥੀਟਾ, ਇਸ ਤਰ੍ਹਾਂ। ਪਰ ਆਪਾਂ 2 ਥੀਟਾ ਤੱਕ ਹੀ ਰਵਾਂਗੇ, ਆਪਣਾ ਇੱਥੇ ਸਰ ਜਾਂਦਾ ਹੈ। ਇੰਨਾ ਕੁ ਪਤਾ ਹੋਣਾ ਚਾਹੀਦਾ ਆਪਾਂ ਨੂੰ ਕਿ ਮਲਟੀਪਲ ਐਂਗਲ ਦੇ ਫਾਰਮੂਲੇ ਕਿਵੇਂ ਆਉਂਦੇ ਨੇ। ਆਉਂਦੇ ਬੜੇ ਸੌਖੇ ਨੇ, ਕਿਉਂ? ਜਿਵੇਂ ਦੇਖੋ, ਸਭ ਤੋਂ ਪਹਿਲਾਂ sin 2 ਥੀਟਾ ਦਾ ਫਾਰਮੂਲਾ ਕੀ ਹੋਏਗਾ? ਇਹ ਹੋਏਗਾ 2 times sin ਥੀਟਾ ਤੇ cos ਥੀਟਾ। ਇਹਦਾ ਪ੍ਰੂਫ ਤੁਹਾਨੂੰ ਛੋਟਾ ਜਿਹਾ ਦਿਖਾ ਦੇਣਾ, ਹਾਲਾਂਕਿ ਮੈਂ ਬਹੁਤੀ ਡਿਟੇਲ 'ਚ ਨਹੀਂ ਆਉਂਗਾ। ਇੱਥੇ ਸੋਚੋ, ਜੇ ਤੁਸੀਂ ਇਸ ਪਹਿਲੇ ਫਾਰਮੂਲੇ 'ਚ ਇਹਦੀ ਜਗ੍ਹਾ ਥੀਟਾ ਪੁੱਟ ਕਰ ਦਿਓ ਤੇ ਇਹਦੀ ਜਗ੍ਹਾ ਤੇ ਥੀਟਾ ਪੁੱਟ ਕਰ ਦਿਓ, ਤਾਂ sin ਥੀਟਾ ਪਲੱਸ ਥੀਟਾ ਕਿੰਨਾ ਬਣ ਜਾਏਗਾ? 2 ਥੀਟਾ ਬਣ ਜਾਏਗਾ। यस ਇਹ ਕੀ ਬਣੇਗਾ? sin थीटा sin थीटा sin cos थीटा sin थीटा, फिर 2 times sin थीटा cos थीटा बन जाएगा, बस, है ना? तो इतना ही बढ़िया, सो कोई टेंशन वाली गल नहीं। sin 2 थीटा इज इक्वल टू 2 sin थीटा cos थीटा। इस तरह ही एक फार्मूला आ हो गया बड़ा इंपॉर्टेंट, एक होंदा cos 2 थीटा ਦਾ ਫਾਰਮੂਲਾ। ਅੱਛਾ, ਫਾਰਮੂਲੇ ਬਣਦੇ ਉੱਥੇ ਹੀ ਨੇ, ਤੁਹਾਨੂੰ ਵਾਪਸ ਲਿਆ ਕੇ ਦਿਖਾ ਦਿੰਦਾ। ਇੱਥੇ ਥੀਟਾ ਥੀਟਾ ਪੁੱਟ ਕਰੋ a ਤੇ b ਦੀ ਜਗ੍ਹਾ ਤੇ, ਇੱਥੇ 2 ਥੀਟਾ ਬਣ ਗਿਆ, ਇੱਥੇ ਬਣੇਗਾ cos थीटा into cos थीटा ना, की बन जाएगा cos स्क्वायर थीटा बन जाएगा, ये माइनस sin थीटा इंटू sin थीटा। सो बेसिकली ये बन जाएगा ऐसे तो ही cos ऑफ स्क्वायर थीटा माइनस sin स्क्वायर। सर ये दोबारा बता दो। ये देखो यहां पर आप ये वाला जो फॉर्मूला है ना, ये थर्ड वाला, यस सर इसमें आप a और b की वैल्यू दोनों को थीटा लेकर देखो क्या बनेगा। इधर 2 थीटा बन जाएगा, यस सर इधर भी a भी थीटा है b भी थीटा है, तो cos थीटा इंटू cos थीटा, तो cos स्क्वायर थीटा बन गया ना, यस सर और इधर sin स्क्वायर थीटा बन गया। यस सर तो वही मैंने लिखा है cos स्क्वायर थीटा माइनस sin स्क्वायर थीटा। ओके सर। अब अगर आप चाहो तो यहाँ पर आप cos स्क्वायर थीटा की जगह पर जैसे पहली आइडेंटिटी आपको पता थी वैसे यूज कर लो, 1 माइनस sin स्क्वायर थीटा यहाँ पुट करो, तो ये बन जाएगा 1 माइनस sin स्क्वायर, ये और ये माइनस sin स्क्वायर, तो माइनस sin स्क्वायर थीटा। ये फॉर्मूला, ये नया फॉर्मूला बन गया सिर्फ साइन की फॉर्म में, cos 2 थीटा का ही। एंड अगर आप sin स्क्वायर थीटा की जगह पर ये पुट कर दोगे 1 माइनस cos स्क्वायर थीटा, तो ये बन जाएगा 2 टाइम्स cos स्क्वायर थीटा माइनस 1। ये अपने आप करके देख सकते हो आप। सो दीज आर द 3 डिफरेंट आइडेंटिटीज यूज्ड फॉर cos ऑफ 2 थीटा। sin 2 थीटा दी सिर्फ यही यूज करते ज्यादातर, फिजिक्स च पढ़ाई देना सर ਜਾਂਦਾ है। इस तरह tan 2 थीटा की वैल्यू फाइंड कर सकते हो। देखो सौखा है काम, पीछे चल जाने वापस। लो जी, इतने थीटा थीटा पुट कर दो, ये आ जाएगा tan थीटा प्लस tan थीटा, ऊपर की बनेगा 2 tan थीटा, यस सर ये tan थीटा एंड tan स्क्वायर थीटा, 1 माइनस tan स्क्वायर थीटा। सो फॉर्मूला बनेगा 2 tan थीटा डिवाइडेड बाय 1 माइनस tan बस। तो इस तरह मल्टीपल थीटा, इसीलिए मैं कह रहा थी बच्चे ਨੂੰ याद ए होने चाहिए ने,
ਮਲਟੀਪਲ ਥੀਟਾ ਭੁੱਲ ਗਿਆ ਤਾਂ ਬੱਚਾ ਬਣਾ ਹੀ ਲੇਗਾ ਇਹਦੇ ਵਿੱਚੋਂ, ਠੀਕ ਹੈ। Yes, sir. ਐਂਡ ਮਲਟੀਪਲ ਥੀਟਾ ਦੇ ਵੀ ਆਪਾਂ ਨੂੰ ਫਾਇਦੇ ਨੇ। ਹਾਂ, ਮਲਟੀਪਲ ਥੀਟਾ ਦੇ ਵੀ ਆਪਣੇ ਫਾਇਦੇ ਨੇ ਕੁਝ, ਜਿਵੇਂ ਕਿ ਫੋਰ ਐਗਜ਼ਾਮਪਲ ਮੈਨੂੰ ਕੁਐਸਚਨ ਆ ਗਿਆ, ਮੰਨ ਲਓ cos of 22.5 ਡਿਗਰੀ ਪਤਾ ਕਰੋ ਕਿੰਨਾ ਹੈ। ਹੁਣ ਇਹ ਲੱਗਦਾ ਨਾ ਕਿ ਇਹ ਤਾਂ ਕਿੱਥੋਂ ਆ ਗਿਆ, ਇਹਦਾ ਕੀ ਕਰਾਂਗੇ ਆਪਾਂ, ਪਲੱਸ ਮਾਈਨਸ ਕਰਕੇ ਵੀ ਨਹੀਂ ਹੋ ਸਕਦਾ, ਤਾਂ ਟਵਾਈਸ ਬਣ ਸਕਦਾ ਨਾ ਇਹਦਾ। ਦੇਖੋ ਤੁਸੀਂ ਕੀ ਕਰ ਲਓ, ਥੀਟਾ ਮੰਨ ਲਓ ਇਹਨੂੰ 22.5 ਡਿਗਰੀ ਨੂੰ, ਤਾਂ ਤੁਹਾਡਾ 2 ਥੀਟਾ ਬਣ ਕੇ 45 ਡਿਗਰੀ ਬਣ ਗਿਆ ਨਾ। Yes, sir. ਯੈਸ ਸਰ। ਬਸ ਫਿਰ ਤੁਸੀਂ ਇੱਥੋਂ ਕਰ ਲਓ cos of 2 ਥੀਟਾ ਜਿਹੜਾ ਆ ਤੁਹਾਡਾ, ਉਹ ਆਏਗਾ ਬੇਸਿਕਲੀ ਫਾਰਮੂਲਾ ਹੈਗਾ ਨਾ 2 cos ਸਕੁਅਰ ਥੀਟਾ -1 ਹੁਣੀ ਪਿੱਛੇ ਕੀਤਾ ਆਪਾਂ, ਤੇ ਥੀਟਾ ਦੀ ਜਗ੍ਹਾ 22.5 ਡਿਗਰੀ ਪੁੱਟ ਕਰੋਗੇ, ਇਹ ਬਣੇਗਾ 45 ਡਿਗਰੀ, ਇਹ ਬਣ ਜਾਏਗਾ 22.5 ਡਿਗਰੀ। cos 45 ਕਿੰਨਾ ਹੈ 1/√2, ਉਹ ਵਾਲਾ 1 ਇਧਰ ਲਿਆ ਕੇ ਪਲੱਸ ਕਰ ਦੋ, ਉਸ ਤੋਂ ਬਾਅਦ ਕੀ ਹੋਏਗਾ, ਇਹ 1 + √2 / 2√2, ਇਹ cos ਸਕੁਅਰ ਦਾ ਇਹ 2 ਵੀ ਨੀਚੇ ਲੈ ਕੇ ਡਿਵਾਈਡ ਵੀ ਕਰ ਲਿਆ ਤੇ ਇਹਦਾ ਰੂਟ ਕਰ ਦੋ, ਇਹ ਬਣ ਜਾਏਗਾ cos। ਲੋਡ ਨਹੀਂ ਪੈਣੀ ਆਪਾਂ ਨੂੰ ਇਹਦੀ, ਸੋ ਆਈ ਪ੍ਰੈਫਰ ਇਹਦੀ ਟੈਨਸ਼ਨ ਨਾ ਲਓ ਤੁਸੀਂ, ਲੋਡ ਨਹੀਂ ਪੈਣੀ, ਪਰ ਤੁਹਾਨੂੰ 2 ਥੀਟਾ ਦੇ ਫਾਰਮੂਲੇ ਪਤਾ ਹੋਣੇ ਚਾਹੀਦੇ ਨੇ। ਆਪਾਂ ਨੂੰ sin 2 ਥੀਟਾ ਦੀ ਵੈਲਿਊ ਲੋਡ ਪੈ ਜਾਂਦੀ ਹੈ ਅਕਸਰ ਜਦੋਂ ਆਪਾਂ ਪ੍ਰੋਜੈਕਟਾਈਲ ਮੋਸ਼ਨ ਪੜਾਂਗੇ ਅੱਗੇ ਜਾ ਕੇ। ਚਲੋ ਗੱਲ ਸਮਝ ਲੱਗ ਰਹੀ ਸਾਰਿਆਂ ਨੂੰ? Yes, sir. Yes, sir. ਆਇਡੈਂਟੀਟੀਜ਼ ਜੋ ਮੈਂ ਦੱਸ ਰਿਹਾ, ਜਿੰਨੀਆਂ ਦੱਸ ਰਿਹਾ ਉਨੀਆਂ ਕਰ ਲਓ, ਬਹੁਤ ਹੀ ਉਸ ਤੋਂ ਜ਼ਿਆਦਾ ਸਾਰੀ ਕਿਤਾਬ ਲੈ ਕੇ ਮੈਥਮੈਟੀਕਲ ਟੂਲ ਦਾ ਰੱਟਾ ਮਾਰਨ ਬੈਠ ਜਾਂਦੇ ਨੇ ਬੱਚੇ, ਕੋਈ ਲੋੜ ਨਹੀਂ ਹੈ ਰੱਟਾ ਮਾਰਨ ਦੀ। ਤੁਹਾਨੂੰ ਜਿਸ ਚੀਜ਼ ਦੀ ਜਿੰਨੀ ਜ਼ਰੂਰਤ ਹੋਏਗੀ ਮੈਂ ਦੱਸੂਗਾ, ਜਿਹੜੀ ਚੀਜ਼ ਤੇ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਹੈ ਮੈਂ ਦੱਸੂਗਾ, ਜਿਹੜੀ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ ਇਹ ਵੀ ਮੈਂ ਦੱਸੂਗਾ। ਵੀ ਛੱਡੋ, ਜੋ ਮੈਂ ਕਹਿ ਰਿਹਾ ਜੋ ਮੈਂ ਕਰਾ ਰਿਹਾ ਉਹਨੂੰ ਚੰਗੀ ਤਰ੍ਹਾਂ ਕਰੋ ਬਸ। 2 ਰੂਲ ਛੋਟੇ ਛੋਟੇ ਹੈਗੇ ਨੇ, ਮੈਂ ਦੱਸ ਦਿੰਦਾ ਤੁਹਾਨੂੰ, ਬਿਨਾਂ ਕਿਸੇ ਪ੍ਰੂਫ ਦੇ ਦੱਸੂਗਾ, ਕਿਉਂਕਿ ਹੁਣੀ ਬਾਅਦ ਵਿੱਚ ਮੈਂ ਤੁਹਾਨੂੰ ਜਦੋਂ ਫੈਕਟਰਸ ਕਰਾਂਗੇ ਤਾਂ ਪ੍ਰੂਫ ਵੀ ਦੱਸ ਦੂੰਗਾ ਤੁਹਾਨੂੰ। ਬੜੇ ਸਰ ਇੰਪੋਰਟੈਂਟ ਪੁਆਇੰਟ ਵਾਲਾ ਰਿਪੀਟ ਕਰ ਦਿਓ। ਕਿਹੜਾ ਵਾਲਾ? 22.5। ਦੇਖੋ ਨਾ, ਜੇ 22.5 ਡਿਗਰੀ ਐਟ ਥੀਟਾ ਮੰਨ ਲਓ, ਤਾਂ ਤੁਹਾਡਾ ਬੇਸਿਕਲੀ 2 ਥੀਟਾ ਕਰਕੇ ਬਣੇਗਾ ਨਾ 45 ਡਿਗਰੀ, ਹੈਨਾ। ਤਾਂ ਤੁਹਾਨੂੰ 45 ਡਿਗਰੀ ਵੈਲਿਊ ਪਤਾ ਸੀ, ਤਾਂ ਤੁਸੀਂ 2 ਥੀਟਾ ਤੋਂ ਸ਼ੁਰੂ ਕਰੋ, cos of 2 ਥੀਟਾ, ਤੇ ਉਹਦਾ ਫਾਰਮੂਲਾ ਆ ਯੂਜ਼ ਕੀਤਾ ਮੈਂ, ਆ ਥਰਡ ਵਾਲਾ ਦੇਖੋ, ਆ ਵਾਲਾ, ਕਿਉਂਕਿ cos ਦੀ ਵੈਲਿਊ ਚਾਹੀਦੀ ਨਾ 22.5 ਡਿਗਰੀ, cos 2 ਥੀਟਾ ਦੀ ਵੈਲਿਊ ਪਤਾ ਸੀ, ਵੈਲਿਊਸ ਪੁੱਟ ਕੀਤੀਆਂ ਨੇ ਬਸ, ਫਿਰ cos 45 ਡਿਗਰੀ ਵੈਲਿਊ ਪੁੱਟ ਕੀਤੀ, ਇਹਦਾ ਕੈਲਕੂਲੇਸ਼ਨ ਕੀਤੀ ਉਸ ਤੋਂ ਬਾਅਦ ਤਾਂ ਬਸ ਫਿਰ ਆ 1 ਨੂੰ ਉਧਰ ਜਾ ਕੇ ਐਡ ਕਰਤਾ, ਆ 2 ਨੂੰ ਬਾਅਦ ਚ ਡਿਵਾਈਡ ਕਰ ਦਿਓ ਐਲਸੀਐਮ ਲੈ ਕੇ, ਤੇ ਆ ਰੂਟ ਆ ਸਕੁਅਰ ਦਾ ਰੂਟ ਬਣਾ ਦਿਓ, ਠੀਕ ਹੈ। Yes, sir. ਅੱਛਾ ਜੀ, ਹੁਣ ਦੇਖੋ 2 ਰੂਲ ਦੱਸਣਾ ਛੋਟੇ ਛੋਟੇ, ਯਾਦ ਰੱਖਣਾ ਬਸ ਤੁਸੀਂ। ਇੱਕ ਤਾਂ ਹੈਗਾ ਬੜਾ ਇੰਪੋਰਟੈਂਟ ਸਾਈਨ ਰੂਲ ਆਫ ਟ੍ਰਾਇੰਗਲਸ, ਇਹਨਾਂ ਦੀ ਲੋੜ ਪੈਣੀ ਕਿਉਂਕਿ ਤੁਹਾਡੀ ਕਾਪੀਜ਼ ਦੇ ਵਿੱਚ ਤੁਸੀਂ ਪਹਿਲੇ ਹੀ ਹੁਣ ਲਿਖ ਕੇ ਰੱਖੋਗੇ ਤਾਂ ਤੁਹਾਨੂੰ ਕਦੀ ਰਿਮਾਈਂਡ ਕਰਾਉਂਗਾ ਤਾਂ ਤੁਹਾਨੂੰ ਆਸਾਨੀ ਨਾਲ ਯਾਦ ਆ ਜਾਏਗਾ। ਇਹਦਾ ਪ੍ਰੂਫ ਵੀ ਕਰਵਾਉਂਗਾ, ਪਰ ਇਹਦਾ ਪ੍ਰੂਫ ਕਰਵਾਉਂਗਾ ਉਦੋਂ ਜਦੋਂ ਤੁਸੀਂ ਵੈਕਟਰਸ ਕਰ ਰਹੇ ਹੋਗੇ। ਮੈਂ ਤੁਹਾਨੂੰ ਵੈਕਟਰਸ ਦੇ ਬਾਰੇ ਕਾਫੀ ਚੀਜ਼ਾਂ ਸਮਝਾ ਚੁੱਕਾ ਹਾਂ, ਫਿਰ ਪ੍ਰੂਫ ਸਮਝ ਆਏਗਾ। अच्छा, this is valid for every triangle। याद रखना, ये है तो साइन रूल, बच्चे कहते फिर राइट एंगल ट्रायंगल होनी नहीं, ये जिहड़ी मर्जी ट्रायंगल ते वैलिड है, जिहड़ी मर्जी ट्रायंगल रफली whatever triangle you can draw any triangle। मान लो आ ट्रायंगल ड्रॉ कर दो, एवें रफली कुछ भी बना दो, इस तरह का ऐ बना दो, ऐ बना दो, ऐ बना दो, जो मर्जी बना दो, ऐ बना दो, टेढ़ी मेढ़ी जी कुछ भी बना दो, बिकॉज इट इज वैलिड फॉर एनी। चलो जी, ट्रायंगल का नाम रख दो तुसी ABC, सौखा रहता है, इहदे नाल याद रखना। आ वाले एंगल का नाम रख दो A एंगल, ठीक है, सौखा रहेगा। इहदा नाम रख दो B एंगल, इहदा नाम रख दो C एंगल, ठीक है। A एंगल दे सामने वाली साइड दी लेंथ A मान लो, ठीक है। B एंगल दे सामने वाली साइड दी लेंथ नूं तुसी स्मॉल b मान लो, C दे सामने वाली लेंथ नूं तुसी C मान लो, ਤੇ ਤੁਸੀਂ ਯਾਦ ਹੈ ਤੁਹਾਨੂੰ, ਤੁਸੀਂ ਹੀਰੋਨਸ ਕਿਹੜਾ ਫਾਰਮੂਲਾ ਸੀ ਉਹ? So yes, Heron's formula। Heron's formula। ਏਰੀਆ ਆਫ ਟ੍ਰਾਇੰਗਲ ਦੇ ਲਈ ਯੂਜ਼ ਕਰਦੇ ਆ 10th ਕਲਾਸ ਲੋਅਰ ਕਲਾਸਿਸ ਚ, ਹੈ ਨਾ। ਯੈਸ ਸਰ। ਉਹ ਤੇ ਮੈਂ ਜਾਣਬੁੱਝ ਕੇ ਉਹੀ ਲੈ ਲਿਆ ਤੇ ਇਹਦੇ ਚ ਸਾਈਨ ਰੂਲ ਪਤਾ ਕੀ ਕਹਿੰਦਾ, ਉਹ ਕਹਿੰਦੇ ਆ ਜਿਹੜਾ A ਹੈ, this A divided by sin of that angle A, जो ऊपर A है, A ਦੇ ਸਾਹਮਣੇ ਵਾਲਾ ਐਂਗਲ ਬਰਾਬਰ ਹੋਏਗਾ B over sin of the angle that is this B। तो करेगा याद ना,
C divided by sine of angle C. This is small c and this is capital C. So this ratio will be equal and this is called sine rule of triangles. Just ਤੁਸੀਂ ਇਹਨੂੰ ਫਿਲਹਾਲ ਲਈ ਲਿਖ ਲਓ ਆਪਣੇ ਮੈਥਮੈਟੀਕਲ ਟੂਲਸ ਦੀ ਇਹਦੇ ਵਿੱਚ ਬੁਕਲੇਟ ਵਿੱਚ ਜਾਂ ਸੌਰੀ ਆਪਣੀ ਕਾਪੀ ਵਿੱਚ, ਤੁਹਾਨੂੰ ਯਾਦ ਰਹੇਗਾ। ਇਹਦਾ ਪ੍ਰੂਫ ਮੈਂ ਕਰਵਾਉਂਗਾ, ਬਹੁਤ ਇੰਟਰਸਟਿੰਗ, ਬਹੁਤ ਸਿੰਪਲ ਜਿਹਾ ਪ੍ਰੂਫ ਹੈ। Sir, also they are reciprocal. ਕੀ ਕਹਿ ਰਹੇ ਹੋ? Sir, reciprocal भी equal होंगे. बोलो obviously sin a by a will be equal to sin b by b will be equal to sin, obviously बोला रेशियो मान लो ਇਹਦਾ k है तो ਉਹਦਾ 1 by k आ जाएगा, पर कांस्टेंट तो रहेगा ना। Yes. ठीक है ना? So ratios will be constant, यानी कि sin of the angle and the सामने वाली side ਉਹਦੇ ratios same ਹੁੰਦੇ ਨੇ। यानी कि sin of a ਦੀ ਵੈਲਿਊ ਜ਼ਿਆਦਾ ਹੈ ਤਾਂ a ਸਾਈਡ ਦੀ ਵੀ ਵੈਲਿਊ ਜ਼ਿਆਦਾ ਹੋਏਗੀ, ਬਸ ਇਹ ਮਤਲਬ ਹੈ। ਠੀਕ ਹੈ, ਇਹਨੂੰ ਕਹਿੰਦੇ ਸਾਈਨ ਰੂਲ। ਬਿਲਕੁਲ ਇਸ ਤਰ੍ਹਾਂ ਇੱਕ ਛੋਟਾ ਜਿਹਾ ਰੂਲ ਲਾਸਟ ਇੱਕ ਹੋਰ ਦੱਸਦਾ ਤੁਹਾਨੂੰ, ਫਿਰ ਆਪਾਂ ਟ੍ਰਿਗੋਨੋਮੈਟਰੀ ਦਾ ਪੋਰਸ਼ਨ ਆਪਾਂ ਖਤਮ ਕਰਾਂਗੇ। ਫਿਲਹਾਲ ਲਈ ਇਹਨੂੰ ਕਹਿੰਦੇ ਕੋਸਾਈਨ ਫਾਰਮੂਲਾ ਜਾਂ ਕੋਸਾਈਨ ਰੂਲ ਆਫ ਟ੍ਰਾਇੰਗਲ। ਤੇ ਇਹਨਾਂ ਦੇ ਪ੍ਰੂਫਸ ਬੜੇ ਹੀ ਮਤਲਬ ਮਜ਼ੇਦਾਰ ਨੇ। ਜਦੋਂ ਵੈਕਟਰਸ ਆ ਜਾਂਦੇ ਨਾ ਬੰਦੇ ਨੂੰ, ਫਿਰ ਤਾਂ ਇਹ ਹਾਸਾ ਮਜ਼ਾਕ ਹੀ ਹੁੰਦਾ ਹੈ, ਪਰ ਤੁਹਾਨੂੰ ਮੈਂ ਫਿਲਹਾਲ ਰੂਲ ਦੱਸ ਰਿਹਾ ਸਿਰਫ, ਕਿਉਂਕਿ ਇੱਕ ਨਾ ਹਮੇਸ਼ਾ ਆਪਣੇ ਦਿਮਾਗ ਚ ਆਉਂਦੀ ਹੈ ਕਿ ਕੋਈ ਵੀ ਚੀਜ਼ ਜਦੋਂ ਰੱਟਾ ਮਾਰਨਾ ਪੈਂਦਾ ਨਾ ਫਿਜ਼ਿਕਸ ਦੇ ਵਿੱਚ ਖਾਸ ਕਰਕੇ, ਬੜਾ ਬੁਰਾ ਲੱਗਦਾ ਹੈ। ਮੈਨੂੰ ਬੁਰਾ ਲੱਗਦਾ ਇਵਨ ਕਿ ਰੱਟਾ ਕਿਉਂ ਮਾਰਾਂ ਵੀ ਮੈਂ, ਮੈਨੂੰ ਪ੍ਰੂਫ ਪਤਾ ਲੱਗੇ ਹੈ ਨਾ, ਮੈਂ ਦੱਸ ਦੂੰਗਾ। ਫਿਰ ਇਸ ਲਈ ਮੈਂ ਤੁਹਾਨੂੰ ਪ੍ਰੂਫਸ ਤੋਂ ਮਨਾ ਨਹੀਂ ਕਰ ਰਿਹਾ, ਪ੍ਰੂਫ ਤੁਹਾਨੂੰ ਮੈਂ ਦੱਸੂਗਾ ਅੱਗੇ ਜਾ ਕੇ। ਮੋਸਟਲੀ ਚੀਜ਼ਾਂ ਦੇ ਪ੍ਰੂਫਸ ਆਪਾਂ ਕਰਕੇ ਚੱਲੀਏ ਤਾਂ ਜ਼ਿਆਦਾ ਅੱਛਾ ਲੱਗਦਾ ਹੈ ਥੋੜਾ। ਅੱਛਾ, ਇਹਦੇ ਵਿੱਚ ਵੀ ਇਹੀ ਕਰ ਲਓ ਨਾ ਤੁਸੀਂ, ਇਸ ਨੂੰ ਮੰਨ ਲਓ ਐਂਗਲ ABC ਮੰਨ ਲਓ, ਜਿਵੇਂ ਮੰਨਿਆ ਸੀ ਪਹਿਲਾਂ, ਵਾਟਐਵਰ। ਇਹਨੂੰ A ਕਹਿ ਲਓ, ਇਹਨੂੰ B ਕਹਿ ਲਓ, ਇਹਨੂੰ C ਕਹਿ ਲਓ। A ਦੇ ਸਾਹਮਣੇ ਵਾਲੀ ਸਾਈਡ ਦੀ ਲੈਂਥ A, B ਦੇ ਸਾਹਮਣੇ ਵਾਲੀ ਸਾਈਡ ਦੀ ਲੈਂਥ B, C ਦੇ ਸਾਹਮਣੇ ਵਾਲੀ ਸਾਈਡ ਦੀ ਲੈਂਥ C। ਤੇ ਇਹਦੇ ਵਿੱਚ ਤੁਸੀਂ ਕਿਸੇ ਵੀ ਐਂਗਲ ਦਾ ਕੋਸਾਈਨ ਪਤਾ ਕਰ ਸਕਦੇ ਹੋ। ਇਟ ਇਜ਼ ਨਾਟ ਅਬਾਊਟ ਰੇਸ਼ੀਓਜ਼। ਜਿਵੇਂ ਫॉर ਐਗਜ਼ਾਮਪਲ cos of A ਪਤਾ ਕਰਨਾ ਹੈ, ਯਾਨੀ ਹੁਣ ਦੇਖੋ ਬੱਚਾ ਕਹੂਗਾ ਲੈ ਸਰ ਤੁਸੀਂ ਤਾਂ ਮੈਨੂੰ ਸਾਨੂੰ ਦੱਸਿਆ ਸੀ ਵੀ ਰਾਈਟ ਐਂਗਲ ਟ੍ਰਾਇੰਗਲ ਹੁੰਦੀ ਹੈ। ਹਾਂ ਹੁੰਦੀ ਹੈ, ਤੁਸੀਂ ਚਾਹੋ ਤਾਂ ਇੱਥੋਂ ਪਰਪੈਂਡੀਕੂਲਰ ਡ੍ਰੌਪ ਕਰ ਦਿਓ ਇੱਥੇ, ਹਨਾ, ਤੇ ਪਰਪੈਂਡੀਕੂਲਰ ਡ੍ਰੌਪ ਕਰਕੇ cos A ਲਈ ਤੁਸੀਂ ਆਹ ਵਾਲਾ ਬੇਸ ਲਓ ਤੇ ਉਸ ਨੂੰ ਇਸ ਹਾਈਪੋਟੇਨਿਊਜ਼ ਨਾਲ ਡਿਵਾਈਡ ਕਰ ਦਿਓ, ਤਾਂ ਵੀ ਤੁਹਾਡਾ cos of A ਆ ਜਾਏਗਾ। ਇਸ ਗੱਲ ਤੋਂ ਮੈਂ ਇਨਕਾਰ ਨਹੀਂ ਕਰ ਰਿਹਾ, that is good। ਸਮਝ ਲੱਗੀ ਗੱਲ? ਪਰ ਮੈਂ ਪੂਰੀ ਟ੍ਰਾਇੰਗਲ ਨੂੰ ਯੂਜ਼ ਕਰਕੇ ਇਹਦੀ ਸਾਈਡਸ ਦੀ ਆਹ ਲੈਂਥ ਯੂਜ਼ ਕਰਕੇ ਕਿਵੇਂ ਲਿਖ ਸਕਦਾ ਵਾਂ, ਉਹ ਵੀ ਲਿਖ ਸਕਦਾ ਵਾਂ। ਕਿਵੇਂ? ਜੇ ਤੁਸੀਂ cos A ਲਿਖਣਾ ਤੇ cos A ਜਿਹੜੀ ਸਾਈਡਸ ਤੋਂ ਮਿਲ ਕੇ ਬਣਿਆ ਨਾ, ਆਹ ਵਾਲੀ ਸਾਈਡ ਚੱਕ ਲਓ B ਤੇ C, ਤੁਸੀਂ ਕੀ ਲਿਖੋਗੇ ਫਾਰਮੂਲਾ? ਸੌਖਾ ਹੁੰਦਾ ਯਾਦ ਰੱਖਣਾ, B² + C² ਕਰ ਦੋ। ਜਿਹੜਾ ਐਂਗਲ ਹੈ, ਐਂਗਲ ਦੇ ਸਾਹਮਣੇ ਵਾਲੀ ਸਾਈਡ ਦਾ ਸਕੁਅਰ ਮਾਈਨਸ ਕਰਨਾ ਹੈ, ਡਿਵਾਈਡਡ ਬਾय 2 times BC। ਦਿਸ ਇਜ਼ ਦਾ ਕੋਸਾਈਨ। Sir, please repeat. ਇਹਦੇ ਚ ਤਾਂ ਦੇਖੋ ਮੈਂ ਕੁਝ ਕੀਤਾ ਹੀ ਨਹੀਂ, ਮੈਂ ਕੋਈ ਪ੍ਰੂਵ ਨਹੀਂ ਕਰ ਰਿਹਾ। नहीं पता लग गया। ਕੀ ਨਹੀਂ ਪਤਾ ਲੱਗਿਆ? ਕੀ ਨਹੀਂ ਪਤਾ ਲੱਗਿਆ? cos A भी ਦੇਖੋ ਨਾ इसका फॉर्मूला क्या है? B² + C² - A। ਹਾਂ, ਇਹਦਾ ਫਾਰਮੂਲਾ ਦੱਸਿਆ ਤੁਹਾਨੂੰ ਮੈਂ, ਇਹਦਾ ਪ੍ਰੂਫ ਤਾਂ ਦੱਸਿਆ ਹੀ ਨਹੀਂ ਤੁਹਾਨੂੰ। ਇਹ ਚ ਕੁਝ ਨਾ ਪਤਾ ਲੱਗਣ ਵਾਲੀ ਗੱਲ ਹੈ ਹੀ ਨਹੀਂ, ਪ੍ਰੂਫ ਹੀ ਨਹੀਂਗਾ ਕੋਈ। ਇਹਦਾ ਜਸਟ ਮੈਂ ਕਿਹਾ ਵੀ ਆਹ ਪ੍ਰੂਫ ਹੋਏਗਾ, ਇਹ ਸੌਰੀ ਆਹ ਫਾਰਮੂਲਾ ਹੋਏਗਾ। ਜਿਹੜਾ ਐਂਗਲ ਤੁਹਾਨੂੰ ਕਿਹਾ ਨਹੀਂ ਸੀ, ਉਹ ਵਾਲੀ ਸਾਈਡ ਇਥੇ ਮਾਈਨਸ ਹੁੰਦੀ ਆ, ਯਾਦ ਰੱਖਣ ਦਾ ਤਰੀਕਾ ਬਸ। ਸਰ ਇਹ ਚ ਡਾਊਟ ਐਵੇਂ ਹੈ ਵੀ ਆਪਾਂ ਨੇ ਜਿਹੜੀ B ਸਾਈਡ ਹੈ, ਸਮਾਲ B ਹੈ ਜਿਹੜੀ, ਉਹ ਵਾਲੀ ਸਾਈਡ ਤਾਂ ਲੈਤੀ ਨਹੀਂ, ਬਿਕਾਜ਼ ਲੈ ਤਾਂ ਯਾਰ ਆ ਦੇਖੀ, ਆ ਦੇਖ B ਸਾਈਡ B² + C² - A²। ਸਰ ਰਾਈਟ ਐਂਗਲ ਟ੍ਰਾਇੰਗਲ ਵਿੱਚ ਤਾਂ ਆ ਹੀ ਨਹੀਂ ਰਹੀ। ਉਹ ਨਹੀਂ ਰਾਈਟ ਐਂਗਲ ਟ੍ਰਾਇੰਗਲ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਵੀ ਇਹਦਾ ਉਦਾਂ ਵੀ ਕਰ ਸਕਦੇ ਆਪਾਂ, ਇਦਾਂ ਥੋੜੀ ਪਤਾ ਕਰ ਰਹੇ ਆਪਾਂ। ਨੋ ਰਾਈਟ ਐਂਗਲ ਟ੍ਰਾਇੰਗਲ ਥੋੜੀ ਬਣਾ ਰਹੇ ਮੈਂ, ਉਹ ਤਾਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਤੁਹਾਡੇ ਦਿਮਾਗ 'ਚ ਆਏਗਾ ਕਿ cos of A ਇਦਾਂ ਪਤਾ ਕਰ ਸਕਦੇ ਆ। ਹਾਂ, ਉਹ ਸਕੇਲ ਨਾਲ ਕਰ ਸਕਦੇ ਆ, ਪਰ ਅਗਰ ਤੁਸੀਂ ਪੂਰੀ ਟ੍ਰਾਇੰਗਲ ਦੇ ਸਾਈਡਸ ਨੂੰ ਯੂਜ਼ ਕਰਨਾ ਨਾ, ਕੁਝ ਨਹੀਂ ਹੈਗਾ ਤੁਹਾਡੇ ਕੋਲ। ਰਾਈਟ ਐਂਗਲ ਟ੍ਰਾਇੰਗਲ ਨਹੀਂ ਚੰਗਾ ਹੈ, ਤੁਸੀਂ ਦੱਸਤਾ, ਮੈਂ ਤਾਂ ਮਟੇਤਾ ਸਾਰਾ ਕੁਝ ਵਧੀਆ ਹੈ। ਹੁਣ ਐਂ ਦੇਖੋ, ਬਸ ਕੋਈ ਰਾਈਟ ਐਂਗਲ ਟ੍ਰਾਇੰਗਲ ਨਹੀਂ ਹੈ ਇੱਥੇ ਪੜਾਈ ਆਪਾਂ ਇਹ ਸਾਈਡਸ ਨੂੰ ਯੂਜ਼ ਕਰ ਰਹੇ ਹਾਂ ਬਸ, ABC ਬਸ। ਠੀਕ ਹੈ ਗੱਲ? ਯੈਸ ਸਰ। ਜੇ cos of angle B ਲਿਖਣਾ ਹੈ ਨਾ, ਤਾਂ B ਐਂਗਲ ਆ ਰਿਹਾ, ਇਹ ਕਿਹਦੇ ਨਾਲ ਬਣਿਆ? A ਤੇ C ਨਾਲ ਬਣਿਆ ਨਾ ਮਿਲ ਕੇ। ਯੈਸ ਸਰ। ਤਾਂ A ਤੇ C ਨੂੰ ਪਹਿਲਾਂ ਲਿਖ ਲਓ, ਫਿਰ ਮਾਈਨਸ ਕੀ ਆਏਗਾ? B²। ਪੈਟਰਨ ਸੋਚ ਕੇ ਦੱਸੋ, ਨੀਚੇ ਕੀ ਆਏਗਾ? 2AC। 2AC। ਬਿਲਕੁਲ ਠੀਕ। cos of C ਕੀ ਆਏਗਾ? A² + B²। A² + C² - C² upon (/2AB). ਬਿਲਕੁਲ ਠੀਕ, ਬਿਲਕੁਲ ਠੀਕ। ਬਸ ਆਹੀ ਚੀਜ਼ ਸਿੱਖਣੀ ਆਪਾਂ ਕਿ ਬਸ ਐਂਗਲ ਡਾਇਰੈਕਟਲੀ ਲਿਖਣਾ ਪੈ ਜਾਏ, ਕਿ ਵਾਰ ਤਾਂ ਕਿਵੇਂ ਲਿਖਾਂਗੇ। ਇਹਦਾ ਪ੍ਰੂਫ ਮੈਥਮੈਟੀਕਲ ਤੁਹਾਨੂੰ ਵੈਕਟਰਸ ਵੇਲੇ ਦੱਸੂਗਾ,
ਫਿਲਹਾਲ ਤੁਸੀਂ ਸਿਰਫ ਇਹ ਸਮਝ ਲਿਆ ਕਿ ਆ ਮੰਨ ਲਓ ਕੋਈ ਵੀ ਟ੍ਰਾਇੰਗਲ ਹੈਗੀ ਆ, ਕੁਝ ਵੀ ਇਹਦੀ ਸਾਈਡਸ ਨੇ, ਐਗਜ਼ਾਮਪਲ ਵੀ ਲੈ ਲੈਣਾ। ਮੰਨ ਲਓ ਆ ਐਗਜ਼ਾਮਪਲ ਲੈਣੇ, ਇੱਕ ਥੋੜਾ ਸਹੀ ਬਣਾ ਜੀ, 1 3 4 5 6 7 ਲਾ ਲਓ, ਇਹਨੂੰ ਲਾ ਲਓ 1 2 3 4 5 6 ਇਹਨੂੰ ਲਾ ਲਓ, ਤੇ 1 2 3 4 5 6 7 8 9 10 ਇਹਨੂੰ ਲਾ ਲਓ। ਠੀਕ ਹੈ, ਸਿੰਪਲ ਜੀ ਗੱਲ ਹੈ। ਮੈਨੂੰ ਕੋਈ ਬੰਦਾ ਕਹਿ ਰਿਹਾ ਵੀ ਇਹਦਾ cos ਦੱਸੋ ਕਿੰਨਾ ਹੋਏਗਾ ਇਸ ਐਂਗਲ ਦਾ, ਮੈਂ ਸਰ ਦੱਸ ਇਹ ਜਿਹੜਾ ਦਿਆਂ। cos ਰੂਲ ਹੈ ਸਾਰੇ ਟ੍ਰਾਇੰਗਲ ਵਾਸਤੇ ਵੈਲਿਡ ਹੁੰਦਾ ਨਾ? ਹਾਂ ਜਿਹੜੇ ਮਰਜ਼ੀ ਐਂਗਲ ਨੂੰ। ਆ ਦੇ ਹੁਣ cos ਥੀਟਾ ਇਹਦਾ ਦੱਸਣਾ ਮੈਂ, ਤਾਂ ਮੈਂ ਇਹਦਾ ਦੱਸੂਗਾ cos ਆਫ ਥੀਟਾ ਇਜ਼ ਇਕੁਅਲ ਟੂ, ਸਿੱਧੀ ਜੀ ਗੱਲ ਹੈ, ਇਹ 7 ਤੇ 10 ਤੋਂ ਮਿਲ ਕੇ ਬਣਿਆ ਨਾ, 7 ਦੀ ਸਕੁਅਰ ਹੈ ਨਾ, 10 ਦੀ ਸਕੁਅਰ ਮਾਈਨਸ 6 ਦੀ ਸਕੁਅਰ ਡਿਵਾਈਡਡ ਬਾਈ 2 ਗੁਣਾ 7 ਗੁਣਾ 10। ਠੀਕ ਹੈ ਗੱਲ? यस सर। 749 10 10 100 36 140 149 जो 36 गए कितना हो गया 113 बटा 140, बस आ गया cos थीटा की वैल्यू आ गई। वेरी गुड, दसो कोई प्रॉब्लम है? नो सर। नो बस सर। आई ਤੁਹਾਨੂੰ ਦੱਸਿਆ, ਹੋਰ ਕੁਝ ਨਹੀਂ ਦੱਸਿਆ ਮੈਂ ਮੰਨ ਲਓ ਕੋਈ ਕਹਿ ਦੇਵੇ ਮੈਨੂੰ ਨਹੀਂ ਮੈਂ ਤਾਂ ਆਹ ਵਾਲੇ ਐਂਗਲ ਦਾ cos ਪਤਾ ਕਰਕੇ ਦੱਸੋ, ਮੈਂ ਇਹਦਾ ਨਾਮ ਰੱਖ ਦਿੰਦਾ ਮੰਨ ਲਓ ਅਲਫਾ, ਤਾਂ cos ਅਲਫਾ ਦੀ ਵੈਲਿਊ ਸਿੱਧੇ ਲਿਖੂੰਗਾ 7 7 49 36 ਮਾਈਨਸ 10 10 100 ਬਟਾ 2 ਗੁਣਾ 7 ਗੁਣਾ 6। ਸਮਝ ਲੱਗੀ ਗੱਲ? यस सर। 49 ਤੇ 36 ਕਿੰਨੇ ਹੋ ਗਏ 4 ਤੇ 70 ਤੇ 80 85 ਮਾਈਨਸ 15 ਬਟਾ ਕਿੰਨਾ ਆ ਗਿਆ 7 42 84। ਯੈਸ ਸਰ। ਅੱਛਾ ਇੱਥੋਂ ਮੈਨੂੰ ਇੱਕ ਗੱਲ ਪਤਾ ਲੱਗੀ, ਮੈਨੂੰ ਆ ਪਤਾ ਲੱਗ ਗਿਆ ਅਲਫਾ ਜਿਹੜਾ ਹੈ ਇਹ ਗ੍ਰੇਟਰ ਦੈਨ 90 ਹੈ ਨਾ, ਕਿਉਂਕਿ cos ਨੈਗੇਟਿਵ ਹੋ ਗਿਆ ਨਾ। ਯੈਸ ਸਰ। ਵਟਐਵਰ, ਆਪਾਂ ਨੂੰ ਪਿਛਲੇ ਰੂਲ ਵੀ ਪਤਾ ਨੇ, ਆ ਵੀ ਰੂਲ ਪਤਾ ਨੇ, ਆਪਾਂ ਨੂੰ ਆ ਪਤਾ ਲੱਗ ਗਿਆ ਵੀ ਨੈਗੇਟਿਵ ਆ ਗਿਆ ਮਤਲਬ ਉੱਪਰਲਾ ਐਂਗਲ 90 ਤੋਂ ਜ਼ਿਆਦਾ ਹੈ, ਤੇ 90 ਤੋਂ ਜ਼ਿਆਦਾ ਹੋਣ ਤੋਂ ਬਾਅਦ cos ਨੈਗੇਟਿਵ ਹੋ ਹੀ ਤਾਂ ਜਾਂਦਾ ਹੈ। यस सर। ਸੋ ਤੁਹਾਨੂੰ ਸਾਈਨ ਰੂਲ ਪਤਾ ਹੋਣੇ ਚਾਹੀਦੇ ਆ, ਕੋਸਾਈਨ ਰੂਲ ਪਤਾ ਹੋਣੇ ਚਾਹੀਦੇ ਆ, ਥੋੜੇ ਬਹੁਤੇ ਤੁਹਾਨੂੰ ਮਲਟੀਪਲ ਥੀਟਾ ਇੰਨੇ ਜਿੰਨੇ ਦੱਸੇ ਮੈਂ ਇੰਨੇ ਆ ਬਹੁਤ ਨੇ, ਆਏ ਪੇਜ ਦੇ ਜਿੰਨੇ ਬਹੁਤ ਨੇ ਇਹ ਪਤਾ ਹੋਣੇ ਚਾਹੀਦੇ ਆ। ਠੀਕ ਹੈ, ਇਹਨਾਂ ਦੀ ਐਪਲੀਕੇਸ਼ਨ ਪਤਾ ਹੋਣੀ ਚਾਹੀਦੀ, ਆਹ ਦਾ ਪਤਾ ਹੀ ਹੈ। ਅੱਛਾ ਤੁਸੀਂ ਆ ਪਤਾ ਕਰ ਸਕਦੇ ਹੋ ਜੇ ਮੈਨੂੰ ਕੋਈ ਕਹਿ ਦੇਵੇ 15 ਡਿਗਰੀ ਕਰ ਸਕਦੇ ਹੋ? जी सर। यस सर। 60 ਤੇ 45। सर 45 30 निकाल ਤੇ दो। 45 सर 45 ਚੋਂ 30 ਕੱਢ ਦੋ ਤੇ 45 ਚੋਂ 30 ਘਟਾ ਕੇ ਵੀ ਚੱਲ ਜੂਗਾ, ਦੋਨਾਂ ਦੇ ਆਨਸਰ ਬਿਲਕੁਲ ਸੇਮ ਆਣਗੇ। ਸਮਝ ਲੱਗੀ ਗੱਲ? यस सर। तो इसलिए कह रहा है टेंशन कोई नहीं लेनी, ट्रिग्नोमेट्री है जो थोड़ा वैलिड मैथमेटिकल जो रिजल्ट है जिवें मर्जी लगाओ सॉल्व करो, आइडेंटिटी गलत ना लगाओ, वैल्यूज गलत ना पुट करो, 0 तो लेके 90 तक दे मेन एंगल याद रखो, 53 डिग्री 37 डिग्री याद रखो, ट्रिग्नोमेट्रिक आइडेंटिटीज याद रखो, हो ही नहीं सकता थोड़ा कोई सवाल रुक जाए या थोड़ा कोई प्रॉब्लम आवे ते कुछ बेसिक गल्लां याद रखो बस जिहड़ियां मैं तुहानूं अज दस्सियां ने। सब नूं पूरे लैक्चर विच कोई चीज फिर भी ना समझ लगी हो तो पूछ लो, फिर मैं तुहानूं दस्सां कि तुहाडा होमवर्क की। ਸਰ ਇੱਕ ਵਾਰੀ ਨਾ ਸਰ ਆਹ ਜਿਹੜੀ ਪੀਡੀਐਫ ਹੈ ਸਰ ਗਰੁੱਪ ਚ ਭੇਜ ਦਿਓ ਸਰ, ਕਰਨੀ ਹੈ। पक्का पक्का मैं आप पीडीएफ भेज दूंगा प्लस नाल ही लेक्चर भेज दूंगा। मैंने बस कन्वर्ट करन च ना वो लगता टाइम लगता थोड़ा, जिवें मैं हुणे लेक्चर तो जिवें बंद करूंगा ना इहनूं कन्वर्ट होण च इहनूं 15-20 मिनट लगने आ, फिर अपलोड करन च लगने आ 5-7 मिनट, अपलोड करन तो 30-35 मिनट बाद एक्टिव होएगा लेक्चर। सो जो एक्टिव होएगा मैं तुहानूं लिंक भेज दूंगा सारे ग्रुप च। ठीक है, ਠੀਕ ਹੈ ਸਰ। ट्रिग्नोमेट्री बारे इन्ना काफी है, बट जे तुसीं इन्नी पता लग गई तुहानूं कह लो तुसीं वैल्यूज पता करनी आ गई ने, हौली हौली दी प्रैक्टिस हो जूगी। ठीक है, प्रैक्टिस शीट तुहानूं मैं दे दूंगा, उन्होंने सॉल्व करियो। इस तो सर, ਜਿਹੜੀ बाद एक छोटी जी गल हो, एक आपां नूं पता होनी चाहिए थोड़ी बहुती बाइनोमियल एक्सपेंशन, कुछ आइडेंटिटीज वगैरह या कुछ बेसिक जो गल्लां तुसीं तुहानूं याद भी ने, बाइनोमियल एक्सपेंशन थोड़ी बहुती पता होनी चाहिए है, ਇਹਦੀ ਲੋੜ ਪਏਗੀ ਆਪਾਂ ਨੂੰ। ਸੋ ਤੁਹਾਨੂੰ ਫਿਰ ਇਹ ਚ ਫਾਇਦਾ ਨਾਨ ਮੈਡੀਕਲ ਵਾਲਿਆਂ ਦਾ ਹੁੰਦਾ ਹੈ, ਤੁਹਾਨੂੰ ਬਾਇਨੋਮੀਅਲ ਥਿਊਰਮ ਤੇ ਪੂਰਾ ਚੈਪਟਰ ਹੀ ਹੈਗਾ ਤੁਹਾਡੇ ਉਹਦੇ ਵਿੱਚ ਮਤਲਬ ਸਿਲੇਬਸ ਚ ਮੈਥ ਦੇ, ਪਰ ਨਾਨ ਮੈਡੀਕਲ ਵਾਲਿਆਂ ਨੂੰ ਇਹ ਚੀਜ਼ਾਂ ਸਿੱਖਣ ਦਾ ਮੌਕਾ ਨਹੀਂ ਮਿਲਦਾ। ਜਦੋਂ ਅਚਾਨਕ ਇਹ ਯੂਜ਼ ਕਰਦੇ ਆ ਬੱਚੇ ਕਹਿੰਦੇ ਓਹੋ ਪਤਾ ਨਹੀਂ ਕਿੱਥੋਂ ਲਿਆਏ ਇਹ ਆ ਕੀ ਕਰਤਾ ਹੈ ਨਾ। ਇਸ ਲਈ ਤੁਹਾਨੂੰ ਕਹਿ ਰਿਹਾ ਇਹਨਾਂ ਚੀਜ਼ਾਂ ਨੂੰ ਵੀ ਥੋੜਾ ਬਹੁਤਾ ਸਿੱਖ ਲਓ, ਜਿੰਨਾ ਕੁ ਟਾਈਮ ਆਪਣੇ ਕੋਲ ਬਚਿਆ 10 ਮਿੰਟ ਹੈਗੇ ਨੇ, ਬਸ ਥੋੜੀ ਜਿਹੀ ਇੰਟਰੋਡਕਸ਼ਨ ਜੀ ਦੇ ਦਿੰਦਾ ਤੁਹਾਨੂੰ, ਫਿਰ ਬਾਕੀ ਗੱਲ ਬਾਅਦ ਚ ਕਰਾਂਗੇ। ਤੁਸੀਂ ਦੇਖੋ
ਤੁਸੀਂ ਸਾਰਿਆਂ ਨੇ ਇਹ ਆਇਡੈਂਟੀਟੀਜ਼ ਕੀਤੀਆਂ ਨੇ ਨਾ ਕਿ ਬਾਈਨੋਮੀਅਲ ਮਤਲਬ ਜਿਸ 'ਚ ਦੋ ਟਰਮਾਂ ਹੋਣ। ਬਾਈਨੋਮੀਅਲ, ਬਾਈ ਮਤਲਬ ਦੋ, ਜਿਵੇਂ a plus b ਕੋਈ ਵੀ ਦੋ ਟਰਮ ਨੇ, ਇਹਦੀ ਪਾਵਰ n ਹੈ ਅਗਰ ਕੋਈ ਵੀ, ਤਾਂ ਇਹਨੂੰ ਐਕਸਪੈਂਡ ਕਰਨ ਦਾ ਤਰੀਕਾ ਉਹਨੂੰ ਬੋਲਦੇ ਨੇ ਬਾਈਨੋਮੀਅਲ ਐਕਸਪੈਂਸ਼ਨ। ਜਿਵੇਂ a plus b ਦੀ ਪਾਵਰ 1 ਹੋ ਜਾਵੇ ਤਾਂ ਉਹ ਐਕਸਪੈਂਡ ਕਿਵੇਂ ਹੋਏਗੀ, ਐਂ ਹੋਏਗੀ, ਹੈ ਨਾ? यस सर। अगर a plus b ਦੀ ਪਾਵਰ 2 ਹੋ ਜਾਵੇ ਤਾਂ ਇਹ ਆਏਗੀ ए स्क्वायर प्लस प्लस बी स्क्वायर प्लस प्लस 2ab। अच्छा, अगर पावर 3 हो जाए a क्यूब प्लस b प्लस b क्यूब प्लस a स्क्वायर b प्लस 3ab स्क्वायर। हाँ, सो बेसिकली जो तुसी कह रहे हो यही है ना, एक्सपेंड करके देखो। इतना एक पैटर्न ਹੁੰਦਾ ਹੈ, बस पहला पैटर्न समझो, बाद ਚ ਆਪਾਂ ਬਾਇਨੋਮੀਅਲ ਵੀ ਕਰਾਂਗੇ। ਪੈਟਰਨ ਇਹ ਹੁੰਦਾ ਹੈ ਕਿ ਇਹਨਾਂ ਦਾ ਕੋਐਫੀਸ਼ੀਐਂਟ ਦੇਖੋ ਕੀ ਹੈ, ਇਹਦਾ n ਦੀ ਵੈਲਿਊ 1 ਹੈ ਨਾ, a plus b ਪਾਵਰ 1 ਹੈ, ਤਾਂ ਆਪਣੇ ਕੋਐਫੀਸ਼ੀਐਂਟ ਕੀ ਆਇਆ, ਇੱਥੇ ਨੰਬਰ ਕੀ ਆਇਆ 1, ਇੱਥੇ 1 ਹੈ ਨਾ, ਤੇ ਅੱਗੇ 1 1 ਲੱਗਿਆ ਹੈ ਨਾ। यस। अच्छा, अगर n ਦੀ ਵੈਲਿਊ 2 ਹੋ ਜਾਏ, ਤੁਸੀਂ ਕੀ ਕਰਨਾ, ਇਸ 1 ਤੋਂ ਥੋੜਾ ਇਧਰ ਸ਼ੁਰੂ ਕਰੋ, 1 1 plus 1 ਕਿੰਨਾ ਹੋ ਗਿਆ 2। ਫਿਰ ਇਧਰ ਫਿਰ 1 ਖਤਮ ਕਰ ਦੋ 1 ਤੇ, ਤਾਂ ਦੇਖੋ 1 ਇਹਦੇ ਨਾਲ 2 ਇਹਦੇ ਨਾਲ 1, n ਦੀ ਵੈਲਿਊ 3 ਲਿਖੋ, ਤਾਂ ਫਿਰ 1 ਤੋਂ ਸ਼ੁਰੂ ਕਰੋ, ਇੱਥੇ 1 1 and 2 ਕਿੰਨੇ ਹੋ ਗਏ 3 2 and 1 ਕਿੰਨੇ ਹੋ ਗਏ, उधर 1 3 3 1 1 3 3 1 है ना। हाँ जी सर। इस तरह मैं अगले भी सोच सकता हूँ, 4 ਤੇ ਹੋਏਗੀ, ਇੱਥੇ ਕੀ ਹੋਗਾ 1, ਇੱਥੇ ਕੀ ਆਏਗਾ 4 ਇੱਥੇ ਕੀ ਆਏਗਾ 6 4 ਬਿਲਕੁਲ 4 ਠੀਕ ਹੈ। 1 ਪਰ ਇੱਥੇ ਜਦ ਪੁੱਟ ਕਰੂੰਗਾ ਵੈਲਿਊ ਦੇਖੋ ਧਿਆਨ ਨਾਲ, ਇਧਰ ਦੇਖੋ ਧਿਆਨ ਨਾਲ। ਪਹਿਲੀ ਗੱਲ ਤਾਂ ਇਹ ਕਿ ਜਿੰਨੀ ਵੀ ਪਾਵਰ ਮੈਕਸਿਮਮ ਹੈ a ਦੀ ਉਨੀ ਮੈਕਸਿਮਮ ਪਾਵਰ ਤੋਂ ਸ਼ੁਰੂ ਕਰੋ, ਫਿਰ a ਦੀ ਪਾਵਰ ਕਰਕੇ ਘਟਾਓ ਤੇ b ਦੀ ਪਾਵਰ ਵਧਾਓ, ਪਾਵਰ ਟੋਟਲ ਸਮ 4 ਹੀ ਰਹਿਣਾ ਚਾਹੀਦਾ, ਜਿਵੇਂ ਇੱਥੇ 3 ਰਹਿ ਰਿਹਾ ਨਾ। ਦੇਖੋ ਦੇਖੋ ਇੱਥੇ a ਦੀ ਪਾਵਰ 2 ਸੀਗੀ, ਇੱਥੇ a ਦੀ ਪਾਵਰ 1, ਇੱਥੇ a ਖਤਮ ਹੋ ਗਿਆ, ਇੱਥੇ a ਦੀ ਪਾਵਰ 3 ਸੀਗੀ, ਇੱਥੇ 2 ਹੋਈ, ਇੱਥੇ 1 ਇੱਥੇ ਖਤਮ ਹੋ ਗਿਆ। a ਦੀ ਪਾਵਰ ਘਟਾਈ ਜੋ, b ਦੀ ਵਧਾਈ ਜੋ, ਇੱਥੇ a ਦੀ ਪਾਵਰ ਕਿੰਨੀ ਆ ਜਾਏਗੀ 2, b ਦੀ ਪਾਵਰ ਵੀ 2 ਹੀ ਆਏਗੀ ਨਾ। ਇੱਥੇ a ਦੀ ਪਾਵਰ 3 ਹੋ ਜਾਏਗੀ, नो 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 1 ਹੋ ਜਾਏਗੀ, b ਦੀ ਪਾਵਰ 3 ਤੇ ਲਾਸਟ b ਦੀ ਪਾਵਰ 4। ਕੋਐਫੀਸ਼ੀਐਂਟ ਹੁਣ ਲਗਾ ਦਿਓ, ਪਹਿਲੇ ਨਾਲ 1 ਲੱਗੇ ਹੋਇਆ, ਇਹਦੇ ਨਾਲ 4, ਇਹਦੇ ਨਾਲ 6, ਇਹਦੇ ਨਾਲ 4, ਇਹਦੇ ਨਾਲ 1 ਲੱਗੇ ਹੋਇਆ। ਸਮਝ ਲੱਗੀ ਗੱਲ? यस सर। यस सर। यस सर। ਚੀਜ਼ਾਂ ਆਪਾਂ ਕਰਦੇ ਆ, ਤੇ ਇਦਾਂ ਹੀ ਕਰਦੇ ਕਰਦੇ ਨਾ, ਜੇ a plus b ਦੀ ਪਾਵਰ ਮੰਨ ਲਓ ਤੁਹਾਨੂੰ 7 ਆ ਜਾਵੇ, ਤਾਂ ਤੁਸੀਂ ਇਸ ਨੂੰ ਟੇਬਲ ਨੂੰ 7 ਤੱਕ ਲੈ ਕੇ ਜਾਓਗੇ, ਪਰ ਥੋੜਾ ਬਹੁਤ ਲੰਬਾ ਕੰਮ ਹੋ ਜਾਏਗਾ, ਕਰਨਾ ਨਹੀਂ ਹੈ, ਤੁਹਾਨੂੰ ਵੈਸੇ ਦੱਸ ਰਿਹਾ ਇੰਟਰੋਡਕਸ਼ਨ ਦੇ ਲਈ। ਇੱਕ ਕਰਨ ਬੈਠ ਜਾਓ ਤੁਸੀਂ, ਇਹਦਾ ਕੋਈ ਲੋੜ ਨਹੀਂ ਤੁਹਾਨੂੰ, ਯੂ ਡੋਂਟ ਨੀਡ ਦਿਸ ਫॉर ਫਿਜ਼ਿਕਸ। ਠੀਕ ਹੈ ਗੱਲ? यस सर। ਤੁਹਾਨੂੰ ਬਸ ਇੱਕ ਦੋ ਚੀਜ਼ਾਂ ਦੱਸਦਾ ਸਿੰਪਲ ਜੀਆਂ, ਜਿਹਦੇ ਨਾਲ ਬਾਇਨੋਮੀਅਲ ਦੀ ਇੰਟਰੋਡਕਸ਼ਨ ਹੈ। ਅਗਲੇ ਲੈਕਚਰ 'ਚ ਸਭ ਬੜਾ ਵਧੀਆ ਡਿਟੇਲ 'ਚ ਕਰੂੰਗਾ, ਟ੍ਰਿਗਨੋਮੈਟਰੀ ਦੀ ਤੁਹਾਡੀਆਂ ਉਹ ਪੂਰੀ ਕਰ ਰਹੇ ਮੈਂ ਸਸਤਾ ਨੂੰ। ਅੱਛਾ, ਇੱਕ ਗੱਲ ਹੋਰ, ਇੱਕ ਨਾ ਮੈਥਸ ਵਿੱਚ ਅਸੀਂ ਯੂਜ਼ ਕਰਦੇ ਹਾਂ ਨੋਟੇਸ਼ਨ ਫੈਕਟੋਰੀਅਲ। ਜਿਵੇਂ ਮੰਨ ਲਓ n ਫੈਕਟੋਰੀਅਲ ਐ ਲਿਖਦੇ ਹਨ, ਜਾਂ ਫਿਰ ਐ ਲਿਖਦੇ ਆ n ਫੈਕਟੋਰੀਅਲ। ਫੈਕਟੋਰੀਅਲ ਪਤਾ ਕਿੰਨਾ ਵਧੀਆ ਹੁੰਦਾ, ਸੌਖਾ ਹੁੰਦਾ ਹੈ ਬਹੁਤ, ਕਿਉਂਕਿ n ਫੈਕਟੋਰੀਅਲ ਨੂੰ ਐ ਲਿਖਦੇ ਆ n ਗੁਣਾ ਉਹ ਚੋਂ 1 ਘਟਾ ਦਿਓ, ਫਿਰ ਇੱਕ ਹੋਰ ਘਟਾ ਦਿਓ, ਇਹਨੂੰ ਗੁਣਾ ਕਰਦੇ ਰਹੋ ਲਾਸਟ ਵਿੱਚ ਜਿੱਥੇ ਤੱਕ ਕਿ 1 ਨਹੀਂ ਆਏ। ਜਿਵੇਂ ਕਿ 4 ਫੈਕਟੋਰੀਅਲ ਕੀ ਹੋਏਗਾ 4 into 3 into 2 into 1 ਐਗਜ਼ੈਕਟਲੀ ਕਿੰਨਾ ਆਏਗਾ 24 5 ਫੈਕਟੋਰੀਅਲ ਕਿੰਨਾ ਆਏਗਾ 5 into 4 into 3 into 2 into 1 ਹਾਂ 120 ਇਸ ਤਰ੍ਹਾਂ ਤੁਸੀਂ 3 ਫੈਕਟੋਰੀਅਲ ਕਿੰਨਾ ਆਏਗਾ 3 into 2 into 1 ਠੀਕ ਹੈ। ਇਹ ਫੈਕਟੋਰੀਅਲ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਹੁੰਦੇ ਆ, ਬਸ ਜਸ ਵੈਸੇ ਨੋਟੇਸ਼ਨ ਦੱਸ ਰਹੇ ਤੁਹਾਨੂੰ। ਅੱਛਾ, ਇੱਕ ਹੋਰ ਟਰਮ ਹੁੰਦੀ ਮੈਥਸ ਵਿੱਚ, ਅਸੀਂ ਓਪਨ ਕਰਦੇ ਹਾਂ ਉਹਨੂੰ ਕਹਿੰਦੇ NCR। ਇਹਨੂੰ ਓਪਨ ਪਤਾ ਕਿਵੇਂ ਕਰਦੇ ਆ, n ਤਾਂ ਲਿਖ ਦਿੰਦੇ ਆ n ਫੈਕਟੋਰੀਅਲ, ਨੀਚੇ ਲਿਖ ਦਿੰਦੇ ਆ r ਦਾ ਫੈਕਟੋਰੀਅਲ, ਤੇ ਫਿਰ n ਵਿੱਚੋਂ ਮਾਈਨਸ r ਕਰਕੇ n ਮਾਈਨਸ r ਦਾ ਫੈਕਟੋਰੀਅਲ। ਯਾਦ ਰੱਖਣਾ ਇੱਥੇ n ਜਿਹੜਾ ਉਹ ਵੱਡਾ ਹੁੰਦਾ ਹੈ r ਨਾਲੋਂ, ਠੀਕ ਹੈ। ਆ ਚੀਜ਼ ਨੂੰ ਬਸ ਜਸਟ ਵੈਸੇ ਦੱਸ ਰਿਹਾ ਤੁਹਾਨੂੰ ਕਿ ਫੈਕਟੋਰੀਅਲ ਦੇ ਫਾਰਮ ਚ ਇਹਨੂੰ ਐ ਲਿਖ ਸਕਦੇ ਆ। ਜਿਵੇਂ ਕਿ ਫੋਰ ਐਗਜ਼ਾਮਪਲ ਕੋਈ ਮੈਨੂੰ ਕਹੇ ਕੈਲਕੂਲੇਟ ਕਰਕੇ ਦਿਖਾਓ 5c3
मैं कहूँ कर दिने 5 फैक्टोरियल डिवाइडेड बाय ਸਰ ਸੀ ਕੀ ਹੈ ਇਸ ਵਿੱਚ? C ਫॉर ਕੰਬੀਨੇਸ਼ਨ ਹੁੰਦਾ ਹੈ। ਮੈਂ ਇਹ ਗੱਲਾਂ ਹੁਣ ਨਹੀਂ ਦੱਸ ਰਿਹਾ ਤੁਹਾਨੂੰ, ਤੁਸੀਂ ਐਂਡ ਸੱਚੀ ਦੱਸਾਂ ਮੈਂ ਬੜਾ ਸੌਰੀ ਫੀਲ ਕਰਦਾ ਕਿ ਬੱਚਿਆਂ ਨੂੰ ਜਦੋਂ ਡਾਇਰੈਕਟਲੀ ਇਸ ਤਰ੍ਹਾਂ ਕੁਝ ਦੱਸਦੇ ਆ ਤੇ ਬੱਚਿਆਂ ਨੂੰ ਉਹਦਾ ਮਤਲਬ ਜਾਂ ਉਹਦੀ ਇੰਪੋਰਟੈਂਸ ਉਹਦੀ ਐਪਲੀਕੇਸ਼ਨ ਦੱਸੇ ਬਿਨਾਂ ਦੱਸਣਾ ਬੜਾ ਰੈਸ਼ ਕੰਮ ਹੁੰਦਾ, ਬੜਾ ਡਰਾਈ ਕੰਮ ਹੁੰਦਾ ਹੈ। ਬਟ ਮਜਬੂਰੀ ਹੈ ਹਲੇ, ਕਿਉਂਕਿ ਹਲੇ ਮੈਂ ਇਹਦੀ ਡਿਟੇਲ ਚ ਗਿਆ ਤਾਂ ਪੂਰਾ 2-3 ਲੈਕਚਰ ਲੱਗ ਜਾਣੇ ਆ। ਮਜ਼ਾ ਤੈਨੂੰ ਆ ਜਾਊਗਾ ਪਰ ਸਿੱਖ ਕੇ, ਪਰ ਉਹ ਕਹਿੰਨੂੰ ਫੇਰ ਕਦੇ ਦੱਸਾਂਗੇ ਜੇ ਸਿਲੇਬਸ ਆਪਣੇ ਵਧੀਆ ਹੋਗੇ ਨਾ ਤੁਹਾਡੇ, ਕਦੀ ਵੇਲੇ ਟਾਈਮ ਆਪ ਨੂੰ ਦਿਲ ਕੀਤਾ ਮੈਂ ਤੁਹਾਨੂੰ ਵੈਸੇ ਛੋਟੀ ਛੋਟੀ ਗੱਲਾਂ ਇਹਦਾ ਦੱਸਿਆ ਕਰੂੰਗਾ। ਫਿਲਹਾਲ ਤੁਸੀਂ ਇਹਨੂੰ ਐਂ ਲੈ ਲਓ ਵੀ ਆ ਜੀ C ਫॉर ਕੰਬੀਨੇਸ਼ਨ ਹੈ, ਠੀਕ ਹੈ। ਐ ਸਮਝ ਲਓ ਇਹਦਾ ਮਤਲਬ ਮੈਂ ਛੋਟਾ ਜਿਹਾ ਚਲੇ ਐਗਜ਼ਾਮਪਲ ਨਾਲ ਦੱਸ ਦਿੰਦਾ ਤੈਨੂੰ। ਇਹਦਾ ਮਤਲਬ ਪਤਾ ਕੀ ਹੈ, ਪਹਿਲਾਂ ਸੋਲਵ ਕਰ ਲਈਏ। 5 - 3 ਕਿੰਨਾ ਆਇਆ? 2 ਆਏਗਾ ਨਾ। 2 ਇਹਨੂੰ ਸੋਲਵ ਕਰ ਲਓ 5 × 4 × 3 ਫੈਕਟੋਰੀਅਲ ਦੇ ਛੱਡ ਦਿਓ, ਨਾ ਸੋਲਵ ਕਰੋ ਇਹਨੂੰ। ਨਿਚਲੇ 3 ਫੈਕਟੋਰੀਅਲ ਨੂੰ ਕੈਂਸਲ ਕਰਨਾ ਕਿਸੇ ਦੇ, 2 × 1 ਕਰ ਦਿਓ। ਕਿੰਨਾ ਆ ਗਿਆ? N ਹਾਂ, ਇਹਦਾ ਮਤਲਬ ਹੁਣ ਮੈਂ ਸਮਝਾ ਹੀ ਦੇਣਾ, ਚਲੋ ਛੋਟਾ ਜਿਹਾ ਮਤਲਬ ਸਮਝਾ ਦੇਣਾ। 5C3 ਦਾ ਕੀ ਮਤਲਬ ਹੈ? 5C3 ਦਾ ਇਹ ਮਤਲਬ ਹੈ ਕਿ ਜੇ ਮੈਂ ਤੁਹਾਡੇ ਵਿੱਚੋਂ ਚੰਦਨ ਦਾ ਨਾਮ ਮੈਨੂੰ ਯਾਦ ਹੈ, ਰਿਧਮ ਦਾ ਨਾਮ ਵੀ ਮੈਨੂੰ ਯਾਦ ਹੈ, ਕ੍ਰਿਸ਼ ਦਾ ਨਾਮ ਵੀ ਮੈਨੂੰ ਯਾਦ ਹੈ, ਗਵਨੀਤ ਦਾ ਨਾਮ ਮੈਨੂੰ ਯਾਦ ਹੈ, ਇੱਕ ਨਾਮ ਹੋਰ ਲੈ ਲੈਣੇ, ਮੈਂ ਦੇਖ ਲੈਣਾ ਲਿਸਟ ਚ ਕੋਈ ਵੀ, ਜਸਰਾਜ, ਜਸਰਾਜਪ੍ਰੀਤ, ਚਲੋ ਜਸਰਾਜ ਹੀ ਲਿਖ ਦਿੰਦੇ ਆ, ਵਧੀਆ ਲੱਗ ਰਿਹਾ ਨਾਮ। ਆ 5 ਬੱਚੇ ਆ, ਠੀਕ ਹੈ। 5 ਬੱਚਿਆਂ ਚੋਂ ਆਪਾਂ ਇੱਕ ਟੀਮ ਬਣਾਣੀ ਆ 3 ਬੱਚਿਆਂ ਦੀ, ਠੀਕ ਹੈ। 3 ਬੱਚਿਆਂ ਦੀ ਟੀਮ ਬਣਾਣੀ ਹੈ, ਇੱਕ ਕੋਈ ਵੀ ਟੀਮ ਬਣਾਣੀ ਆ। ਖੋ ਖੇਡਣੀ ਹੈ, ਖੋ ਤਾਂ 3 ਬੱਚਿਆਂ ਦੀ ਹੋਈ ਨਹੀਂ ਸਕਦੀ। ਮੰਨ ਲਓ ਕੁਝ ਵੀ ਕੋਈ ਗੇਮ ਖੇਡਣੀ ਹੈ, 3 ਬੱਚਿਆਂ ਦੀ ਟੀਮ ਬਣਾਣੀ ਹੈ, ਤਾਂ ਤੁਸੀਂ ਕਿੰਨੇ ਵੱਖਰੇ ਵੱਖਰੇ ਕੰਬੀਨੇਸ਼ਨਸ ਦੇ ਵਿੱਚ ਟੀਮ ਬਣਾ ਸਕਦੇ। ਇਸ ਗੱਲ ਦੀ ਕੈਲਕੂਲੇਸ਼ਨ ਨੂੰ ਆ ਬੋਲਦੇ ਆ ਮੈਥਸ ਵਿੱਚ। ਸਮਝ ਲੱਗੀ ਗੱਲ? ਯੈਸ ਸਰ। 5 ਬੱਚਿਆਂ ਦੇ ਵਿੱਚੋਂ 3 ਬੱਚੇ ਕਿੰਨੇ ਡਿਫਰੈਂਟ ਵੇਜ਼ ਚ ਚੁਣੇ ਜਾ ਸਕਦੇ ਨੇ। ਜਿਵੇਂ ਕਿ ਮੈਂ ਚੰਦਨ, ਰਿਦਮ ਤੇ ਕ੍ਰਿਸ਼ ਦੀ ਟੀਮ ਬਣਾ ਦਾਂ, ਨਹੀਂ, ਰਿਦਮ, ਕ੍ਰਿਸ਼ ਤੇ ਗਵਨੀਤ ਦੀ, ਨਹੀਂ ਆਵੇ ਨਹੀਂ, ਕ੍ਰਿਸ਼, ਗਵਨੀਤ ਤੇ ਜਸਰਾਜ ਦੀ, ਨਹੀਂ, ਚੰਦਨ, ਕ੍ਰਿਸ਼ ਤੇ ਗਵਨੀਤ ਦੀ। ਇਸ ਤਰ੍ਹਾਂ ਕਰ ਕਰਕੇ ਤੁਸੀਂ ਟੀਮਾਂ ਬਣਾ ਕੇ ਦੇਖ ਲਿਓ, ਤੁਹਾਡੇ ਤਾਂ 10 ਹੀ ਟੀਮਾਂ 10 ਬਣ ਜਾਣਗੀਆਂ ਹੈ। ਮੀਨਸ ਟੋਟਲ 10 ਬਣ ਜਾਣਗੀਆਂ। ਹਾਂ, ਟੋਟਲ 10 ਟੀਮਸ ਬਣ ਜਾਣਗੀਆਂ। ਇਹਦਾ ਮਤਲਬ ਆਪਾਂ ਕੈਲਕੂਲੇਟ ਕਰ ਰਹੇ ਸੀ ਪਿੱਛੇ, ਵੈਸੇ ਅਸਲ ਵਿੱਚ ਇਹ ਮਤਲਬ ਹੈ। ਠੀਕ ਹੈ ਗੱਲ? ਓਕੇ ਸਰ। ਤੁਸੀਂ ਪੁੱਛ ਲੈਂਦੇ ਹੋ ਨਾ, ਫਿਰ ਮੈਨੂੰ ਬੜਾ ਹੁੰਦਾ ਕਿ ਸੱਚੀ ਦੱਸਿਆ ਜਾਵੇ, ਪਰ ਕਈ ਵਾਰ ਮਜਬੂਰੀ ਹੁੰਦੀ ਹੈ, ਕਈ ਵਾਰ ਜੋ ਚੀਜ਼ ਦੱਸ ਸਕਦੇ ਇੰਨਾ ਕੁ ਦੱਸ ਸਕਦਾ ਫਿਲਹਾਲ ਤੈਨੂੰ ਮੈਂ, ਬਾਕੀ ਬਾਅਦ ਚ ਫਿਰ ਕਰੀ। ਠੀਕ ਹੈ। ਇਹਦਾ ਰਿਲੇਸ਼ਨ ਮੈਂ ਦੱਸਦਾ, ਹੁਣ 4 ਮਿੰਟ ਰਹਿ ਗਏ ਬਸ, ਮੈਂ 4 ਮਿੰਟ ਵਿੱਚ ਥੋੜੀ ਜਿਹੀ ਗੱਲਾਂ ਹੋਰ ਦੱਸ ਦਵਾਂ। ਇਹ ਵਾਲੇ ਇਹਦਾ ਫਾਇਦਾ ਕੀ ਹੁੰਦਾ, ਦੇਖੋ ਇਹਦਾ ਲਿਖਣ ਦਾ ਤਰੀਕਾ ਇਹ ਆ ਦੇਖੋ ਬਾਇਨੋਮੀਅਲ ਐ ਲਿਖਦੀ 7C0 ਨੰਬਰ ਵਾਜ ਕੈਲਕੂਲੇਟ ਕਰ ਲਾਂਗੇ। ਅੱਛਾ ਯਾਦ ਰੱਖਿਓ ਇੱਕ ਗੱਲ ਹੋਰ, ਫੈਕਟੋਰੀਅਲ ਜਿਹੜਾ ਤੁਹਾਨੂੰ ਲਿਖਾਇਆ ਨਾ ਮੈਂ, 0 ਫੈਕਟੋਰੀਅਲ ਨੂੰ ਆਪਾਂ ਬਾਈ ਕਨਵੈਨਸ਼ਨ 1 ਮੰਨਦੇ ਆ, ਯਾਦ ਰੱਖਿਓ। 1 ਫੈਕਟੋਰੀਅਲ ਵੀ 1 ਹੁੰਦਾ ਹੈ, 0 ਫੈਕਟੋਰੀਅਲ 1। ਇਹ ਤੁਸੀਂ ਕਹੋਗੇ 0 ਫੈਕਟੋਰੀਅਲ 1 ਕਿਉਂ ਹੁੰਦਾ ਹੈ, ਟੈਨਸ਼ਨ ਨਾ ਲਓ ਇਹਦੀ ਤੁਸੀਂ ਹਲੇ, ਇਹ ਤਾਂ ਹਾਫ ਫੈਕਟੋਰੀਅਲ ਦੀ ਵੀ ਕੋਈ ਵੈਲਿਊ ਹੁੰਦੀ ਹੈ, ਪਰ ਆਪਾਂ ਉਹਨਾਂ ਗੱਲਾਂ 'ਚ ਨਹੀਂ ਪੈਣਾ। ਠੀਕ ਹੈ। ਫਿਲਹਾਲ ਹੋ ਕਿੱਧਰ ਚਲਾ ਗਿਆ ਮੇਰਾ, ਆ ਰਿਹਾ 7C0 b ਦੀ ਪਾਵਰ 0 ਰੱਖ ਲਓ, ਜਿਹਨੇ ਸ਼ੁਰੂ ਚ ਰੁਕਦੇ ਨਾ ਆਪਾਂ, a ਦੀ ਪਾਵਰ ਸਾਰੀ 7 ਰੱਖ, ਫਿਰ 7C1 b ਦੀ ਪਾਵਰ 1 ਰੱਖ ਦੋ, a ਦੀ ਪਾਵਰ ਕਿੰਨੀ ਰੱਖਾਂਗੇ 6 ਰੱਖ ਦਾਂਗੇ। 7C2 ਫਿਰ b ਦੀ ਪਾਵਰ 2 ਤੇ a ਦੀ ਪਾਵਰ 5। ਇਹਨੂੰ ਕਰਦੇ ਲਾਸਟ ਵਿੱਚ ਤੁਹਾਡੇ ਕੋਲ 7C7 ਆ ਜਾਏਗਾ, b ਦੀ ਪਾਵਰ 7 ਆ ਜਾਏਗੀ, a ਦੀ ਪਾਵਰ 0। ਠੀਕ ਹੈ ਗੱਲ? ਯੈਸ ਸਰ। ਹੁਣ ਤੁਸੀਂ ਸੋਚ ਕੇ ਦੇਖੋ ਥੋੜਾ ਜਿਹਾ, ਜਸਟ ਇਸ ਗੱਲ ਨੂੰ ਆਪਾਂ ਐਕਸਪੈਂਡ ਕਰਦੇ ਹਾਂ ਕਿ ਜੇ ਮੈਂ ਐ ਕਰਾਂ ਕਿ 7C0 ਦੀ ਵੈਲਿਊ ਫਾਈਂਡ ਕਰਾਂ ਤਾਂ ਕੀ ਆਏਗਾ, 7 ਫੈਕਟੋਰੀਅਲ ਓਵਰ 0 ਫੈਕਟੋਰੀਅਲ ਇਨਟੂ 7 - 0 7 ਫੈਕਟੋਰੀਅਲ। ਇਹ ਤਾਂ 1 ਹੀ ਹੁੰਦਾ, 1 ਸਭ ਕਹਿੰਦੇ 1 ਆ ਜਾਏਗਾ। ਯੈਸ ਸਰ। ਇਹਦੀ ਜਗ੍ਹਾ ਤੇ ਆ ਜਾਏਗਾ ਆਪਣੇ ਆਪ 1। 7C1 ਕਿੰਨਾ ਆ ਜਾਏਗਾ, ਦੇਖੋ 7 ਫੈਕਟੋਰੀਅਲ ਓਵਰ 1 ਫੈਕਟੋਰੀਅਲ ਇਨਟੂ 6 ਫੈਕਟੋਰੀਅਲ ਨਾ। ਯੈਸ ਸਰ। 7 × 6 ਫੈਕਟੋਰੀਅਲ, ਇਹਨੂੰ ਕੈਂਸਲ ਕਰ ਦੋ ਬਸ, ਇਹਨੂੰ 7 ਨੂੰ ਪੂਰਾ ਨਾ ਖੋਲੋ, 6 ਤੱਕ ਖੋਲ ਕੇ ਫੈਕਟੋਰੀਅਲ ਕਹਿ ਦੋ ਇਹਨੂੰ। 7 ਆ ਗਿਆ, ਕਿੱਥੇ ਆ ਜਾਏਗੀ 7 ਵੈਲਿਊ। ਠੀਕ ਹੈ। 7C2 ਦੇਖੋ ਬਸ, ਫਿਰ ਮੈਂ ਇੱਕ ਪੈਟਰਨ ਦੱਸ ਦੇਣਾ ਤੁਹਾਨੂੰ ਕੀ ਹੈ। 7C2 ਕੀ ਆਏਗਾ, 7 × 6 × 5 ਫੈਕਟੋਰੀਅਲ 2 × 2 3 6 21 ਆ ਜਾਏਗਾ, ਕਰ ਲੈਣਾ ਆਪਣੇ ਆਪ।
ठीक है ਤੇ ਇਹੀ ਤੁਹਾਡਾ ਇਧਰੋਂ ਵੀ ਆਣਾ ਸੀ ਸੋਚੋ ਇਧਰ ਦੇਖੋ ਇਧਰ ਹੈ 1 1 and 4 ਕੀ ਆਣਾ ਹੈ 5 6 and 4 ਆਣਾ ਹੈ 10 6 and 4 ਆਣਾ ਹੈ 10 ਅਗੇਨ ਸ਼ੋ ਔਨ ਛੱਡੋ 1 5 and 1 6 15 20 and so on ਛੱਡੋ 1 6 and 1 7 15 ਤੇ 6 21 ਆ ਦੇਖੋ 1 7 21 ਆ ਰਿਹਾ ਨਾ ਸੋ ਇਹ ਕੁਝ ਨਹੀਂ ਹੈ ਐਕਸਪੈਂਡ ਕਰਨ ਦਾ ਇੱਕ ਤਰੀਕਾ ਹੈ ਬਾਇਨੋਮੀਅਲ ਐਕਸਪੈਂਸ਼ਨ कुछ भी नहीं मैं रफ लिखन जा रहा हूं कि अगर जनरल a plus b ਦੀ ਪਾਵਰ n ਹੋਵੇ ਸਭ ਤੋਂ ਪਹਿਲਾ ਟਰਮ ਆਂਦੀ ਹੈ ਕੋਐਫੀਸ਼ੀਐਂਟ nc0 b ਦੀ ਪਾਵਰ 0 a ਦੀ ਪਾਵਰ n ਫਿਰ ਆਂਦੀ ਹੈ nc1 b ਦੀ ਪਾਵਰ 1 a ਦੀ ਪਾਵਰ n 1 ਫਿਰ ਆਂਦੀ ਹੈ nc2 b ਦੀ ਪਾਵਰ 2 a ਦੀ ਪਾਵਰ n 2 ਇਸ ਤਰ੍ਹਾਂ ਕਰਦੇ 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 ਲਾਸਟ ਵਿੱਚ ncn ਤੱਕ ਜਾਂਦੇ ਹੋ ਤੇ ਆ ਹੁੰਦੀ ਹੈ ਐਕਸਪੈਂਸ਼ਨ ਜਸਟ ਇੰਟਰੋਡਕਸ਼ਨ ਦਿੱਤੀ ਤੁਹਾਨੂੰ ਮੈਂ ਸਮਝ ਲੱਗੀ ਸਾਰਿਆਂ ਨੂੰ ਗੱਲ ਯੈਸ ਸਰ ਇੰਟਰਸਟਿੰਗ ਹੈ ਨਾ ਕੋਐਫੀਸ਼ੀਐਂਟ ਨੂੰ ਆਪਾਂ ਰਫਲੀ ਐਂ ਹੀ ਕੱਢ ਸਕਦੇ ਹਾਂ ਤੇ ਉਹ ਕਿਵੇਂ ਰਿਲੇਟ ਕੀਤੇ ਹੋਏ ਨੇ ਤੇ ਐਨਸੀਆਰ ਦਾ ਮਤਲਬ ਕੁਝ ਹੋਰ ਹੈ ਅਸਲ ਵਿੱਚ ਹਨਾ ਇਹ ਬੇਸਿਕਲੀ ਟਰਮਸ ਇਕੱਠੀਆਂ ਕੀਤੀਆਂ ਗਈਆਂ ਨੇ ਸਾਰੀਆਂ a ਦੀ ਪਾਵਰ a ਸਕੁਅਰ b ਕਿਊਬ ਵਾਲੀ ਸਾਰੀ ਟਰਮਸ ਬਾਅਦ ਐਡ ਨਹੀਂ ਕਰਦੇ ਤੁਸੀਂ ਐਡ ਕਰਦੇ ਹੋ ਨਾ ਤੁਸੀਂ ਯੈਸ ਸਰ ਜੇ ਤੁਸੀਂ a plus b ਨਾਲ ਗੁਣਾ ਕਰਦੇ ਹੋ ਤਾਂ ਬੇਸਿਕਲੀ ਜਿੱਥੇ ਜਿੱਥੇ ਤੁਹਾਡਾ a ਸਕੁਅਰ ਆਏਗਾ ਫਿਰ ab ਆਏਗੀ ਫਿਰ b ਆਏਗੀ जिसे सेम आवली पावर ਨੂੰ ਐਡ ਕਰਕੇ 2 ਟਾਈਮਸ ਲਿਖ ਦਿਓ ਤਾਂ 2 ਟਾਈਮ ਕੰਬੀਨੇਸ਼ਨ ਹੋ ਗਿਆ ਨਾ a ਤੇ b ਦਾ ਯੈਸ ਸਰ ਉਹੀ ਆ ਬਸ ਫਿਰ NCR ਨੂੰ ਲਿਖ ਕੇ ਕੰਬੀਨੇਸ਼ਨ a ਦੀ ਪਾਵਰ n a ਦੀ ਪਾਵਰ b ਦੀ ਪਾਵਰ r ਤੇ a ਦੀ ਪਾਵਰ n - r ਲਿਖ ਦਿੰਦੇ ਬਸ ਇਸ ਦੀ ਜ਼ਿਆਦਾ ਡਿਟੇਲ ਚ ਨਹੀਂ ਜਾਊਂਗਾ ਇੱਥੇ ਹੀ ਗੱਲ ਖਤਮ ਕਰਦਾ ਮੈਂ ਇਹ ਜਸਟ ਤੁਹਾਨੂੰ ਵੈਸੇ ਹੀ ਸਮਝ ਲਓ ਤੁਹਾਡੇ ਟਾਈਮ ਪਾਸ ਲਈ ਤੇ ਤੁਹਾਨੂੰ ਬਾਇਨੋਮੀਅਲ ਦੇ ਬਾਰੇ ਥੋੜੀ ਜਿਹੀ ਬੇਸਿਕ ਇੰਟਰੋਡਕਸ਼ਨ ਦੇਣ ਲਈ ਸੀਗਾ ਪਰ ਮੈਂ ਆਰਾਮ ਨਾਲ ਤੁਹਾਨੂੰ ਇਹਦਾ ਇੱਕ ਹੋਰ 15 ਮਿੰਟ ਚ ਕੰਮ ਹੋ ਜਾਏਗਾ ਉਹ ਦੱਸ ਦੂੰਗਾ ਲੋਗੈਰਿਥਮ ਦੱਸੂਗਾ ਥੋੜੀ ਜਿਹੀ ਕੈਲਕੂਲਸ ਦੱਸੂਗਾ ਫਿਰ ਆਪਣਾ ਮੈਥਮੈਟੀਕਲ ਟੂਲ ਬਹੁਤ ਹੈ ਫਿਰ ਆਪਾਂ ਫਿਜ਼ਿਕਸ ਸ਼ੁਰੂ ਕਰ ਦਾਂਗੇ ਆਪਣੀ ਸਮਝ ਲੱਗੀ ਗੱਲ ਸਾਰਿਆਂ ਨੂੰ ਯੈਸ ਸਰ ਸਾਰੇ ਪੂਰਾ ਦਿਲ ਲਾ ਕੇ ਪੜੋ ਬਿਲਕੁਲ ਇਸ ਤਰ੍ਹਾਂ ਹੀ ਇੰਟਰੈਕਟ ਕਰੋ ਤੁਹਾਡੀ ਕਲਾਸ ਬਹੁਤ ਵਧੀਆ ਹੈ ਬਹੁਤ ਵਧੀਆ ਤੁਸੀਂ ਕੁਐਸਚਨਸ ਪੁੱਛਦੇ ਹੋ ਇੰਟਰੈਕਟ ਕਰਦੇ ਹੋ ਆਪਾਂ ਨੂੰ ਮਜ਼ਾ ਆਊਗਾ ਆਪਣਾ ਭਾਵੇਂ ਆਨਲਾਈਨ ਹੀ ਹੋਵੇ ਆਪਾਂ ਆਫਲਾਈਨ ਵਾਂਗੂ ਚਲਾਵਾਂਗੇ ਇਹਨੂੰ ਇਦਾਂ ਹੀ ਠੀਕ ਹੈ ਹੋਮਵਰਕ ਸਾਰੇ ਨੇ ਕਰ ਲਿਓ ਤੇ ਆਪਾਂ ਮਿਲਾਂਗੇ ਹੁਣ ਕਦੋਂ ਸਰ ਐਨਸੀਆਰਟੀ ਵਿੱਚੋਂ ਵੀ ਰੀਡ ਕਰਨਾ ਹੋਮਵਰਕ ਦੱਸਿਓ ਫਿਰ ਤੋਂ ਕੀ ਹੈ ਮੈਥਮੈਟੀਕਲ ਟੂਲ ਬਸ ਜੋ ਮੈਂ ਹੋਮਵਰਕ ਆਈ ਹੈ ਜਿਹੜਾ ਮੈਂ ਪ੍ਰੈਕਟਿਸ ਸ਼ੀਟ ਭੇਜਣ ਵਾਲਾ ਹੁਣੀ ਤੁਹਾਡੇ ਗਰੁੱਪ 'ਚ ਸਾਰੇ ਲੈਕਚਰ ਨੋਟਸ ਵਧੀਆ ਤਰ੍ਹਾਂ ਲਿਖੇ ਹੋਏ ਹੁਣ ਸਾਰੀ ਆਇਡੈਂਟੀਟੀਜ਼ ਤੁਹਾਨੂੰ ਯਾਦ ਹੋਣ सर लेक्चर नोट क्लास वर्क वाली नोटबुक पे लिखने हैं हाँ बिल्कुल ओके सर ठीक है एंड सारे जो प्रैक्टिस शीट दूंगा ਉਹਨੂੰ ਸੋਲਵ ਵੀ ਕਰ ਲਿਓ ਉਹਦੇ ਵਿੱਚ ਹੀ ਹਾਲੇ ਫਿਲਹਾਲ ਫਿਰ ਆਪਾਂ ਅਗਲੇ ਲੈਕਚਰ ਤੇ ਅੱਗੇ ਕੰਮ ਕਰਾਂਗੇ ਠੀਕ ਹੈ ਜੀ ਸਰ ਜਿਹੜੇ ਡਾਊਟਸ ਹੋ ਗਏ ਸਰ ਉਹ ਡਾਊਟਸ ਹੋ ਗਏ ਜਿਹੜੇ ਪਹਿਲਾਂ ਡਾਊਟਸ ਹੀ ਪੁੱਛੇ ਜਾਣਗੇ ਫਿਰ ਹੀ ਅੱਗੇ ਕੰਮ ਕਰਾਂਗੇ ਠੀਕ ਹੈ ਯੈਸ ਸਰ ਟੈਨਸ਼ਨ ਨਹੀਂ ਲੈਣੀ ਕੋਈ ਕੁਝ ਵੀ ਰਹਿ ਗਿਆ ਨਾ ਪਿਛਲਾ ਆਪਾਂ ਸਾਰੇ ਡਾਊਟਸ ਕਲੀਅਰ ਕਰਕੇ ਹੀ ਕਰਾਂਗੇ ਕੱਲ ਹੀ ਨਹੀਂ ਕੀ ਕੋਈ ਓਕੇ ਸਰ ਹਾਂਜੀ ਸਰ ਤੁਸੀਂ ਜਿਹੜੀ ਬੁੱਕਸ ਮੰਗਵਾਈਆਂ ਸੀਗੀਆਂ ਉਹਨਾਂ ਬੁੱਕਸ ਵਿੱਚੋਂ ਕੁਝ ਰੀਡਿੰਗ ਕਰਨੀ ਆ ਉਹਨਾਂ ਵਿੱਚੋਂ ਮੈਥਮੈਟੀਕਲ ਨਹੀਂ ਹਲੇ ਰਹਿੰਦੇ ਹੋ ਐਵੇਂ ਤੁਸੀਂ ਨਾ ਖੱਜਲ ਹੋਣਾ ਬਿਨਾ ਮਤਲਬ ਉਹ ਚ ਬਹੁਤ ਕੁਝ ਹੋਰ ਇੱਧਰ ਉੱਧਰ ਫਿਰ ਤੁਸੀਂ ਲੱਭਣ ਲੱਗ ਜਾਣਾ ਦੇਖਿਆ ਤੁਸੀਂ ਕਹਿਣਾ ਬਹੁਤ ਔਖਾ ਆ ਇਹ ਉਹ ਤੁਸੀਂ ਆਹ ਕਰੋ ਜੋ ਮੈਂ ਕਿਹਾ ਇਹਦੀ ਪ੍ਰੈਕਟਿਸ 'ਚ ਤੁਹਾਨੂੰ ਟਾਈਮ ਲੱਗ ਜਾਣਾ ਘੰਟਾ ਡੇਢ ਘੰਟਾ ਲਈ ਓਕੇ ਹੈ ਨਾ ਇੰਨਾ ਪੜੋ ਆਰਾਮ ਨਾਲ ਅਗਲੇ ਹਫਤੇ ਤੁਹਾਡਾ ਪੇਸ ਵਧਾਵਾਂਗੇ ਤੁਹਾਨੂੰ ਕੰਮ ਦੇਵਾਂਗੇ ਉਹਨਾਂ 'ਚ ਵੀ ਬਾਕੀ ਟੂਲਸ ਦੇਖਿਓ ਕੀ ਹੈਗਾ ਉਹ 'ਚ ਆਹ ਦੇਖ ਲਿਓ ਆਪਣੇ ਟੈਕਸਟ ਬੁੱਕ 'ਚ ਦੇਖੋ ਕੀ ਦਿੱਤਾ ਆਇਆ ਵਾ ਕੀ ਹੈਗਾ ਵਾ ਵੈਸੇ ਦੇਖ ਲਿਓ ਨਹੀਂ ਸਮਝ ਆਏ ਤਾਂ ਵੀ ਦੇਖ ਲਿਓ ਬਸ ਇੱਕ ਵਾਰੀ ਨਜ਼ਰ ਤਾਂ ਮਾਰੋ ਕੀ ਹੈਗਾ ਨਾ ਹਾਂਜੀ ਠੀਕ ਹੈ ਜੀ ਥੈਂਕ